ਬੰਗਲੌਰ ਜਿਹੜੀ ਵਿਰੋਧੀ ਤਰ੍ਹਾਂ ਦੀ ਜੋ ਮੇਰਾ ਕਹਿਣ ਤੋਂ ਮੁਰਾਦ ਹੈ ਭਾਜਪਾ ਦੇ ਖਿਲਾਫ ਜਿਹੜੀ ਮੀਟਿੰਗ ਹੋਈ ਹੈ ਉਸ ਮੀਟਿੰਗ 'ਚ ਜੋ ਕੌਮੀ ਪੱਧਰ ਤੇ ਗੱਠਜੋੜ ਭਾਜਪਾ ਨੂੰ ਚੁਣੌਤੀ ਦਾ ਮਾਮਲਾ ਬਹੁਤ ਸਾਰੇ ਮਾਮਲੇ ਆ ਜਿਹੜੇ ਆਉਣ ਵਾਲੇ ਦਿਨਾਂ 'ਚ ਮੰਥਨ ਦੀ ਵਜ੍ਹਾ ਬਣਨਗੇ। ਪਰ ਜੇ ਪੰਜਾਬ ਦੇ ਨਜ਼ਰੀਏ ਤੋਂ ਆਪਾਂ ਦੇਖਦੇ ਹਾਂ ਕਾਂਗਰਸ ਤੇ ਆਪ ਦੀ ਨੇੜਤਾ ਇਹਨਾਂ ਮੁੱਦਿਆਂ ਨੂੰ ਲੈ ਕੇ ਪੰਜਾਬ 'ਚ ਕਿਹੋ ਜਿਹਾ ਰੰਗ ਲਿਆ ਸਕਦੀ ਹੈ? ਕਿਉਂਕਿ ਅੱਜ ਸਭ ਤੋਂ ਵੱਡਾ ਜਿਹੜਾ ਖਤਰਾ ਹੈ ਉਹ ਸਾਡੇ ਸੰਵਿਧਾਨ ਨੂੰ ਖਤਰਾ ਹੈ, ਸਾਡੇ ਲੋਕਤੰਤਰ ਨੂੰ ਖਤਰਾ ਹੈ। ਮੋਦੀ ਸਾਹਿਬ ਦੇ ਜਿਹੜੇ ਮੋਦੀ ਸਾਹਿਬ ਸਰਕਾਰ ਦੇ ਕੰਮ ਹੈ ਉਹ ਸਾਰੇ ਦੇ ਸਾਰੇ, ਚਾਹੇ ਇਹਨਾਂ ਨੇ ਸਿਟੀਜ਼ਨ ਅਮੈਂਡਮੈਂਟ ਐਕਟ ਲੈ ਕੇ ਆਂਦਾ, NCR ਲੈ ਕੇ ਆਂਦਾ, ਜਾਂ ਹੋਰ ਆਹ ਹੁਣ UCC ਦੀ ਗੱਲ ਚੱਲਦੀ ਹੈ, ਉਹ ਸਾਰੀਆਂ ਗੱਲਾਂ ਸੰਵਿਧਾਨ ਦੇ ਉਲਟ ਜਾ ਕੇ, ਸਾਡੀ ਧਰਮ ਨਿਰਪੱਖਤਾ ਦੇ ਉਲਟ ਜਾ ਕੇ ਜਿਹੜਾ ਇੱਕ ਗੁਲਦਸਤਾ ਅਸੀਂ ਬਣਾਇਆ ਸੀ ਸਾਡੇ ਦੇਸ਼ ਨੂੰ ਇਕੱਠਾ ਰੱਖਣ ਵਾਸਤੇ, ਸਾਰੀਆਂ ਭਾਸ਼ਾਵਾਂ ਨੂੰ ਇਕੱਠੇ ਰੱਖਣ ਵਾਸਤੇ, ਸਾਰੇ ਧਰਮਾਂ ਨੂੰ ਇਕੱਠੇ ਰੱਖਣ ਵਾਸਤੇ, ਉਹਦੇ ਤੇ ਬਾਰ-ਬਾਰ ਸੱਟ ਮਾਰੀ ਜਾ ਰਹੀ ਹੈ। ਔਰ ਜਿਹੜਾ ਅਸੀਂ ਪਹਿਲਾਂ ਕਹਿੰਦੇ ਹੁੰਦੇ ਸੀ ਕਿ ਦੇਸ਼ ਭਗਤ, ਵੀ ਗਾਂਧੀ ਦਾ ਸਾਨੂੰ ਦੇਸ਼ ਚਾਹੀਦਾ ਕਿ ਗੌਡਸੇ ਦਾ ਦੇਸ਼ ਚਾਹੀਦਾ, ਤੇ ਨਰਿੰਦਰ ਮੋਦੀ ਉਹਨੂੰ ਗੌਡਸੇ ਦਾ ਦੇਸ਼ ਬਣਾਉਣ ਵਾਲੇ ਪਾਸੇ ਜਾ ਰਿਹਾ ਸੀ। ਇਸ ਕਰਕੇ ਜਿਹੜੀਆਂ ਸਾਰੀਆਂ ਲੋਕਤੰਤਰ ਦਾ ਸਤਿਕਾਰ ਕਰਨ ਵਾਲੀਆਂ ਪਾਰਟੀਆਂ ਉਹ ਇਕੱਠੀਆਂ ਹੋ ਕੇ ਉਹਨਾਂ ਨੇ ਇੱਕ ਫੈਸਲਾ ਲਿਆ ਹੈ। ਲੋਕਤੰਤਰ ਬਚਾਉਣ ਦੀ ਗੱਲ ਕਾਂਗਰਸ ਪਾਰਟੀ ਨੂੰ ਤੇ ਬਿਲਕੁਲ ਵੀ ਨਹੀਂ ਕਰਨੀ ਚਾਹੀਦੀ। ਜਿਸ ਪਾਰਟੀ ਨੇ ਦੇਸ਼ ਦੇ ਵਿੱਚ ਐਮਰਜੈਂਸੀ ਲਗਾਈ ਔਰ ਉਸ ਐਮਰਜੈਂਸੀ ਦੇ ਪੀਰੀਅਡ ਦੇ ਦੌਰਾਨ ਕੋਈ ਕੋਰਟ ਦੇ ਵਿੱਚ ਵੀ ਨਹੀਂ ਸੀ ਜਾ ਸਕਦਾ, ਓਪੋਜੀਸ਼ਨ ਦੇ ਵੱਡੇ ਵੱਡੇ ਲੀਡਰ ਚੁੱਕ ਕੇ ਅੰਦਰ ਦੇ ਦਿੱਤੇ, ਕੋਈ ਸੁਣਵਾਈ ਦੇਸ਼ ਦੇ ਵਿੱਚ ਨਹੀਂ ਸੀ। ਅੱਜ ਉਹ ਪਾਰਟੀ ਲੋਕਤੰਤਰ ਬਚਾਉਣ ਦੀ ਗੱਲ ਕਰਦੀ ਪਈ ਹੈ ਤੇ ਆਪਣੇ ਆਪ 'ਚ ਬੜੀ ਇੱਕ ਹਾਸੇ ਦਾ ਵਿਸ਼ੇ ਬਣ ਜਾਂਦਾ ਹੈ। ਉਹ ਉਹਨਾਂ ਨੂੰ ਹੈਲੀਕਾਪਟਰ 'ਚ ਲੈ ਕੇ ਹਰ ਕਿਸੇ ਦੀ ਬਰੂਦ ਉੱਤੇ ਜਾ ਕੇ ਉਹਨਾਂ ਨੇ ਮੱਥੇ ਟੇਕ ਕੇ ਮਿੰਨਤਾਂ ਕੀਤੀਆਂ, ਜਿਨ੍ਹਾਂ ਨੂੰ ਉਹ ਗਾਲਾਂ ਕੱਢਦੇ ਸੀਗੇ ਉਹਨਾਂ ਤੱਕ ਵੀ ਉਹਨਾਂ ਨੇ ਅਪਰੋਚ ਕੀਤੀ, ਯੂ ਟਰਨ ਲਏ। ਉਹਦਾ ਇੱਕੋ ਇੱਕ ਮਕਸਦ ਹੈ ਕਿ ਕੇਜਰੀਵਾਲ ਨੂੰ ਜੇਲ੍ਹ ਜਾਣ ਤੋਂ ਬਚਾਉਣਾ, ਆਰਡੀਨੈਂਸ ਵਾਸਤੇ ਸਿਰਫ ਬਹਾਨਾ ਹੈ, ਇਸ ਤੋਂ ਸਿਵਾਏ ਕੁਝ ਨਹੀਂ ਹੈਗਾ। ਕਿਉਂਕਿ ਇਹਨਾਂ ਸਾਰਿਆਂ ਦੇ ਜਾਣ ਤੋਂ ਬਾਅਦ ਜਿਸ ਤਰੀਕੇ ਨਾਲ ਡਿਪਟੀ CM ਸਾਹਿਬ ਅੱਜ ਜੇਲ੍ਹ ਦੇ ਵਿੱਚ ਬੈਠੇ ਹੈ, ਅਗਲਾ ਨੰਬਰ 'ਤੇ ਕੇਜਰੀਵਾਲ ਦਾ ਤੇ ਰਾਘਵ ਚੱਡਾ ਦਾ ਹੈਗਾ। ਤੇ ਇਸੇ ਕਰਕੇ ਰਾਘਵ ਚੱਡਾ ਤੇ ਕੇਜਰੀਵਾਲ ਸਾਰੇ ਹਿੰਦੁਸਤਾਨ ਦੇ ਲੀਡਰਾਂ ਦੇ ਕੋਲ ਜਾ ਕੇ ਮਿੰਨਤਾਂ ਤਰਲੇ ਮਾਰ ਕੇ ਆਏ ਆ ਕਿ ਸਾਨੂੰ ਬਚਾ ਲਓ ਹੁਣ, ਕਿਉਂਕਿ ਸਾਡੀ ਵਾਰੀ ਆ ਗਈ ਹੈ। ਤਾਂ ਅਸੀਂ ਉਹਨੂੰ ਵੈਲਕਮ ਕਰਾਂਗੇ, ਜੁਆਇਨ ਕਰ ਲਾਂਗੇ। ਇਹ ਮੈਨੂੰ ਲੱਗਦਾ ਇਹੋ ਜੀ ਜੇ ਕੋਈ ਹੁੰਦੀ ਹੈਗੀ ਆ ਤਾਂ ਇਹਦੇ ਵਿੱਚ ਕੋਈ ਬੁਰਾਈ ਨਹੀਂ ਮੈਂ ਦੇਖਦਾ, ਕਿਉਂਕਿ ਜੇ ਆਰਡੀਨੈਂਸ ਕਿਸੇ ਵੀ ਪਾਰਟੀ ਨੂੰ ਲੱਗਦਾ, ਜੇ ਕਲੈਕਟਿਵਲੀ ਆਪਾਂ ਆਮ ਤੌਰ 'ਤੇ ਸਟੇਟਾਂ 'ਚ ਵੀ ਗੱਲ ਕਰਦੇ ਹਾਂ ਵੀ ਇਕੱਠੇ ਹੋ ਕੇ ਸਰਬ ਪਾਰਟੀ ਮੀਟਿੰਗ ਇਹਦਾ ਵਿਰੋਧ ਕਰੀਏ ਜਾਂ ਉਹ ਕਰੀਏ। ਹਾਂ, ਜਿੱਥੋਂ ਤੱਕ ਪੰਜਾਬ ਦੀ ਗੱਲ ਹੈਗੀ ਆ, ਪੰਜਾਬ ਦੇ ਵਿੱਚ ਨੋ ਡਾਊਟ ਕਾਂਗਰਸ ਦਾ ਕੱਦ ਥੋੜ੍ਹਾ ਜਿਹਾ ਇਸ ਦੇ ਨਾਲ ਘਟਣਾ ਹੀ ਹੈਗਾ ਵਾ, ਕੋਈ ਵਧਣ ਵਾਲੇ ਪਾਸੇ ਨੂੰ ਨਜ਼ਰ ਨਹੀਂ ਆਉਂਦਾ, ਕਿਉਂਕਿ ਆਮ ਆਦਮੀ ਪਾਰਟੀ ਨੂੰ ਇੱਕ ਸਕੋਪ ਮਿਲ ਰਿਹਾ ਵਾ। ਤੇ ਜਿੱਥੇ ਜਿਹੋ ਜਿਹੇ ਹਾਲਾਤ ਪੰਜਾਬ ਵਿੱਚ ਬਣੇ ਹੋਏ ਆ, ਚਾਹੇ ਉਹ ਕਰਪਸ਼ਨ ਅਗੇਂਸਟ ਜਿਹੜੀ ਡਰਾਈਵ ਹੈਗੀ ਆ ਉਹ ਸੱਚੀ ਆ ਝੂਠੀ ਆ, ਇਹ ਤਾਂ ਕੋਰਟਾਂ ਨੇ ਫੈਸਲਾ ਕਰਨਾ, ਪਰ ਜਿਹੜੇ ਇੱਕ ਇਨੀਸ਼ੀਏਸ਼ਨਸ ਹੈਗਾ ਵਾ ਉਹਨੂੰ ਸਾਰੇ ਵੈਲਕਮ ਕਰ ਹੀ ਰਹੇ ਆ ਵੀ ਜਿਹੜਾ ਬੰਦਾ ਜਾ ਰਿਹਾ ਵਾ। ਬਿਲਕੁਲ ਨਹੀਂ ਜੀ, ਬਿਲਕੁਲ ਨਹੀਂ, ਕਿਉਂਕਿ ਜਿਹੜਾ ਕਾਂਗਰਸ ਪਾਰਟੀ ਦਾ ਜਿਹੜਾ ਚਰਿੱਤਰ ਹਰਨ ਕਰਨ ਲੱਗੀ ਆ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ, ਸਾਡੇ ਨੇਤਾਵਾਂ ਨੂੰ ਚੋਰ ਕਹਿ ਕੇ ਬਿਨਾਂ ਗੱਲ ਤੋਂ, ਬਿਨਾਂ ਸਬੂਤਾਂ ਤੋਂ ਇਹ ਫੜ ਕੇ ਵਿਜੀਲੈਂਸ ਦੇ ਰਾਹੀਂ ਉਹਨਾਂ ਦਾ ਜਿਹੜਾ ਕਿਰਦਾਰ ਕੁਸ਼ੀ ਕਰ ਰਹੀ ਹੈ, ਇਹ ਸਾਰੇ ਲੋਕਾਂ ਦੇ ਸਾਹਮਣੇ ਹੈ। ਅਸੀਂ ਬਿਲਕੁਲ, ਮੈਂ ਪਹਿਲਾਂ ਵੀ ਗੱਲ ਸਪਸ਼ਟ ਕੀਤੀ ਹੈ, ਅਸੀਂ ਦਿੱਲੀ ਦੇ ਆਰਡੀਨੈਂਸ ਦਾ ਜੇ ਵਿਰੋਧ ਕੀਤਾ ਹੈ ਤਾਂ ਉਹ ਲੋਕਤੰਤਰ ਦੇ ਹੱਕ ਵਿੱਚ ਖੜ ਕੇ ਉਸ ਆਰਡੀਨੈਂਸ ਦਾ ਵਿਰੋਧ ਕੀਤਾ ਹੈ, ਨਾ ਕਿ ਅਸੀਂ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਖੜ। ਅੱਜ ਕਾਂਗਰਸ ਦੀ ਮਜਬੂਰੀ ਦੇਖੋ ਕਿੰਨੀ ਜ਼ਬਰਦਸਤ ਹੋ ਗਈ ਹੈ ਕਿ ਉਹਨਾਂ ਨੂੰ ਬੇਸਿਕਲੀ ਫਿਰ ਆਮ ਆਦਮੀ ਪਾਰਟੀ ਦੇ ਆਰਡੀਨੈਂਸ ਦੇ ਮੁੱਦੇ ਤੇ ਸਪੋਰਟ ਕਰਨੀ ਪੈ ਰਹੀ ਹੈ। ਔਰ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਇਹਨਾਂ ਦੇ ਸਾਰੇ ਲੀਡਰਾਂ ਨੂੰ ਫੜ ਕੇ ਅੰਦਰ ਦੇ ਰਹੀ ਹੈ, ਇਹਨਾਂ ਦੇ ਡਿਪਟੀ CM ਨੂੰ ਅੰਦਰ ਦੇ ਦਿੱਤਾ ਹੈ ਆਫਿਸ ਤੋਂ। ਜਿੰਨਾ ਘਾਣ ਕਾਂਗਰਸ ਨੇ ਲੋਕਤੰਤਰ ਦਾ ਕੀਤਾ ਹੈ, ਸਪੈਸ਼ਲੀ ਪੰਜਾਬ ਦੇ ਵਿੱਚ, ਜਿੰਨੀਆਂ ਸਰਕਾਰਾਂ ਪੰਜਾਬ ਦੇ ਵਿੱਚ ਅਗਰ ਓਪੋਜੀਸ਼ਨ ਦੀਆਂ ਆਈਆਂ ਤੋੜੀਆਂ ਨੇ, ਤੇ ਉਹ ਸਾਰੀਆਂ ਕਾਂਗਰਸ ਨੇ ਤੋੜੀਆਂ ਨੇ, ਕਿਸੇ ਹੋਰ ਨੇ ਨਹੀਂ ਤੋੜੀਆਂ। ਇਸ ਕਰਕੇ ਲੋਕਤੰਤਰ ਦਾ ਮੂੰਹ ਇਹਨਾਂ ਦੇ ਕੋਲੋਂ ਸੁਣਨਾ ਬਿਲਕੁਲ ਹੀ ਐਂ ਲੱਗਦਾ ਹੈ ਕਿ ਜਿਸ ਤਰ੍ਹਾਂ ਪਤਾ ਨਹੀਂ ਕਿੰਨਾ ਕੁ ਵੱਡਾ ਝੂਠ ਲੈ ਕੇ ਪਾਲ ਕੇ ਬੈਠੇ ਨੇ, ਜਿਹੜਾ ਲੋਕਾਂ ਸਾਹਮਣੇ ਲੈ ਕੇ ਆਉਣਾ। ਜੀ ਜਦੋਂ ਲਗਾਵਵਾਦ ਦੀ ਗੱਲ ਚੱਲੀ ਸੀ ਤੇ ਇਸੇ ਅਕਾਲੀ ਦਲ ਨੇ, ਜਿਹਦੇ ਵੱਲੋਂ ਅੱਜ ਭੁੱਲਰ ਸਾਹਿਬ, ਮੈਂ ਲਗਾਵਵਾਦ ਤੋਂ ਪਹਿਲਾਂ ਦੀ ਗੱਲ ਕਰਦਾ ਨਹੀਂ, ਜਦੋਂ ਦੀ ਬਾਰ-ਬਾਰ ਸਰਕਾਰਾਂ ਤੋੜੀਆਂ ਉਹਦਾ ਜਵਾਬ ਜਦੋਂ ਲੋਕਤੰਤਰ ਸੀ, ਲਗਾਵਵਾਦ ਤੇ ਬਾਅਦ ਚ ਆਇਆ। ਤੁਸੀਂ ਜਿਹੜੀ ਗੱਲ ਹੁਣੇ ਕੀਤੀ, ਤੁਸੀਂ ਬਾਰ-ਬਾਰ ਜਿਹੜੀਆਂ ਸਰਕਾਰਾਂ ਤੋੜੀਆਂ, ਲੋਕਾਂ ਦੀਆਂ ਚੁਣੀਆਂ ਹੋਈਆਂ ਸਰਕਾਰਾਂ ਨੇ ਚੱਲਣ ਨਹੀਂ ਦਿੱਤੀਆਂ, ਉਹ ਲੋਕਤੰਤਰ ਸੀਗਾ। ਸਰਕਾਰਾਂ ਅਸੀਂ ਨਹੀਂ ਤੋੜੀਆਂ, ਸਰਕਾਰਾਂ ਆਪਣੇ ਭਾਰ ਨਾਲ ਡਿੱਗੀਆਂ।
ਬਿਲਕੁਲ ਨਹੀਂ, ਸਰਕਾਰਾਂ ਬਿਲਕੁਲ ਆਪਦੀ ਨਹੀਂ, ਨਲਾਇਕੀ ਨਾਲ ਬਿਲਕੁਲ ਨਹੀਂ। ਆਪਦੀ ਸਿੱਖਾਂ ਵਾਲਾ ਸਾਹਿਬ, ਅਕਾਲੀ ਦਲ ਦੀਆਂ। ਸਿੱਖਾਂ ਵਾਲਾ ਸਾਹਿਬ ਜਰਾ ਅਕਾਲੀ ਪਿੱਛੇ ਨੂੰ ਦਲ ਝਾਤੀ ਮਾਰ ਕੇ ਦੇਖੋ ਵੀ ਹਾਂ ਕਹਿੰਦੇ ਕਿਹੜੀ ਸੀ। ਸਰਕਾਰ ਆਪਣੇ ਭਾਰ ਨਾਲ ਡਿੱਗੀ। ਡੱਡੂਆਂ ਦੀ ਬਸੇਰੀ ਹੈ ਅਕਾਲੀ ਤੁਸੀਂ ਦਲ। ਚੱਲਣ ਨਹੀਂ ਦਿੱਤੀ, ਤੁਸੀਂ ਅਕਾਲੀ ਚੱਲਣ ਨਹੀਂ ਦਲ ਦਿੱਤੀ, ਨੂੰ ਸਰਕਾਰਾਂ ਤੋੜੀਆਂ ਤੁਸੀਂ। ਅਕਾਲੀ ਦਲ ਔਰ ਨੂੰ ਪੰਜਾਬ ਨੂੰ ਲੋਕਾਂ ਸਭ ਦੀ ਤੋਂ ਵੱਧ ਬਸੇਰੀ ਨੁਕਸਾਨ ਹੈ, ਕੀਤਾ ਇਸ ਚੀਜ਼ ਦਾ ਕਦੇ ਇਕੱਠੀ ਨਹੀਂ ਹੁੰਦੀ। ਲੋਕਤੰਤਰ ਦਾ ਇਸ ਘਾਣ ਕਰਕੇ ਜਿਨ੍ਹਾਂ ਦੀ ਛਾਲਾਂ ਪੰਜਾਬ ਮਾਰ 'ਚ ਕੇ ਕੀਤਾ, ਭੱਜ ਜਾਂਦੇ ਸੀ। ਇੰਨਾ ਤੁਸੀਂ ਸਰਕਾਰਾਂ ਭਰੇ ਸਾਂਝ ਨਹੀਂ ਸੀ। ਕੀਤਾ ਹੋਣਾ। ਤੁਸੀਂ ਤਾਂ ਆਪੋਜੀਸ਼ਨ ਦੀਆਂ ਸਰਕਾਰਾਂ ਚੱਲਣ ਨਹੀਂ ਦਿੱਤੀਆਂ ਕਿਤੇ ਵੀ। ਕਾਂਗਰਸ ਨੇ ਨਹੀਂ ਸਰਕਾਰ ਤੋੜੀ, ਤੁਸੀਂ ਆਪਦੇ ਲੱਛਣਾਂ ਨਾਲ ਤੋੜਦੇ ਰਹੇ। ਉਹ ਭਾਈ ਤੁਹਾਡੇ ਲੱਛਣ ਇਹੋ ਜਿਹੇ ਸੀਗੇ ਤੇ ਲੱਛਣ ਤੁਸੀਂ ਕਿਹੜਾ ਗੱਲ ਕਰਦੇ ਹੋ? ਤੁਹਾਡੀਆਂ ਸਰਕਾਰਾਂ ਤੁਹਾਡੀ ਨੀਤ ਮਾੜੀ ਸੀਗੀ, ਤੁਸੀਂ ਸਰਕਾਰ ਕਾਂਗਰਸ ਚੱਲਣ ਨਹੀਂ ਨੇ ਦਿੰਦੇ ਆਪੋਜੀਸ਼ਨ ਦੀ ਕੋਈ। ਨਜ਼ਰੀਆ ਦੀ ਡਿਬੇਟ ਜਗਤਾਰ ਸਿੰਘ ਸਿੱਧੂ ਵੱਲੋਂ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ। ਅੱਜ ਆਪਾਂ ਕੌਮੀ ਪੱਧਰ ਦਾ ਰਾਜਸੀ ਵੱਡਾ ਮੁੱਦਾ ਡਿਬੇਟ ਦਾ ਕੇਂਦਰ ਬਿੰਦੂ ਮੇਰੀ ਕਹਿਣ ਤੋਂ ਮੁਰਾਦ ਹੈ ਦੇਸ਼ ਦੀਆਂ ਤਕਰੀਬਨ 24 ਜਿਹੜੀਆਂ ਵਿਰੋਧੀ ਧਿਰਾਂ ਭਾਜਪਾ ਦੇ ਨਾਲ ਜਿਹੜੀ ਹਮਾਇਤ ਦੇ ਖਿਲਾਫ ਹੈ, ਕਹਿੰਦੀਆਂ ਕਿ ਵੱਖਰੇ ਤੌਰ ਉੱਤੇ ਇੱਕ ਇਸ ਦੇਸ਼ ਦੇ ਅੰਦਰ ਇੱਕ ਫਰੰਟ ਜਾਂ ਪਲੇਟਫਾਰਮ ਬਣਨਾ ਚਾਹੀਦਾ ਜਿਹੜਾ ਭਾਜਪਾ ਨੂੰ ਚੁਣੌਤੀ ਦੇਵੇ। ਉਸ ਦੀ ਮੀਟਿੰਗ ਅੱਜ ਹੋਈ ਹੈ। ਉਸ ਮੀਟਿੰਗ ਦੀ ਸਾਂਝ ਤੋਂ ਇਹ ਗੱਲ ਜਿਹੜੀ ਸਾਹਮਣੇ ਆਉਂਦੀ ਉਹ ਤਾਂ ਹੈ ਹੀ ਹੈ ਕਿ ਭਾਜਪਾ ਲਈ ਕੌਮੀ ਪੱਧਰ 'ਤੇ ਇੱਕ ਚੁਣੌਤੀ ਆਉਣ ਵਾਲੇ ਦਿਨਾਂ 'ਚ ਖਾਸ ਤੌਰ 'ਤੇ ਪਾਰਲੀਮੈਂਟ ਦੀਆਂ ਚੋਣਾਂ ਦਾ ਜ਼ਿਕਰ ਕਰਦਿਆਂ ਉੱਭਰ ਕੇ ਸਾਹਮਣੇ ਆ ਰਹੀ ਹੈ। ਪਰ ਜਦੋਂ ਆਪਾਂ ਪੰਜਾਬ ਦੇ ਮੁੱਦੇ ਦੀ ਗੱਲ ਕਰਦੇ ਹਾਂ, ਇੱਕ ਵੱਡਾ ਅਹਿਮ ਸਵਾਲ ਇਹ ਵੀ ਹੈ, ਇਸ ਏਕਤਾ ਜਿਹੜਾ ਵੱਡਾ ਅੜਿੱਕਾ ਪਿਛਲੇ ਦਿਨਾਂ 'ਚ ਬਣਦਾ ਨਜ਼ਰ ਆਉਂਦਾ ਸੀ, ਉਹ ਸੀ ਕੇਂਦਰ ਸਰਕਾਰ ਵੱਲੋਂ ਦਿੱਲੀ ਸਰਕਾਰ ਦੇ ਮੁੱਦੇ ਨੂੰ ਲੈ ਕੇ ਜਿਹੜਾ ਆਰਡੀਨੈਂਸ ਲਿਆਂਦਾ ਗਿਆ ਸੀ। ਉਸ ਮਾਮਲੇ ਨੂੰ ਲੈ ਕੇ ਕਾਂਗਰਸ ਨੇ ਸਪਸ਼ਟ ਕਰ ਦਿੱਤਾ ਕਿ ਇਸ ਆਰਡੀਨੈਂਸ ਦਾ ਅਸੀਂ ਵਿਰੋਧ ਕਰਾਂਗੇ। ਇਸ ਕਰਕੇ ਵਿਰੋਧ ਕਰਾਂਗੇ ਕਿ ਦੇਸ਼ ਦੇ ਫੈਡਰਲ ਢਾਂਚੇ ਦੇ ਖਿਲਾਫ। ਖੈਰ ਨਜ਼ਰੀਆ ਆਪਣਾ ਆਪਣਾ, ਪਰ ਇਹ ਵੀ ਸੰਭਾਵਨਾ ਹੈ ਕਿ ਜੋ ਇਹ ਸਥਿਤੀਆਂ ਬਣੀਆਂ ਕੌਮੀ ਪੱਧਰ 'ਤੇ ਇੱਕ ਆਪਣਾ ਨਜ਼ਰੀਆ ਜਦੋਂ ਆਪਾਂ ਪੰਜਾਬ ਦਾ ਜ਼ਿਕਰ ਕਰਦੇ ਹਾਂ ਕਿ ਪੰਜਾਬ ਦੇ ਵਿੱਚ ਆਪ ਅਤੇ ਕਾਂਗਰਸ ਪਾਰਟੀ ਦੋਨਾਂ ਦੀ ਇੱਕ ਦੂਜੇ ਦੀ ਨੇੜਤਾ ਕਿਹੋ ਜਿਹਾ ਰੰਗ ਲਿਆਏਗੀ ਜਾਂ ਕਿਹੋ ਜਿਹੀ ਬੇਚੈਨੀ ਪੈਦਾ ਹੋਏਗੀ, ਇਹ ਸਮਾਂ ਆਉਣ ਵਾਲੇ ਦਿਨਾਂ 'ਚ ਵੱਡੇ ਸਵਾਲ ਦੇ ਤੌਰ 'ਤੇ ਉੱਭਰ ਕੇ ਸਾਹਮਣੇ ਆਏਗਾ। ਪਰ ਇਹਨਾਂ ਮੁੱਦਿਆਂ 'ਤੇ ਬਹਿਸ ਦੇ ਵਿੱਚ ਮੇਰੇ ਨਾਲ ਚਰਚਾ ਜਿਹੜੇ ਮਹਿਮਾਨ ਸਾਡੇ ਨਾਲ ਜੁੜੇ ਹੈ ਉਹਨਾਂ ਦੀ ਜਾਣ ਪਹਿਚਾਣ ਕਰਾਉਣ ਤੋਂ ਪਹਿਲਾਂ ਇੱਕ ਸਵਾਲ ਮੈਂ ਇਹ ਵੀ ਛੱਡ ਕੇ ਜਾ ਰਿਹਾ ਕਿ ਕਾਂਗਰਸ ਦੇ ਅੰਦਰ ਇਸ ਵੇਲੇ ਮੌਜੂਦਾ ਪ੍ਰਸਥਿਤੀਆਂ ਜਿੱਥੇ ਇਹ ਚੁਣੌਤੀ ਹੈ, ਉੱਥੇ ਦੂਜੀ ਚੁਣੌਤੀ ਇਹ ਵੀ ਹੈ ਕਿ ਕਿੰਨੇ ਕੁ ਅਸ਼ਵਨੀ ਸੇਖੜੀ ਹੈ ਕਾਂਗਰਸ ਦੇ ਅੰਦਰ ਜਿਹੜੇ ਭਾਜਪਾ ਵੱਲ ਜਾਣ ਨੂੰ ਤਿਆਰ ਬੈਠੇ ਹੈ, ਕਿਉਂਕਿ ਪ੍ਰਧਾਨ ਸੁਨੀਲ ਜਾਖੜ ਕਾਂਗਰਸ ਨੂੰ ਅਲਵਿਦਾ ਆ ਕੇ ਗਏ ਹੈ। ਸਾਰਾ ਕੁਝ ਕੌਮੀ ਪੱਧਰ 'ਤੇ ਪੰਜਾਬ ਨਾਲ ਇੱਕ ਕੜੀ ਦੇ ਤੌਰ 'ਤੇ ਜੁੜਿਆ। ਆਓ ਆਪਾਂ ਮਹਿਮਾਨਾਂ ਦਾ ਸਵਾਗਤ ਕਰਦੇ ਹਾਂ। ਸਾਡੇ ਨਾਲ ਸੰਜੇ ਕਪੂਰ ਭਾਰਤੀ ਜਨਤਾ ਪਾਰਟੀ ਦੇ ਕੱਦਾਵਰ ਬੁਲਾਰੇ ਨੇ, ਸਾਡੇ ਨਾਲ ਜਸਵਿੰਦਰ ਸਿੰਘ ਸਿੱਖਾਂਵਾਲਾ ਜੀ ਕਾਂਗਰਸ ਪਾਰਟੀ ਦੇ ਕੱਦਾਵਰ ਬੁਲਾਰੇ, ਸਾਡੇ ਨਾਲ ਹਰਜੀਤ ਸਿੰਘ ਭੁੱਲਰ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਤੇ ਜਾਣੇ ਪਹਿਚਾਣੇ ਚਿਹਰੇ, ਸਾਡੇ ਨਾਲ ਅਗਲੇ ਮਹਿਮਾਨ ਬੂਟਾ ਸਿੰਘ ਬਰਾਗੀ ਰਾਜਸੀ ਵਿਸ਼ਲੇਸ਼ਕ, ਉਹ ਵੀ ਕੁਝ ਪਲਾਂ 'ਚ ਸਾਡੇ ਨਾਲ ਜੁਆਇਨ ਕਰ ਰਿਹਾ ਹੈ। ਸਾਰੇ ਮਹਿਮਾਨਾਂ ਨੂੰ ਆਪਾਂ ਤਹਿ ਦਿਲ ਤੋਂ ਜੀ ਆਖਦੇ ਹਾਂ, ਵੈਲਕਮ ਕਰਦੇ ਹਾਂ। ਸਿੱਖਾਂਵਾਲਾ ਜੀ, ਪਹਿਲਾ ਸਵਾਲ ਮੈਂ ਤੁਹਾਡੇ ਤੋਂ ਲੈਣ ਲੱਗਿਆ, ਬੰਦਾ ਵੀ ਤੁਹਾਡੇ ਤੋਂ ਹੈ। ਬੰਗਲੌਰ ਜਿਹੜੀ ਵਿਰੋਧੀ ਧਿਰਾਂ ਦੀ, ਜੋ ਮੇਰਾ ਕਹਿਣ ਤੋਂ ਮੁਰਾਦ ਹੈ ਭਾਜਪਾ ਦੇ ਖਿਲਾਫ ਜਿਹੜੀ ਮੀਟਿੰਗ ਹੋਈ ਹੈ, ਉਸ ਮੀਟਿੰਗ ਜੋ ਕੌਮੀ ਪੱਧਰ 'ਤੇ ਗੱਠਜੋੜ ਭਾਜਪਾ ਨੂੰ ਚੁਣੌਤੀ ਦਾ ਮਾਮਲਾ, ਬਹੁਤ ਸਾਰੇ ਮਾਮਲੇ ਆ ਜਿਹੜੇ ਆਉਣ ਵਾਲੇ ਦਿਨਾਂ 'ਚ ਮੰਥਨ ਦੀ ਵਜ੍ਹਾ ਬਣਨਗੇ। ਪਰ ਜੇ ਪੰਜਾਬ ਦੇ ਨਜ਼ਰੀਏ ਤੋਂ ਆਪਾਂ ਦੇਖਦੇ ਹਾਂ, ਕਾਂਗਰਸ ਤੇ ਆਪ ਦੀ ਨੇੜਤਾ ਇਹਨਾਂ ਮੁੱਦਿਆਂ ਨੂੰ ਲੈ ਕੇ ਪੰਜਾਬ 'ਚ ਕਿਹੋ ਜਿਹਾ ਰੰਗ ਲਿਆ ਸਕਦੀ ਹੈ? ਆਪਾਂ ਰਾਜਸੀ ਰੰਗ ਦੀ ਗੱਲ ਕਰਦੇ ਹਾਂ। ਦੇਖੋ ਜੀ ਸਿੱਧੂ ਸਾਹਿਬ, ਪਹਿਲਾਂ ਤਾਂ ਜਿਹੜੀ ਨਰਿੰਦਰ ਮੋਦੀ ਦੀ ਸਰਕਾਰ ਦੇ ਖਿਲਾਫ ਇਸ ਤੋਂ ਪਹਿਲਾਂ ਬਿਹਾਰ ਦੇ ਵਿੱਚ ਪਟਨਾ ਵਿਖੇ ਇੱਕ ਬਹੁਤ ਵੱਡੀ ਮੀਟਿੰਗ ਹੋਈ ਸੀ ਸਾਰੀਆਂ ਵਿਰੋਧੀ ਧਿਰਾਂ ਦੀ ਜੀ, ਔਰ ਉਸ ਤੋਂ ਬਾਅਦ ਉਸੇ ਲੜੀ ਦੇ ਤਹਿਤ ਜਿਹੜੀ ਅੱਜ ਬੰਗਲੌਰ ਦੇ ਵਿੱਚ ਉਸ ਤੋਂ ਜ਼ਿਆਦਾ ਕੋਈ 23-24 ਦੇ ਕਰੀਬ ਪਾਰਟੀਆਂ ਜਿਹੜੀਆਂ ਉਹ ਇਕੱਠੀਆਂ ਹੋਈਆਂ, ਕਿਉਂਕਿ ਅੱਜ ਸਭ ਤੋਂ ਵੱਡਾ ਜਿਹੜਾ ਖਤਰਾ ਹੈ ਉਹ ਸਾਡੇ ਸੰਵਿਧਾਨ ਨੂੰ ਖਤਰਾ ਹੈ, ਸਾਡੇ ਲੋਕਤੰਤਰ ਨੂੰ ਖਤਰਾ ਹੈ। ਮੋਦੀ ਸਾਹਿਬ ਦੇ ਜਿਹੜੇ ਮੋਦੀ ਸਾਹਿਬ ਸਰਕਾਰ ਦੇ ਕੰਮ ਹੈ ਉਹ ਸਾਰੇ ਦੇ ਸਾਰੇ, ਚਾਹੇ ਇਹਨਾਂ ਨੇ ਸਿਟੀਜ਼ਨ ਅਮੈਂਡਮੈਂਟ ਐਕਟ ਲੈ ਕੇ ਆਂਦਾ, NCR ਲੈ ਕੇ ਆਂਦਾ, ਜਾਂ ਹੋਰ ਆਹ ਹੁਣ UCC ਦੀ ਗੱਲ ਚੱਲਦੀ ਹੈ, ਉਹ ਸਾਰੀਆਂ ਗੱਲਾਂ ਸੰਵਿਧਾਨ ਦੇ ਉਲਟ ਜਾ ਕੇ, ਸਾਡੀ ਧਰਮ ਨਿਰਪੱਖਤਾ ਦੇ ਉਲਟ ਜਾ ਕੇ, ਜਿਹੜਾ ਇੱਕ ਗੁਲਦਸਤਾ ਅਸੀਂ ਬਣਾਇਆ ਸੀ ਸਾਡੇ ਦੇਸ਼ ਨੂੰ ਇਕੱਠਾ ਰੱਖਣ ਵਾਸਤੇ, ਸਾਰੀਆਂ ਭਾਸ਼ਾਵਾਂ ਨੂੰ ਇਕੱਠੇ ਰੱਖਣ ਵਾਸਤੇ, ਸਾਰੇ ਧਰਮਾਂ ਨੂੰ ਇਕੱਠੇ ਰੱਖਣ ਵਾਸਤੇ, ਉਹਦੇ ਤੇ ਬਾਰ-ਬਾਰ ਸੱਟ ਮਾਰੀ ਜਾ ਰਹੀ ਹੈ। ਔਰ ਜਿਹੜਾ ਅਸੀਂ ਪਹਿਲਾਂ ਕਹਿੰਦੇ ਹੁੰਦੇ ਸੀ ਕਿ ਦੇਸ਼ ਭਗਤ
ਵੀ ਗਾਂਧੀ ਦਾ ਸਾਨੂੰ ਦੇਸ਼ ਚਾਹੀਦਾ ਹੈ ਕਿ ਗੌਡਸੇ ਦਾ ਦੇਸ਼ ਚਾਹੀਦਾ ਹੈ। ਤੇ ਨਰਿੰਦਰ ਮੋਦੀ ਉਹਨੂੰ ਗੌਡਸੇ ਦਾ ਦੇਸ਼ ਬਣਾਉਣ ਵਾਲੇ ਪਾਸੇ ਜਾ ਰਿਹਾ ਸੀ। ਇਸ ਕਰਕੇ ਜਿਹੜੀਆਂ ਸਾਰੀਆਂ ਲੋਕਤੰਤਰ ਦਾ ਸਤਿਕਾਰ ਕਰਨ ਵਾਲੀਆਂ ਪਾਰਟੀਆਂ ਉਹ ਇਕੱਠੀਆਂ ਹੋ ਕੇ ਉਹਨਾਂ ਨੇ ਇੱਕ ਫੈਸਲਾ ਲਿਆ ਕਿ ਅਸੀਂ ਜਿਹੜੇ ਨਰਿੰਦਰ ਮੋਦੀ ਦੀ ਇੱਥੋਂ ਸਰਕਾਰ ਨੂੰ ਅਖਾੜ ਕੇ ਫੇਰ ਦਮ ਲਵਾਂਗੇ। ਕਿਉਂਕਿ ਜਦੋਂ ਲੋਕ ਇਕੱਠੇ ਹੋ ਗਏ ਸੀ ਉਦੋਂ ਤਾਂ ਐਡੀ ਵੱਡੀ ਬ੍ਰਿਟਿਸ਼ ਗਵਰਨਮੈਂਟ ਸੀ ਜਿਨ੍ਹਾਂ ਦਾ ਕਹਿੰਦੇ ਸੀ ਵੀ ਅੰਗਰੇਜ਼ਾਂ ਦਾ ਰਾਜ ਦੇ ਵਿੱਚ ਸੂਰਜ ਨਹੀਂ ਛਿਪਦਾ, ਤੇ ਅਸੀਂ ਉਹਨਾਂ ਨੂੰ ਵੀ ਭਜਾ ਲਿਆ ਸੀ। ਨਾਲੇ ਉਹ ਵਿਦੇਸ਼ੀ ਸ਼ਕਤੀ ਸੀ, ਸਾਡੇ ਤੇ ਗੋਲੀਆਂ ਵੀ ਚਲਾਉਂਦੇ ਸੀ, ਤੋਪਾਂ ਦੀਆਂ ਵੀ ਗੋਲੀਆਂ ਚਲਾਉਂਦੇ ਸੀ, ਤੋਪਾਂ ਤੇ ਬਾਰਿਸ਼ ਕਰਦੇ ਸੀ। ਸੋ ਇਹ ਸਾਰੀਆਂ ਗੱਲਾਂ ਅੱਜ ਅਸੀਂ ਇਕੱਠੇ ਹੋ ਕੇ ਸਾਰੀਆਂ ਪਾਰਟੀਆਂ ਨੇ ਇੱਕ ਐਲਾਨ ਕੀਤਾ ਹੈ। ਦੂਜੀ ਗੱਲ ਜਿਹੜੀ ਤੁਸੀਂ ਕੀਤੀ ਹੈ ਦਿੱਲੀ ਵਾਲੀ, ਦਿੱਲੀ ਦਾ ਜਿਹੜਾ ਆਰਡੀਨੈਂਸ ਹੈ, ਦਿੱਲੀ ਵਾਲਾ ਆਰਡੀਨੈਂਸ ਹੈ, ਉਹਦੇ 'ਚ ਕਾਂਗਰਸ ਪਾਰਟੀ ਦਾ ਜਿਹੜਾ ਪੱਖ ਹੈ ਉਹ ਸੰਵਿਧਾਨ ਦੇ ਹੱਕ ਵਿੱਚ ਹੈ। ਕਾਂਗਰਸ ਪਾਰਟੀ ਅੱਜ ਸੰਵਿਧਾਨ ਦੇ ਹੱਕ ਵਿੱਚ ਖੜੀ ਹੈ ਕਿਉਂਕਿ ਨਰਿੰਦਰ ਮੋਦੀ ਦੀ ਸਰਕਾਰ ਨੇ ਸੰਵਿਧਾਨ ਦੇ ਖਿਲਾਫ ਜਾ ਕੇ ਇੱਕ ਆਰਡੀਨੈਂਸ ਲੈ ਕੇ ਆਂਦਾ ਸੀ, ਨਾ ਕਿ ਅਸੀਂ ਕਿਸੇ ਪਾਰਟੀ ਵਿਸ਼ੇਸ਼ ਦੇ ਹੱਕ ਦੇ ਵਿੱਚ ਖੜੇ ਹਾਂ। ਇਹ ਗੱਲ ਸਪਸ਼ਟ ਕਰਨ ਵਾਲੀ ਹੈ। ਅਸੀਂ ਬੇਸ਼ੱਕ ਸਾਡਾ ਆਪਣਾ ਇੱਕ ਵੱਖਰਾ, ਕਿਉਂਕਿ ਅਸੀਂ ਤਾਂ 1885 ਤੋਂ ਚੱਲਣ ਵਾਲੀ ਪਾਰਟੀ ਹੈ। ਜੇ ਅੱਜ ਆਮ ਆਦਮੀ ਪਾਰਟੀ ਕਹਿੰਦੀ ਹੈ ਵੀ ਸਾਡੀ ਸਪੋਰਟ ਕਰਤੀ ਉਹਨਾਂ ਨੇ, ਬਿਲਕੁਲ ਕਿਸੇ ਦੀ ਸਪੋਰਟ ਨਹੀਂ। ਉਹ ਤਾਂ 2012 ਦੇ ਵਿੱਚ ਆਏ ਆ, ਇਹ ਤਾਂ ਹਲੇ 10 ਸਾਲ ਪੁਰਾਣੀ ਪਾਰਟੀ ਹੈ। ਅਸੀਂ 137-38 ਸਾਲ ਪੁਰਾਣੀ ਪਾਰਟੀ ਹੈ। ਸੋ ਅਸੀਂ ਜਿਹੜਾ ਸਾਡਾ ਨਜ਼ਰੀਆ ਹੈ ਉਹ ਇਹ ਹੈ ਕਿ ਕਾਂਗਰਸ ਪਾਰਟੀ ਨੇ ਜਿਹੜਾ ਮੌਜੂਦਾ ਲੋਕਤੰਤਰ ਹੈ ਉਹ ਕਾਂਗਰਸ ਪਾਰਟੀ ਨੇ ਬਣਾਇਆ ਤੇ ਕਾਂਗਰਸ ਪਾਰਟੀ ਨੇ ਚਲਾਇਆ ਤੇ ਕਾਂਗਰਸ ਪਾਰਟੀ ਨੇ ਬਚਾਇਆ। ਇਹ ਤਿੰਨਾਂ ਗੱਲਾਂ ਵਾਸਤੇ ਕਾਂਗਰਸ ਪਾਰਟੀ ਦੇ ਨੇਤਾਵਾਂ ਨੇ ਬੇਹੱਦ ਕੁਰਬਾਨੀਆਂ ਕੀਤੀਆਂ। ਪਹਿਲਾਂ ਇਸ ਸੰਵਿਧਾਨ ਨੂੰ ਬਣਾਉਣ ਵਾਸਤੇ, ਆਜ਼ਾਦੀ ਲੈਣ ਵਾਸਤੇ, ਉਹਦੇ ਵਾਸਤੇ ਕਾਂਗਰਸ ਪਾਰਟੀ ਨੇ ਕੁਰਬਾਨੀਆਂ ਕੀਤੀਆਂ। ਫਿਰ ਉਹ ਇਸ ਸੰਵਿਧਾਨ ਨੂੰ ਚਲਾਉਣ ਵਾਸਤੇ ਕਾਂਗਰਸ ਪਾਰਟੀ ਦੇ ਨੇਤਾਵਾਂ ਨੇ ਕੁਰਬਾਨੀਆਂ ਦਿੱਤੀਆਂ, ਤੇ ਫਿਰ ਬਚਾਉਣ ਵਾਸਤੇ, ਕਿਉਂਕਿ ਬਹੁਤ ਸਾਰੀਆਂ ਵਿਦੇਸ਼ੀ ਤਾਕਤਾਂ ਵੀ ਤੇ ਅੰਦਰੋਂ ਵੀ ਬਹੁਤ ਵਾਰ ਇਹ ਸਾਡੇ ਲੋਕਤੰਤਰ ਤੇ ਹਮਲੇ ਹੋਏ ਆ। ਉਹਨੂੰ ਬਚਾਉਣ ਵਾਸਤੇ ਕਾਂਗਰਸ ਨੇ ਹਮੇਸ਼ਾ ਕੁਰਬਾਨੀ ਕੀਤੀ ਹੈ। ਲੋਕਤੰਤਰ ਦੇ ਹਮਲੇ ਦੀ ਗੱਲ ਬਿਲਕੁਲ ਤੁਸੀਂ ਵਜ੍ਹਾ ਫਰਮਾਈ ਹੈਗੀ ਹੈ। ਇੱਕ ਹੋਰ ਸਵਾਲ ਮੈਂ ਬਾਕੀ ਮਹਿਮਾਨਾਂ ਵਾਲੇ ਵੀ ਜਾਣ ਤੋਂ ਪਹਿਲਾਂ ਬਣਦਾ ਹੀ ਹੈ। ਸਵਾਲ ਇਹ ਕਿ ਜਿਸ ਤਰ੍ਹਾਂ ਕੌਮੀ ਨਜ਼ਰੀਏ ਤੋਂ ਤੁਸੀਂ ਕਹਿੰਦੇ ਹੋ ਕਿ ਦੇਸ਼ ਦੀ ਲੋਕਤੰਤਰਤਾ ਦੇ ਲਈ, ਲੋਕਤੰਤਰ ਬਚਾਉਣ ਦੇ ਲਈ ਇਹ ਇੱਕ ਦੂਜੇ ਦੇ ਨੇੜਤਾ ਬਣੀ ਹੈ, ਕੋਈ ਕਿਸੇ ਵਿਸ਼ੇਸ਼ ਪਾਰਟੀ ਨਾਲ ਨਹੀਂ ਹੈ। ਪਰ ਜਦੋਂ ਨੇੜਤਾ ਆਉਂਦੀ ਹੈ ਤਾਂ ਹੁਣ ਪੰਜਾਬ ਦੇ ਵਿੱਚ ਕੀ ਇਹ ਨੇੜਤਾ ਦਾ ਕੋਈ ਲੈਣ ਦੇਣ ਹੋਏਗਾ ਕਿ ਜਾਂ ਪੰਜਾਬ 'ਚ ਨੇੜਤਾ ਨਾਲ ਇਸ ਦਾ ਕੋਈ ਲੈਣ ਦੇਣ ਨਹੀਂ ਹੈ? ਬਿਲਕੁਲ ਨਹੀਂ ਜੀ, ਬਿਲਕੁਲ ਨਹੀਂ। ਕਿਉਂਕਿ ਜਿਹੜਾ ਕਾਂਗਰਸ ਪਾਰਟੀ ਦਾ ਜਿਹੜਾ ਚਰਿੱਤਰ ਹਰਨ ਕਰਨ ਲੱਗੀ ਆ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ, ਸਾਡੇ ਨੇਤਾਵਾਂ ਨੂੰ ਚੋਰ ਕਹਿ ਕੇ ਬਿਨਾਂ ਗੱਲ ਤੋਂ, ਬਿਨਾਂ ਸਬੂਤਾਂ ਤੋਂ ਇਹ ਫੜ ਕੇ ਵਿਜੀਲੈਂਸ ਦੇ ਰਾਹੀਂ ਉਹਨਾਂ ਦਾ ਜਿਹੜਾ ਕਿਰਦਾਰਕੁਸ਼ੀ ਕਰ ਰਹੀ ਹੈ, ਇਹ ਸਾਰੇ ਲੋਕਾਂ ਦੇ ਸਾਹਮਣੇ ਹੈ। ਅਸੀਂ ਬਿਲਕੁਲ, ਮੈਂ ਪਹਿਲਾਂ ਵੀ ਗੱਲ ਸਪਸ਼ਟ ਕੀਤੀ ਹੈ, ਅਸੀਂ ਦਿੱਲੀ ਦੇ ਆਰਡੀਨੈਂਸ ਦਾ ਜੇ ਵਿਰੋਧ ਕੀਤਾ ਹੈ ਤਾਂ ਉਹ ਲੋਕਤੰਤਰ ਦੇ ਹੱਕ ਵਿੱਚ ਖੜ ਕੇ ਉਸ ਆਰਡੀਨੈਂਸ ਦਾ ਵਿਰੋਧ ਕੀਤਾ ਹੈ, ਨਾ ਕਿ ਅਸੀਂ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਖੜ ਕੇ ਵਿਰੋਧ ਕੀਤਾ ਹੈ। ਜੀ, ਤੁਹਾਡਾ ਵੀ ਸਮਝਣ ਵਾਲੀ ਗੱਲ ਹੈ ਜੀ। ਕਪੂਰ ਸਾਹਿਬ, ਇਸ ਨਜ਼ਰੀਏ ਤੋਂ ਤੁਸੀਂ ਕਿਵੇਂ ਦੇਖਦੇ ਹੋ ਕਿ ਕੌਮੀ ਪੱਧਰ ਤੇ ਬੰਗਲੌਰ ਦੇ 24 ਵਿਰੋਧੀ ਧਿਰਾਂ ਦੀ ਭਾਜਪਾ ਦੇ ਖਿਲਾਫ ਮੀਟਿੰਗ, ਏਜੰਡਾ ਇੱਕੋ ਹੀ ਹੈ ਕਿ ਕਿਸ ਤਰੀਕੇ ਨਾਲ 24 ਦੀਆਂ ਜਿਹੜੀਆਂ ਪਾਰਲੀਮੈਂਟ ਦੀਆਂ ਚੋਣਾਂ ਆ ਰਹੀਆਂ ਉਹਦੇ 'ਚ ਭਾਜਪਾ ਦਾ ਰੱਥ ਕਿਵੇਂ ਰੋਕਿਆ ਜਾਵੇ, ਤੇ ਪੰਜਾਬ 'ਚ ਉਸ ਰੱਥ ਨੂੰ ਰੋਕਣ ਦੇ ਲਈ ਕੀ ਨਜ਼ਰੀਆ, ਕਿਹੋ ਜਿਹੀ ਰਾਜਨੀਤੀ ਹੋ ਸਕਦੀ ਹੈ? ਕਿਵੇਂ ਦੇਖਦੇ ਹੋ ਇਸ ਸਾਰੇ ਸਵਾਲ ਨੂੰ ਕਪੂਰ ਸਾਹਿਬ? ਸਿੱਧੂ ਸਾਹਿਬ, ਐਸਾ ਹੈਗਾ ਵਾ ਕਿ ਲੋਕਤੰਤਰ ਬਚਾਉਣ ਦੀ ਗੱਲ ਕਾਂਗਰਸ ਪਾਰਟੀ ਨੂੰ ਤੇ ਬਿਲਕੁਲ ਵੀ ਨਹੀਂ ਕਰਨੀ ਚਾਹੀਦੀ। ਜਿਸ ਪਾਰਟੀ ਨੇ ਦੇਸ਼ ਦੇ ਵਿੱਚ ਐਮਰਜੈਂਸੀ ਲਗਾਈ ਔਰ ਉਸ ਐਮਰਜੈਂਸੀ ਦੇ ਪੀਰੀਅਡ ਦੇ ਦੌਰਾਨ ਕੋਈ ਕੋਰਟ ਦੇ ਵਿੱਚ ਵੀ ਨਹੀਂ ਸੀ ਜਾ ਸਕਦਾ, ਓਪੋਜੀਸ਼ਨ ਦੇ ਵੱਡੇ ਲੀਡਰ ਚੁੱਕ ਕੇ ਅੰਦਰ ਦੇ ਦਿੱਤੇ, ਕੋਈ ਸੁਣਵਾਈ ਦੇਸ਼ ਦੇ ਵਿੱਚ ਨਹੀਂ ਸੀਗੀ। ਅੱਜ ਉਹ ਪਾਰਟੀ ਲੋਕਤੰਤਰ ਬਚਾਉਣ ਦੀ ਗੱਲ ਕਰਦੀ ਪਈ ਹੈ ਤੇ ਆਪਣੇ ਆਪ 'ਚ ਬੜੀ ਇੱਕ ਹਾਸੇ ਦਾ ਵਿਸ਼ੇ ਬਣ ਜਾਂਦਾ ਹੈਗਾ ਜੀ। ਦੂਸਰੀ ਗੱਲ ਹੈ ਕਿ ਇਹ ਪਾਰਟੀਆਂ ਸਾਰੀਆਂ ਇਕੱਠੀਆਂ ਹੁੰਦੀਆਂ ਪਈਆਂ ਵਾ ਨਾ, ਉਹਦਾ ਕਾਰਨ ਹੈਗਾ ਵਾ ਅੱਜ ਇਹਨਾਂ ਦੇ ਲੀਡਰ ਕਿਤੇ ਨਾ ਕਿਤੇ ਕਰਪਸ਼ਨ ਦੇ ਮਾਮਲੇ ਦੇ ਵਿੱਚ ਜਾਂ ਦੂਜੀ ਚੀਜ਼ਾਂ ਦੇ ਵਿੱਚ ਇਨਵੋਲਵ ਹੋ ਗਏ ਹੈ ਔਰ ਸੈਂਟਰਲ ਗਵਰਨਮੈਂਟ ਏਜੰਸੀਆਂ ਅੱਜ ਇਹਨਾਂ ਨੂੰ ਹੱਥ ਪਾਉਂਦੀਆਂ ਪਈਆਂ, ਕਿਉਂਕਿ ਕਿਸੇ ਟਾਈਮ ਇਹਨਾਂ ਨੂੰ ਲੱਗਦਾ ਪਿਆ ਸੀ ਕਿ ਸਾਨੂੰ ਤੇ ਆਪਾਂ ਐਡੇ ਵੱਡੇ ਹੋ ਚੁੱਕੇ ਹੈਗੇ ਆ, ਸਾਨੂੰ ਤੇ ਕੋਈ ਕਹਿ ਨਹੀਂ ਸਕਦਾ ਕੁਝ, ਸਾਨੂੰ ਕੋਈ ਹੱਥ ਨਹੀਂ ਪਾ ਸਕਦਾ। ਅੱਜ ਬੀਜੇਪੀ ਦੀ ਸਰਕਾਰ ਨੇ, ਐਨਡੀਏ ਦੀ ਸਰਕਾਰ ਨੇ, ਜੋ ਨਰਿੰਦਰ ਮੋਦੀ ਜੀ ਲੀਡ ਕਰਦੇ ਪਏ ਹੈ, ਉਹਨਾਂ ਨੇ ਵੱਡੇ ਤੋਂ ਵੱਡੇ ਬੰਦੇ ਨੂੰ ਵੀ ਹੱਥ ਪਾਇਆ ਜੇ ਉਹਨੇ ਗਲਤ ਕੀਤਾ ਹੈਗਾ। ਅੱਜ ਇੱਕ ਡਰ ਇਹ ਓਪੋਜੀਸ਼ਨ ਲੀਡਰਾਂ ਦੇ ਮਨ ਦੇ ਵਿੱਚ ਇਕੱਠਾ ਹੋ ਚੁੱਕਾ ਹੈ ਕਿ ਉਹ ਨਰਿੰਦਰ ਮੋਦੀ ਜੀ ਜਿਸ ਤਰੀਕੇ ਆਪਣੇ ਏਜੰਡੇ ਨੂੰ ਅੱਗੇ ਵਧਾਉਂਦੇ ਪਏ ਹੈਗੇ ਹੈ ਔਰ ਜਿਸ ਤਰੀਕੇ ਭ੍ਰਿਸ਼ਟਾਚਾਰ ਦੇ ਖਿਲਾਫ, ਭ੍ਰਿਸ਼ਟਾਚਾਰ ਦੇ ਖਿਲਾਫ ਉਹਨਾਂ ਨੇ ਇੱਕ ਮੁਹਿੰਮ ਛੇੜੀ ਹੋਈ ਹੈ
ਕਿਤੇ ਸਾਰੇ ਲੀਡਰ ਅੰਦਰ ਨਾ ਚਲੇ ਜਾਣ। ਆਪਣੇ ਇਕੱਠਾ ਹੋਣਾ ਕੋਈ ਲੋਕਤੰਤਰ ਬਚਾਉਣ ਦੀ ਵਾਸਤੇ ਨਹੀਂ ਹੈਗਾ, ਇਹ ਆਪਣੇ ਆਪ ਨੂੰ ਬਚਾਉਣ ਵਾਸਤੇ ਕੀਤਾ ਜਾ ਰਿਹਾ ਹੈ। ਇਹ ਸਵਾਲ ਲੈ ਲਓ ਸਿੱਧੂ ਸਾਹਿਬ। ਐਗਜ਼ੈਕਟਲੀ। ਵਿਰੋਧੀ ਧਿਰਾਂ ਇਹ ਕਹਿ ਰਹੀਆਂ, ਜਿੱਦਾਂ ਤੁਸੀਂ ਕਹਿ ਰਹੇ ਕਿ ਭ੍ਰਿਸ਼ਟਾਚਾਰ ਦੇ ਮੁੱਦੇ ਤੇ ਡਰਦੇ ਜਿਹੜੇ ਹੈਗੇ ਇਕੱਠੇ ਹੋ ਰਹੇ ਆ, ਵਿਰੋਧੀ ਧਿਰਾਂ ਆਖ ਰਹੀਆਂ ਕਿ ਮੋਦੀ ਜਿਹੜਾ ਹੈਗਾ ਵਿਰੋਧੀ ਧਿਰਾਂ ਨੂੰ ਡਰਾ ਰਿਹਾ, ਭ੍ਰਿਸ਼ਟਾਚਾਰ ਦਾ ਮਾਮਲਾ ਨਹੀਂ। ਉਹ ਕਹਿੰਦੇ ਲੋਕਤੰਤਰ ਨੂੰ ਇਸ ਕਰਕੇ ਖਤਰਾ ਹੈ ਕਿਉਂਕਿ ਵਿਰੋਧੀ ਧਿਰਾਂ ਦੇ ਲਈ ਕਈ ਤਰ੍ਹਾਂ ਦੇ ਹੀਲੇ ਹਰਬੇ ਉਹਨਾਂ ਨੂੰ ਦਿਵਾਉਣ ਦੇ ਲਈ ਮੋਦੀ ਸਰਕਾਰ ਜਾਂ ਕੇਂਦਰ ਵੱਲੋਂ ਵਰਤੇ ਜਾ ਰਹੇ ਆ। ਇਸ ਕਰਕੇ ਕਹਿੰਦੇ ਇਕੱਠੇ ਹੋ ਕੇ ਮੁਕਾਬਲਾ ਕੀਤਾ ਜਾ ਸਕਦਾ ਹੈ। ਤੁਸੀਂ ਇੱਕ ਗੱਲ ਨੂੰ ਨੋਟ ਕਰੋ ਸਿੱਧੂ ਸਾਹਿਬ ਕਿ ਜਿਹੜੇ ਵੀ ਲੀਡਰਸ ਨੂੰ ਹੱਥ ਪਾਇਆ ਗਿਆ ਹੈਗਾ ਵਾ, ਉਹ ਕਿਤੇ ਨਾ ਕਿਤੇ ਕਿਸੇ ਨਾ ਕਿਤੇ ਉਹਨਾਂ ਦੀ ਇਨਵੋਲਵਮੈਂਟ ਸੀ। ਜੇ ਰਾਹੁਲ ਗਾਂਧੀ ਜੀ ਨੂੰ ਨੋਟਿਸ ਦਿੱਤੇ ਗਏ ਨੈਸ਼ਨਲ ਹੈਰਾਲਡ ਦੇ ਕੇਸ ਦੇ ਵਿੱਚ, ਤੇ ਇੱਕ ਬੜੀ ਵੱਡੀ ਪ੍ਰਾਪਰਟੀ ਦੀ ਜਿਹੜੀ ਹੈ ਨਾ ਨੈਸ਼ਨਲ ਹੈਰਾਲਡ ਤੋਂ ਟ੍ਰਾਂਸਫਰ ਕੀਤੀ ਗਈ, ਉਹਦਾ ਸਾਰਾ ਕੇਸ ਸੁਪਰੀਮ ਕੋਰਟ ਦੇ ਵਿੱਚ ਹੈਗਾ ਵਾ। ਜੇ ਲਾਲੂ ਪ੍ਰਸਾਦ ਯਾਦਵ ਜੀ ਨੂੰ ਕੀਤਾ ਗਿਆ ਤੇ ਉਹਨਾਂ ਤੇ ਰੇਲਵੇ ਘੋਟਾਲੇ ਦੇ ਬੜੇ ਸੰਗੀਨ ਆਰੋਪ ਹੈਗੇ ਸੀ ਕਿ ਬਈ ਉਹਨਾਂ ਨੇ ਨੌਕਰੀਆਂ ਦੇਣ ਦੇ ਬਦਲੇ ਜਾ ਕੇ ਲੋਕਾਂ ਕੋਲੋਂ ਜ਼ਮੀਨਾਂ ਜਾਇਦਾਦਾਂ ਲਿੱਤੀਆਂ। ਸੋ ਜਿਹੜੇ ਵੀ ਲੀਡਰ ਬੇਸਿਕਲੀ ਓਪੋਜੀਸ਼ਨ ਦੇ ਵਿੱਚ ਅੱਜ ਇੱਕ ਦੂਜੇ ਨਾਲ ਹੱਥ ਮਿਲਾਉਣ ਦੇ, ਉਹ ਕਿਤੇ ਨਾ ਕਿਤੇ ਦਲਦਲ ਜਿਹੜੀ ਭ੍ਰਿਸ਼ਟਾਚਾਰ ਦੀ ਦਲਦਲ ਹੈ ਨਾ ਉਹਦੇ ਵਿੱਚ ਫਸੇ ਹੋਏ ਹੈ ਔਰ ਆਪਣੀ ਸਕਿਨ ਨੂੰ ਸੇਵ ਕਰਨਾ ਚਾਹੁੰਦੇ ਹੈ ਔਰ ਉਹਨਾਂ ਦੇ ਮਨ 'ਚ ਡਰ ਹੈ। ਬਿਲਕੁਲ ਮੈਂ ਤੁਹਾਨੂੰ ਸਪਸ਼ਟ ਕਹਿ ਰਿਹਾ ਕਿ ਨਰਿੰਦਰ ਮੋਦੀ ਜੀ ਵਰਗਾ ਲੀਡਰ ਉਹਨਾਂ ਨੂੰ ਕਦੀ ਨਹੀਂ ਬਖਸ਼ੇਗਾ ਔਰ ਇਹ ਡਰ ਜਿਹੜਾ ਹੈਗਾ ਮੈਂ ਇਹਨਾਂ ਨੂੰ ਇਕੱਠੇ ਹੋਣ ਤੇ ਮਜਬੂਰ ਕਰਦਾ ਪਿਆ। ਔਰ ਦੂਸਰੀ ਮਹੱਤਵਪੂਰਨ ਗੱਲ ਮੈਂ ਤੁਹਾਨੂੰ ਦੱਸ ਦਿੰਦਾ ਵਾਂ, ਪੰਜਾਬ ਦੇ ਵਿੱਚ ਮੈਂ ਤੇ ਸੋਚਦਾ ਪਿਆ ਕਿ ਕਾਂਗਰਸ ਦੀ ਹਾਲਤ ਕੀ ਹੋ ਗਈ ਹੈ। ਤੁਹਾਨੂੰ ਯਾਦ ਹੋਏਗਾ ਅੱਜ 1.5 ਮਹੀਨਾ ਪਹਿਲੇ ਕਾਂਗਰਸ ਦੇ ਜਿਹੜੇ ਪੰਜਾਬ ਦੇ ਸਾਰੇ ਲੀਡਰਸ ਨੂੰ ਦਿੱਲੀ ਬੁਲਾਇਆ ਗਿਆ ਸੀ ਇਸ ਮੁੱਦੇ ਤੇ ਉਹਨਾਂ ਦਾ ਓਪੀਨੀਅਨ ਲੈਣ ਲਈ ਕਿ ਸਾਨੂੰ ਸਪੋਰਟ ਕਰਨੀ ਚਾਹੀਦੀ ਹੈ ਆਮ ਆਦਮੀ ਪਾਰਟੀ ਦੀ, ਜਿਹੜਾ ਕਿ ਆਰਡੀਨੈਂਸ ਆਇਆ ਹੈਗਾ ਵੈ ਤੇ ਪੰਜਾਬ ਦੇ ਸਾਰੇ ਲੀਡਰਾਂ ਨੇ ਇਹਦੇ ਅਗੇਂਸਟ ਓਪੀਨੀਅਨ ਦਿੱਤਾ ਸੀ। ਅੱਜ ਕਾਂਗਰਸ ਦੀ ਮਜਬੂਰੀ ਦੇਖੋ ਕਿੰਨੀ ਜ਼ਬਰਦਸਤ ਹੋ ਗਈ ਹੈ ਕਿ ਉਹਨਾਂ ਨੂੰ ਬੇਸਿਕਲੀ ਫਿਰ ਆਮ ਆਦਮੀ ਪਾਰਟੀ ਦੇ ਆਰਡੀਨੈਂਸ ਦੇ ਮੁੱਦੇ ਤੇ ਸਪੋਰਟ ਕਰਨੀ ਪੈ ਰਹੀ ਹੈ ਔਰ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਇਹਨਾਂ ਦੇ ਸਾਰੇ ਲੀਡਰਾਂ ਨੂੰ ਫੜ ਕੇ ਅੰਦਰ ਦੇ ਰਹੀ ਹੈ। ਇਹਨਾਂ ਦੇ ਡਿਪਟੀ ਸੀਐਮ ਨੂੰ ਅੰਦਰ ਦੇ ਦਿੱਤਾ ਓਪੀ ਸੋਨੀ ਜੀ ਨੂੰ। ਹੁਣ ਪੰਜਾਬ ਦੇ ਕਿਵੇਂ ਵਿਰੋਧ ਕਰਨਗੇ ਆਮ ਆਦਮੀ ਪਾਰਟੀ ਦਾ ਪੰਜਾਬ ਦੇ ਵਿੱਚ? ਕਪੂਰ ਸਾਹਿਬ ਬਿਲਕੁਲ ਤੁਹਾਡਾ ਵਿਊ ਪੁਆਇੰਟ ਆ ਗਿਆ, ਪਰ ਜਦੋਂ ਪੋਲਿਟਿਕਸ ਪੰਜਾਬ ਦੇ ਵਿੱਚ ਕਾਂਗਰਸ ਬਿਲਕੁਲ ਖਤਮ ਹੋਣ ਦੇ ਕਗਾਰ ਤੇ ਆ ਜਾਏਗੀ ਜਿਸ ਦਿਨ ਇਹ ਡਿਸੀਜਨ ਇੰਪਲੀਮੈਂਟ ਹੋ ਜਾਏਗਾ। ਜੀ ਕਪੂਰ ਸਾਹਿਬ ਬਿਲਕੁਲ ਜਿੱਦਾਂ ਆਪਾਂ ਗੱਲ ਕਰ ਰਹੇ ਹਾਂ, ਪਰ ਪਾਰਲੀਮੈਂਟ ਚੋਣਾਂ ਦੇ ਮੱਦੇਨਜ਼ਰ ਜਿੱਦਾਂ ਦੂਜੀਆਂ ਵਿਰੋਧੀ ਤਰ੍ਹਾਂ ਭਾਜਪਾ ਦੇ ਖਿਲਾਫ, ਇਸ ਤਰ੍ਹਾਂ ਭਾਜਪਾ ਦਾ ਜਿਹੜਾ ਗੱਠਜੋੜ ਹੈਗਾ ਉਹਦੇ ਜਿਹੜੇ ਹਮਾਇਤੀ ਐਨਡੀਏ ਦੇ ਉਹਨਾਂ ਵੱਲੋਂ ਵੀ ਤਾਂ ਮੀਟਿੰਗ ਬੁਲਾਈ ਗਈ ਹੈ। ਉਹ ਕਹਿੰਦੇ ਜੇ ਉਹਨੂੰ ਮੀਟਿੰਗ ਕਰ ਸਕਦੇ ਤਾਂ ਅਸੀਂ ਵੀ ਮੀਟਿੰਗ ਕਰਦੇ ਹਾਂ। ਤੁਸੀਂ ਵੀ ਤਾਂ ਆਪਣੇ ਹਮਾਇਤੀਆਂ ਦੀ ਮੀਟਿੰਗ ਦਾ ਸੱਦਾ ਦਿੱਤਾ ਵਾ ਨਾ ਭਾਜਪਾ ਵੱਲੋਂ। ਦੇਖੋ ਸੈਂਟਰ ਦੇ ਵਿੱਚ ਐਨਡੀਏ ਦੀ ਸਰਕਾਰ ਹੈ ਔਰ ਐਨਡੀਏ ਦੀ ਇੱਕ ਰੈਗੂਲਰ ਮੀਟਿੰਗ ਹੁੰਦੀਆਂ ਰਹਿੰਦੀਆਂ ਸੀ। ਪਿਛਲੇ ਕੁਝ ਸਮੇਂ ਤੋਂ ਐਨਡੀਏ ਦੀ ਮੀਟਿੰਗ ਨਹੀਂ ਹੋ ਪਾਈਆਂ। ਉਸ ਪਰੰਪਰਾ ਨੂੰ ਦੁਬਾਰਾ ਰਿਵਾਈਵ ਕਰਨ ਲਈ ਉਹ ਮੀਟਿੰਗਸ ਕਾਲ ਕੀਤੀਆਂ ਗਈਆਂ ਹੈਗੀਆਂ। ਸੋ ਇਹਦੇ 'ਚ ਕੋਈ ਬੁਰਾਈ ਨਹੀਂ ਹੈ। ਐਨਡੀਏ ਦੀ ਪਹਿਲੇ ਵੀ ਜਦੋਂ ਬਾਦਲ ਸਾਹਿਬ ਵੀ ਬੇਸਿਕਲੀ ਜਦੋਂ ਐਨਡੀਏ ਦੇ ਮੈਂਬਰ ਹੈਗੇ ਸੀ, ਪ੍ਰਕਾਸ਼ ਸਿੰਘ ਬਾਦਲ ਜੀ ਜਦੋਂ ਚੇਅਰਮੈਨ ਰਹੇ ਉਹ ਐਨਡੀਏ ਦੇ, ਸੋ ਇੱਕ ਐਨਡੀਏ ਦੀ ਮੀਟਿੰਗ ਕਾਲ ਕਰਨਾ ਗੱਲ ਲੰਬੀ ਹੋ ਜਾਂਦੀ ਹੈ। ਪਰ ਹੁਣ ਉਸੇ ਅਕਾਲੀ ਦਲ ਨੂੰ ਸੱਦਾ ਪੱਤਰ ਨਹੀਂ ਦਿੱਤਾ ਗਿਆ, ਉਸੇ ਅਕਾਲੀ ਦਲ ਨੂੰ ਉਸ ਐਨਡੀਏ ਦੀ ਮੀਟਿੰਗ ਲਈ ਨਹੀਂ ਬੁਲਾਇਆ ਗਿਆ। ਇਸ ਕਾਰਨ ਨਹੀਂ ਬੁਲਾਇਆ ਗਿਆ ਕਿਉਂਕਿ ਐਨਡੀਏ ਤੋਂ ਬਾਹਰ ਚਲੇ ਗਏ। ਜੇ ਉਹ ਐਨਡੀਏ ਜੁਆਇਨ ਕਰ ਲੈਣਗੇ ਤੇ ਉਹਨਾਂ ਨੂੰ ਡੈਫੀਨਿਟਲੀ ਕਾਲ ਕੀਤਾ ਜਾਏਗਾ। ਜਿਹੜੇ ਮੈਂਬਰ ਐਨਡੀਏ ਦੇ ਵਿੱਚ ਹੋਣਗੇ ਉਹਨਾਂ ਨੂੰ ਮੀਟਿੰਗ ਲਈ ਬੁਲਾਇਆ ਜਾਣਾ ਨਾ। ਥੈਂਕ ਯੂ ਵੈਰੀ ਮਚ, ਤੁਹਾਡੀ ਗੱਲ ਆ ਗਈ। ਆਪਾਂ ਅੱਗੇ ਮਹਿਮਾਨਾਂ ਤੋਂ ਸਵਾਲ ਲੈਣੇ ਆ। ਪੁਲਿਸ ਸਾਹਿਬ ਇਸੇ ਮਾਮਲੇ ਤੇ ਇਸ ਵੇਲੇ ਦੇਸ਼ ਦੇ ਅੰਦਰ ਜਿਹੜੀਆਂ 24 ਵਿਰੋਧੀ ਧਿਰਾਂ ਦੀ ਮੀਟਿੰਗ ਭਾਜਪਾ ਦੇ ਖਿਲਾਫ, ਉਹ ਕਹਿੰਦੀਆਂ ਕਿ ਲੋਕਤੰਤਰ ਨੂੰ ਖਤਰਾ ਹੈ। ਭਾਜਪਾ ਕਹਿੰਦੀ ਹੈ ਕਿ ਭ੍ਰਿਸ਼ਟਾਚਾਰ ਪਾਰਟੀਆਂ ਇੱਕ ਥਾਂ ਤੇ ਇਕੱਠੀਆਂ ਹੋਈਆਂ, ਭ੍ਰਿਸ਼ਟਾਚਾਰ ਤੋਂ ਡਰਦੀਆਂ ਇਕੱਠੀਆਂ ਹੋ ਰਹੀਆਂ। ਐਨਡੀਏ ਆਪਣੇ ਹਮਾਇਤੀਆਂ ਦੀ ਮੀਟਿੰਗ ਦੀ ਉਹਨਾਂ ਦੀ ਰਵਾਇਤ ਆ ਉਹ ਬੁਲਾਉਂਦੇ ਰਹੇ ਹੈ। ਅਕਾਲੀ ਦਲ ਨੂੰ ਇਸ ਕਰਕੇ ਨਹੀਂ ਕਿਉਂਕਿ ਅਕਾਲੀ ਦਲ ਨੂੰ ਉਸ ਐਨਡੀਏ ਦਾ ਹਿੱਸਾ ਨਹੀਂ, ਇਸ ਕਰਕੇ ਨਹੀਂ ਬੁਲਾਇਆ ਗਿਆ। ਪਰ ਦੂਜੀ ਧਿਰ ਜਿਹੜੀ ਹੈਗੀ ਆ ਉਹ ਭ੍ਰਿਸ਼ਟਾਚਾਰ ਤੋਂ ਡਰਦੀ ਇਕੱਠੀ ਹੋ ਰਹੀ ਹੈ। ਲੋਕਤੰਤਰ ਨਾਲ ਇਸ ਦਾ ਕੋਈ ਲੈਣਾ ਦੇਣਾ ਨਹੀਂ। ਜੀ ਸਿੱਧੂ ਸਾਹਿਬ ਗੱਲ ਇਸ ਤਰ੍ਹਾਂ ਹੈਗੀ ਹੈ, ਜਿੱਥੇ ਤੱਕ ਕੇਜਰੀਵਾਲ ਦਾ ਸਵਾਲ ਹੈ ਜਾਂ ਆਮ ਆਦਮੀ ਪਾਰਟੀ ਦਾ ਸਵਾਲ ਹੈ, ਉਹਦਾ ਸਿੱਧਾ ਇਹ ਹੈ ਜਿਹੜਾ ਕੇਜਰੀਵਾਲ ਸਾਰਿਆਂ ਦੇ ਕੋਲ ਜਾ ਕੇ ਔਰ ਸਾਡੇ ਮਾਣਯੋਗ ਭਗਵੰਤ ਮਾਨ ਸਾਹਿਬ ਜਿਹੜੇ ਮੁੱਖ ਮੰਤਰੀ ਨੇ ਉਹ ਉਹਨਾਂ ਨੂੰ ਹੈਲੀਕਾਪਟਰ 'ਚ ਲੈ ਕੇ ਹਰ ਕਿਸੇ ਦੀ ਬਰੂਦ ਉੱਤੇ ਜਾ ਕੇ ਉਹਨਾਂ ਨੇ ਮੱਥੇ ਟੇਕ ਕੇ ਮਿੰਨਤਾਂ ਕੀਤੀਆਂ। ਜਿਨ੍ਹਾਂ ਨੂੰ ਉਹ ਗਾਲਾਂ ਕੱਢਦੇ ਸੀਗੇ ਉਹਨਾਂ ਤੱਕ ਵੀ ਉਹਨਾਂ ਨੇ ਅਪਰੋਚ ਕੀਤੀ, ਯੂ ਟਰਨ ਲਏ। ਉਹਦਾ ਇੱਕੋ ਇੱਕ ਮਕਸਦ ਹੈ ਕਿ ਕੇਜਰੀਵਾਲ ਨੂੰ ਜੇਲ੍ਹ ਜਾਣ ਤੋਂ ਬਚਾਉਣਾ। ਆਰਡੀਨੈਂਸ ਵਾਸਤੇ ਸਿਰਫ ਬਹਾਨਾ ਹੈ, ਇਸ ਤੋਂ ਸਿਵਾਏ ਕੁਝ ਨਹੀਂ ਹੈਗਾ। ਕਿਉਂਕਿ
ਇਹਨਾਂ ਸਾਰਿਆਂ ਦੇ ਜਾਣ ਤੋਂ ਬਾਅਦ ਜਿਸ ਤਰੀਕੇ ਨਾਲ ਇਹਨਾਂ ਦੇ ਡਿਪਟੀ ਸੀਐਮ ਸਾਹਿਬ ਅੱਜ ਜੇਲ੍ਹ ਦੇ ਵਿੱਚ ਬੈਠੇ ਹੈ, ਅਗਲਾ ਨੰਬਰ ਤੇ ਕੇਜਰੀਵਾਲ ਦਾ ਤੇ ਰਾਘਵ ਚੱਡਾ ਦਾ ਹੈਗਾ। ਤੇ ਇਸੇ ਕਰਕੇ ਰਾਘਵ ਚੱਡਾ ਤੇ ਕੇਜਰੀਵਾਲ ਸਾਰੇ ਹਿੰਦੁਸਤਾਨ ਦੇ ਲੀਡਰਾਂ ਦੇ ਕੋਲ ਜਾ ਕੇ ਮਿੰਨਤਾਂ ਤਰਲੇ ਮਾਰ ਕੇ ਆਏ ਆ ਕਿ ਸਾਨੂੰ ਬਚਾ ਲਓ ਹੁਣ, ਕਿਉਂਕਿ ਸਾਡੀ ਵਾਰੀ ਆ ਗਈ ਹੈ। ਦੂਸਰੀ ਗੱਲ, ਮੈਂ ਸੁਣ ਰਿਹਾ ਸੀਗਾ ਸਾਡੇ ਕਾਂਗਰਸ ਦੇ ਜਿਹੜੇ ਪ੍ਰਵਕਤਾ ਨੇ ਭਾਈ ਸਾਹਿਬ ਸਿੱਖਾਂ ਵਾਲਾ ਜੀ, ਉਹ ਬੜੇ ਜ਼ੋਰ ਸ਼ੋਰ ਨਾਲ ਲੋਕਤੰਤਰ ਦੀ ਹਮਾਇਤ ਕਰ ਰਹੇ ਸੀਗੇ। ਇੱਕ ਚੀਜ਼ ਤੇ ਦੱਸਤੀ ਕਪੂਰ ਜੀ ਨੇ ਕਿ ਜੋ ਐਮਰਜੈਂਸੀ ਸੀ ਕਿ ਉਹ ਲੋਕਤੰਤਰ ਦਾ ਹਿੱਸਾ ਸੀ। ਮੈਂ ਉਸ ਤੋਂ ਉੱਪਰ ਪੁੱਛਣਾ ਚਾਹੂੰਗਾ, ਕਿਉਂਕਿ ਪੰਜਾਬ ਨੂੰ ਬਿਲੋਂਗ ਕਰਦੇ ਹੈ, ਕਿ ਹਰਿਮੰਦਰ ਸਾਹਿਬ ਦੇ ਉੱਤੇ ਟੈਂਕ ਚੜਾਉਣੇ, ਕਿ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕਰਨਾ, ਹਜ਼ਾਰਾਂ ਨੌਜਵਾਨਾਂ ਨੂੰ ਪੰਜਾਬ ਦੇ ਵਿੱਚ ਮਾਰ ਦੇਣਾ, ਕਤਲੇਆਮ ਕਰਨਾ, ਝੂਠੇ ਮੁਕਾਬਲੇ ਬਣਾਉਣੇ, ਔਰ ਦਿੱਲੀ ਦੇ ਵਿੱਚ ਸੜਕਾਂ ਦੇ ਉੱਤੇ ਜਿਸ ਤਰੀਕੇ ਦਾ ਕਤਲੇਆਮ ਮਚਾਇਆ ਗਿਆ, ਜਿਸ ਤਰੀਕੇ ਨਾਲ ਉੱਥੇ ਕਤਲੇਆਮ ਕੀਤਾ ਗਿਆ, ਉਹ ਹੋਣਾ। ਉਸ ਤੋਂ ਬਾਅਦ ਇਹਨਾਂ ਦੇ ਪ੍ਰਧਾਨ ਮੰਤਰੀ ਦੇ ਜਿਹੜੇ ਕੈਂਡੀਡੇਟ ਸੀਗੇ ਰਾਜੀਵ ਗਾਂਧੀ ਜੀ, ਉਹਨਾਂ ਵੱਲੋਂ ਇਹ ਕਹਿਣਾ ਕਿ ਜਦ ਬੜਾ ਪੇੜ ਗਿਰਤਾ ਹੈ ਤਾਂ ਕੁਛ ਤੋਂ ਹਿਲਜੁਲ ਹੋਤੀ ਹੈ, ਕਿ ਇਹ ਸਾਰਾ ਲੋਕਤੰਤਰ ਦਾ ਹਿੱਸਾ ਇਹਨਾਂ ਦੀ ਪਾਰਟੀ ਇਸ ਚੀਜ਼ ਨੂੰ ਲੋਕਤੰਤਰ ਸਮਝਦੀ ਹੈ। ਜਿੰਨਾ ਘਾਣ ਕਾਂਗਰਸ ਨੇ ਲੋਕਤੰਤਰ ਦਾ ਕੀਤਾ ਹੈ, ਸਪੈਸ਼ਲੀ ਪੰਜਾਬ ਦੇ ਵਿੱਚ, ਜਿੰਨੀਆਂ ਸਰਕਾਰਾਂ ਪੰਜਾਬ ਦੇ ਵਿੱਚ ਅਗਰ ਓਪੋਜੀਸ਼ਨ ਦੀਆਂ ਆਈਆਂ ਤੋੜੀਆਂ ਨੇ, ਤੇ ਉਹ ਸਾਰੀਆਂ ਕਾਂਗਰਸ ਨੇ ਤੋੜੀਆਂ ਨੇ, ਕਿਸੇ ਹੋਰ ਨੇ ਨਹੀਂ ਤੋੜੀਆਂ। ਇਸ ਕਰਕੇ ਲੋਕਤੰਤਰ ਦਾ ਮੂੰਹ ਇਹਨਾਂ ਦੇ ਕੋਲੋਂ ਸੁਣਨਾ ਬਿਲਕੁਲ ਹੀ ਐਂ ਲੱਗਦਾ ਹੈ ਕਿ ਜਿਸ ਤਰ੍ਹਾਂ ਪਤਾ ਨਹੀਂ ਕਿੰਨਾ ਕੁ ਵੱਡਾ ਝੂਠ ਲੈ ਕੇ ਪਾਲ ਕੇ ਬੈਠੇ ਨੇ, ਜਿਹੜਾ ਲੋਕਾਂ ਸਾਹਮਣੇ ਲੈ ਕੇ ਆਉਣਾ ਚਾਹੁੰਦੇ ਆ। ਦੂਸਰੀ ਗੱਲ, ਜਿੱਥੇ ਤੱਕ ਬੀਜੇਪੀ ਦੇ ਖਿਲਾਫ ਸਾਰੀਆਂ ਪਾਰਟੀਆਂ ਦੇ ਇਕੱਠੇ ਹੋਣ ਦਾ ਸਵਾਲ ਹੈ, ਯੂਪੀਏ ਬਣਿਆ। ਦੇਖੋ, ਹਰ ਕਿਸੇ ਨੂੰ ਆਪਣੀ ਆਪੋ ਧਾਪ ਹੈ। ਅੱਜ ਹਰ ਕਿਸੇ ਨੂੰ ਲੱਗਦਾ ਹੈ ਕਿ ਸ਼ਾਇਦ 10 ਸਾਲ ਨਿਕਲ ਗਏ, 10 ਸਾਲਾਂ ਬਾਅਦ ਕੋਈ ਅਗਰ ਬਦਲ ਆਉਂਦਾ ਹੈ ਤਾਂ ਉਹ 'ਚ ਸ਼ਾਇਦ ਸਾਡੀ ਡੁਬਕੀ ਲੱਗ ਜੇ, ਅਸੀਂ ਉਸ ਡੁਬਕੀ ਦੇ ਵਿੱਚੋਂ ਨਿਕਲ ਕੇ ਸ਼ਾਇਦ ਪ੍ਰਧਾਨ ਮੰਤਰੀ ਬਣ ਜਾਈਏ। ਚਾਹੇ ਉਹ ਨਿਤਿਸ਼ ਕੁਮਾਰ ਹੋਣ, ਚਾਹੇ ਚੰਦਰਬਾਬੂ ਨਾਇਡੂ ਹੋਣ, ਚਾਹੇ ਮਮਤਾ ਬਨਰਜੀ ਹੋਣ, ਚਾਹੇ ਲਾਲੂ ਪ੍ਰਸਾਦ ਯਾਦਵ ਹੋਣ, ਔਰ ਚਾਹੇ ਰਾਹੁਲ ਗਾਂਧੀ ਹੋਣ, ਤੇ ਚਾਹੇ ਆਹ ਜਿਹੜੇ ਸਾਡੇ ਪੰਜਾਬ ਦੇ ਲੁਟੇਰੇ ਨੇ ਕੇਜਰੀਵਾਲ ਸਾਹਿਬ ਉਹ ਹੋਣ। ਮਤਲਬ ਹਰ ਕੋਈ ਇਹ ਚਾਹੁੰਦਾ ਹੈ ਕਿ ਅਸੀਂ ਸ਼ਾਇਦ ਇਹਦੇ 'ਚ ਚੁੱਪੀ ਲਾ ਕੇ ਤੇ ਅਸੀਂ ਪਾਰ ਨਿਕਲ ਜਾਵਾਂਗੇ, ਪਰ ਇਹ ਇੰਨਾ ਸੌਖਾ ਨਹੀਂ ਹੈ ਜਿੰਨਾ ਸੌਖਾ ਇੱਥੇ ਸਮਝਿਆ ਜਾ ਰਿਹਾ। ਕਿਉਂਕਿ ਜਦੋਂ ਤੁਸੀਂ ਇੱਕ ਵਿਚਾਰਧਾਰਾ ਨਾਲ ਨਾ ਜੁੜੋ, ਜਦੋਂ ਤੱਕ ਤੁਸੀਂ ਇੱਕ ਦੂਜੇ ਦੇ ਖਿਲਾਫ ਬੋਲਣੋਂ ਨਾ ਹਟੋ, ਜਿਹੜੇ ਲੋਕ ਇੱਕ ਦੂਜੇ ਨੂੰ ਗਾਲਾਂ ਕੱਢਦੇ ਹੋ, ਤੁਸੀਂ ਆਹ ਕੇਜਰੀਵਾਲ ਸਾਹਿਬ ਨੇ ਕੋਈ ਛੱਡਿਆ ਹੀ ਨਹੀਂ। ਔਰ ਮੈਨੂੰ ਇੰਨਾ ਅਫਸੋਸ ਹੁੰਦਾ ਇਸ ਗੱਲ ਦੇ ਉੱਤੇ ਕਿ ਉਹ ਲੋਕ ਜਿਨ੍ਹਾਂ ਨੂੰ ਇਹਨਾਂ ਨੇ ਚੋਰ 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 ਕਹਿ ਕੇ ਇਹਨਾਂ ਸ਼ੋਰ ਮਚਾਇਆ, ਹਰ ਸਟੇਜ ਤੇ ਅੱਜ ਵੀ ਬੋਲੀ ਜਾਂਦੇ ਹੈ, ਤੇ ਅੱਜ ਉਹ ਲੋਕ ਇਹਨਾਂ ਨਾਲ ਸਟੇਜ ਸਾਂਝੀ ਕਰ ਰਹੇ ਨੇ ਐਸੇ ਵਿਅਕਤੀ ਦੇ ਨਾਲ, ਜਿਹੜੇ ਵਿਅਕਤੀ ਨੇ ਕਿਸੇ ਦਾ ਕੋਈ ਇੱਜ਼ਤ ਮਾਣ ਜਾਂ ਕਿਸੇ ਦਾ ਕੋਈ ਰੁਤਬੇ ਦਾ ਮਾਣ ਸਨਮਾਨ ਰੱਖਿਆ ਹੀ ਨਹੀਂ। ਔਰ ਸਾਰਿਆਂ ਨੂੰ ਪਤਾ ਹੈ ਕਿ ਹਾਂ, ਸਭ ਤੋਂ ਵੱਡਾ ਚੋਰ ਅਗਰ ਅੱਜ ਹਿੰਦੁਸਤਾਨ 'ਚ ਕੋਈ ਹੈ ਤੇ ਕੇਜਰੀਵਾਲ ਤੋਂ ਵੱਡਾ ਕੋਈ ਹੈ ਹੀ ਨਹੀਂ, ਜਿਹੜਾ ਪੰਜਾਬ ਨੂੰ ਲੁੱਟ ਕੇ ਖਾ ਰਿਹਾ। ਔਰ ਜਿੰਨਾ ਪੈਸਾ ਬਰਬਾਦ ਅੱਜ ਸਾਰੇ ਹਿੰਦੁਸਤਾਨ ਦੇ ਵਿੱਚ ਐਡਵਰਟਾਈਜ਼ਮੈਂਟ ਦੇ ਉੱਤੇ ਇਹ ਵਿਅਕਤੀ ਕਰ ਰਿਹਾ, ਹੋਰ ਕੋਈ ਕਰ ਹੀ ਨਹੀਂ ਰਿਹਾ। ਤੇ ਉਸ ਦੇ ਬਾਵਜੂਦ ਅਗਰ ਕਾਂਗਰਸ ਇਸ ਤਰ੍ਹਾਂ ਹੱਥ ਅੱਗੇ ਵਧਾਉਂਦੀ ਹੈ, ਤੇ ਮੈਨੂੰ ਫਿਰ ਅਫਸੋਸ ਨਾਲ ਕਹਿਣਾ ਪੈਂਦਾ ਹੈ ਵੀ ਉਹਨਾਂ ਦਾ ਜਿਹੜਾ ਖਿਆਲ ਕਰੋ, ਜਿਹੜੀਆਂ ਕਾਲ ਕੋਠੜੀਆਂ ਦੇ ਵਿੱਚੋਂ ਨਿਕਲ ਕੇ ਆਏ ਹੈ, ਤੇ ਜਾਂ ਜਿਹੜੇ ਬੈਠੇ ਨੇ ਅਜੇ ਤੁਹਾਡੇ ਜਿਹੜੇ ਸਾਥੀ ਜਿਨ੍ਹਾਂ ਨੂੰ ਚੱਕ ਕੇ ਅੰਦਰ ਕਰੀ ਜਾਂਦੇ ਹੈ, ਔਰ ਨਿਕਲਦਾ ਇਹਨਾਂ ਕੋਲੋਂ ਕੁਛ ਨਹੀਂ। ਔਰ ਤੁਸੀਂ ਇੰਨਾ ਜ਼ਿਆਦਾ ਮਿਆਰ ਆਪਣਾ ਥੱਲੇ ਸੁੱਟ ਗਿਆ ਲੋਕਤੰਤਰ ਦਾ ਦਵਾਈ ਦੇ ਕੇ, ਕਿ ਇੱਕ ਐਸੇ ਵਿਅਕਤੀ ਨਾਲ ਸਮਝੌਤਾ ਕਰ ਰਹੇ ਹੋ, ਜਿਹੜਾ ਵਿਅਕਤੀ ਤੁਹਾਡੇ ਘਰਾਂ ਦੇ ਵਿੱਚੋਂ ਹੀ ਤੁਹਾਨੂੰ ਚੱਕ ਕੇ ਜੇਲ੍ਹਾਂ 'ਚ ਧੱਕ ਰਿਹਾ, ਬਗੈਰ ਕਿਸੇ ਜਿਹੜਾ ਹੈਗਾ ਕਿ ਕੋਈ ਉਹਦਾ ਰਿਜ਼ਲਟ ਕੱਢਿਆ ਹੋਇਆ। ਜਿਹੜੇ ਪਹਿਲਾਂ ਫੜੇ ਸੀ ਅੱਜ ਤੱਕ ਉਹਨਾਂ ਕੋਲ ਕੋਈ ਰਿਕਵਰੀ ਨਹੀਂ ਹੋਈ, ਕੁਛ ਨਹੀਂ ਕੀਤੀ। ਮੈਂ ਉਹਨਾਂ ਦਾ ਹਮਾਇਤੀ ਨਹੀਂ, ਉਹ ਕਰਪਟ ਸੀਗੇ, ਲੇਕਿਨ ਇਹ ਕੇਸ ਕਿਸ ਤਰ੍ਹਾਂ ਚੱਲ ਰਿਹਾ ਹੈ ਤੇ ਨਹੀਂ ਕਿਤੇ ਵੀ ਉਹਨਾਂ ਦੀ ਕਰਪਸ਼ਨ ਦਾ ਜਿਹੜਾ ਸਾਰਾ ਸਿਸਟਮ ਸੀਗਾ, ਉਹਨਾਂ ਨੂੰ ਜੇਲ੍ਹਾਂ ਧੱਕਣ ਤੋਂ ਬਾਅਦ ਜਦੋਂ ਉਹ ਬਾਹਰ ਆ ਗਏ, ਉਹਨਾਂ ਕੱਲ ਨੂੰ ਕਲੀਨ ਚਿੱਟ ਦੇ ਦਿੱਤੀ ਜਾਵੇ ਕਿ ਨਹੀਂ, ਉਹਨਾਂ ਕੋਲ ਕੱਖ ਲੱਭਿਆ ਨਹੀਂ। ਪੁਲਿਸ ਦਾ ਇੱਕ ਸਵਾਲ ਜਿਹੜਾ ਹੈਗਾ, ਇੱਕ ਸਵਾਲ ਜਿਹੜਾ ਬਣਦਾ ਉਹ ਹੈ ਐਨਡੀਏ ਨੂੰ ਲੈ ਕੇ। ਠੀਕ ਹੈ ਕਿ ਦੂਜੀਆਂ ਵਿਰੋਧੀ ਪਾਰਟੀਆਂ ਭ੍ਰਿਸ਼ਟਾਚਾਰ, ਕਰਪਸ਼ਨ ਦੇ ਮਾਮਲੇ, ਮੌਕਾ ਪ੍ਰਸਤੀ, ਤੁਸੀਂ ਇਸ ਮੁੱਦੇ ਤੇ ਗੱਲ ਕੀਤੀ ਹੈ, ਪਰ ਜਿਹੜਾ ਇੱਕ ਸਵਾਲ ਇਹ ਵੀ ਹੈ ਕਿ ਐਨਡੀਏ ਦੀ ਜਦੋਂ ਮੀਟਿੰਗ ਹੋ ਰਹੀ ਹੈ ਇੱਕ ਦਿਨ ਬਾਅਦ ਦੇ ਵਿੱਚ ਆ, ਤਾਂ ਅਕਾਲੀ ਦਲ ਨਾ ਹੁਣ ਇਸ ਵੇਲੇ ਵਿਰੋਧੀ ਧਿਰਾਂ ਦਾ ਹਿੱਸਾ ਹੈ ਤੇ ਨਾ ਹੀ ਐਨਡੀਏ ਦਾ ਹਿੱਸਾ ਹੈ। ਅਕਾਲੀ ਦਲ ਦੀ ਨੀਤੀ ਕੀ ਹੋਏਗੀ ਜੋ ਕੌਮੀ ਪੱਧਰ ਤੇ ਵੱਡਾ ਯੁੱਧ ਛੜੇਗਾ? ਅਸੀਂ ਪੰਜਾਬੀਆਂ ਦੇ ਹਿੱਸਾ ਹੈ, ਅਸੀਂ ਪੰਜਾਬ ਵਾਸਤੇ ਲੜਦੇ ਰਹੇ ਹਾਂ, ਅਸੀਂ ਪੰਜਾਬ ਵਾਸਤੇ ਲੜਾਂਗੇ। ਨਾ ਸਾਨੂੰ ਐਨਡੀਏ ਦਾ ਹਿੱਸਾ ਹੋਣ ਦੀ ਲੋੜ ਹੈ, ਨਾ ਸਾਨੂੰ ਯੂਪੀਏ ਦਾ ਹਿੱਸਾ ਹੋਣ ਦੀ ਲੋੜ ਹੈ। ਯੂਪੀਏ ਦਾ ਹਿੱਸਾ ਅਸੀਂ ਜਦੋਂ ਤੱਕ ਕਾਂਗਰਸ ਵਰਗੀ ਜਮਾਤ ਉੱਥੇ ਜਿਹੜੀ ਕਤਲੇਆਮ ਕੀਤਾ, ਜਿਨ੍ਹਾਂ ਨੇ ਕਾਤਲ ਜਮਾਤ ਉੱਥੇ ਹੈ, ਉਦੋਂ ਤੱਕ ਅਸੀਂ ਯੂਪੀਏ ਦਾ ਕੋਈ ਹਿੱਸਾ ਬਣ ਨਹੀਂ ਸਕਦੇ। ਅੱਜ ਕਾਂਗਰਸ ਬਾਹਰ ਹੋ ਜੇ, ਫਿਰ ਅਸੀਂ ਸੋਚ ਸਕਦੇ ਉਹਦੇ ਬਾਰੇ ਵੀ ਅਸੀਂ ਉੱਥੇ ਕੀ ਕਰਨਾ ਹੈ। ਕਿਉਂਕਿ ਸਾਡਾ ਯੂਪੀਏ 'ਚ ਨਾ ਜਾਣ ਦਾ ਸਭ ਤੋਂ ਵੱਡਾ ਅੜਿੱਕਾ ਜਿਹੜਾ ਉਹ ਕਾਂਗਰਸ ਜਮਾਤ ਹੈ, ਜਿਹਨੇ ਪੰਜਾਬ ਦੇ ਵਿੱਚ ਕਤਲੇਆਮ ਕੀਤਾ, ਜਿਹਨੇ ਦਿੱਲੀ 'ਚ ਕਤਲੇਆਮ ਕੀਤਾ, ਜਿਹਨੇ ਪੰਜਾਬ ਦੇ ਨੂੰ ਬਰਬਾਦ ਕੀਤਾ 20 ਸਾਲ ਤੱਕ। ਤੁਹਾਡੀ ਗੱਲ ਆ ਗਈ ਬਰਾਗੀ ਸਾਹਿਬ, ਵੱਡਾ ਮੁੱਦਾ ਹੈ ਕੌਮੀ ਪੱਧਰ ਤੇ ਦੇਖਦੇ ਹਾਂ, ਪਰ ਨਾਲ ਪੰਜਾਬ ਦੀਆਂ ਤਾਰਾਂ ਵੀ ਤੰਦਾਂ ਵੀ ਜੁੜੀਆਂ। ਵਿਰੋਧੀ ਧਿਰਾਂ ਦੀ ਮੀਟਿੰਗ
ਤੇ ਪੰਜਾਬ ਤੇ ਉਹਦਾ ਕੀ ਇੰਪੈਕਟ ਹੈ, ਪੰਜਾਬ 'ਚ ਕਿਹੋ ਜਿਹੀ ਰਾਜਨੀਤੀ ਹੁੰਦੀ ਹੈ ਜੇ ਕੌਮੀ ਪੱਧਰ ਤੇ ਇਸ ਤਰ੍ਹਾਂ ਦਾ ਕੋਈ ਗੱਠਜੋੜ ਭਾਜਪਾ ਦੇ ਖਿਲਾਫ ਉੱਭਰ ਕੇ ਸਾਹਮਣੇ ਆਉਂਦਾ, ਕੀ ਪੋਸੀਬਿਲਿਟੀ ਲੱਗਦੀਆਂ? ਬਿਲਕੁਲ ਜੀ, ਸਹੀ ਗੱਲ ਆ। ਜਿਵੇਂ ਆਮ ਆਦਮੀ ਪਾਰਟੀ ਤੇ ਕਾਂਗਰਸ ਜਿਹੜੀ ਹੈਗੀ ਹੈ ਇੱਕ ਭਾਜਪਾ ਵਿਰੋਧੀ ਫਰੰਟ ਦੀ ਮੈਂਬਰ ਬਣ ਗਈਆਂ, ਨੋ ਡਾਊਟ। ਪਹਿਲਾਂ ਉਹਨਾਂ ਦਾ ਇੱਕ ਕੰਡੀਸ਼ਨਸ ਫੁੱਲ ਹੈ ਜਿਹੜੀ ਆਰਡੀਨੈਂਸ ਦੀ ਗੱਲ ਹੋਈ ਆ ਵੀ ਆਰਡੀਨੈਂਸ ਤੇ ਜੇ ਕਾਂਗਰਸ ਸਪੋਰਟ ਕਰੂਗੀ ਦਿੱਲੀ ਦੇ ਵਿੱਚ ਤਾਂ ਅਸੀਂ ਉਹਨੂੰ ਵੈਲਕਮ ਕਰਾਂਗੇ, ਜੁਆਇਨ ਕਰ ਲਾਂਗੇ। ਇਹ ਮੈਨੂੰ ਲੱਗਦਾ ਇਹੋ ਜੀ ਜੇ ਕੋਈ ਹੁੰਦੀ ਹੈਗੀ ਆ ਤਾਂ ਇਹਦੇ ਵਿੱਚ ਕੋਈ ਬੁਰਾਈ ਨਹੀਂ ਮੈਂ ਦੇਖਦਾ, ਕਿਉਂਕਿ ਜੇ ਆਰਡੀਨੈਂਸ ਕਿਸੇ ਵੀ ਪਾਰਟੀ ਨੂੰ ਲੱਗਦਾ, ਜੇ ਕਲੈਕਟਿਵਲੀ ਆਪਾਂ ਆਮ ਤੌਰ 'ਤੇ ਸਟੇਟਾਂ 'ਚ ਵੀ ਗੱਲ ਕਰਦੇ ਹਾਂ ਵੀ ਇਕੱਠੇ ਹੋ ਕੇ ਸਰਬ ਪਾਰਟੀ ਮੀਟਿੰਗ ਇਹਦਾ ਵਿਰੋਧ ਕਰੀਏ ਜਾਂ ਉਹ ਕਰੀਏ। ਹਾਂ, ਜਿੱਥੋਂ ਤੱਕ ਪੰਜਾਬ ਦੀ ਗੱਲ ਹੈਗੀ ਆ, ਪੰਜਾਬ ਦੇ ਵਿੱਚ ਨੋ ਡਾਊਟ ਕਾਂਗਰਸ ਦਾ ਕੱਦ ਥੋੜ੍ਹਾ ਜਿਹਾ ਇਸ ਦੇ ਨਾਲ ਘਟਣਾ ਹੀ ਹੈਗਾ ਵਾ, ਕੋਈ ਵਧਣ ਵਾਲੇ ਪਾਸੇ ਨੂੰ ਨਜ਼ਰ ਨਹੀਂ ਆਉਂਦਾ, ਕਿਉਂਕਿ ਆਮ ਆਦਮੀ ਪਾਰਟੀ ਨੂੰ ਇੱਕ ਸਕੋਪ ਮਿਲ ਰਿਹਾ ਵਾ। ਅਤੇ ਜਿੱਥੇ ਜਿਹੋ ਜਿਹੇ ਹਾਲਾਤ ਪੰਜਾਬ ਵਿੱਚ ਬਣੇ ਹੋਏ ਆ, ਚਾਹੇ ਉਹ ਕਰਪਸ਼ਨ ਅਗੇਂਸਟ ਜਿਹੜੀ ਡਰਾਈਵ ਹੈਗੀ ਆ ਉਹ ਸੱਚੀ ਆ ਝੂਠੀ ਆ, ਇਹ ਤਾਂ ਕੋਰਟਾਂ ਨੇ ਫੈਸਲਾ ਕਰਨਾ, ਪਰ ਜਿਹੜੇ ਇੱਕ ਇਨੀਸ਼ੀਏਸ਼ਨਸ ਹੈਗਾ ਵਾ ਉਹਨੂੰ ਸਾਰੇ ਵੈਲਕਮ ਕਰ ਹੀ ਰਹੇ ਆ ਵੀ ਜਿਹੜਾ ਬੰਦਾ ਜਾ ਰਿਹਾ ਵਾ। ਨੋ ਡਾਊਟ ਥੋੜ੍ਹੀ ਜਿਹੀ ਮਾਯੂਸੀ ਅਤੇ ਸਭ ਇਹੋ ਜਿਹੇ ਹਾਲਾਤ ਪਹਿਲਾਂ ਵੀ 2022 ਤੋਂ ਪਹਿਲਾਂ ਵੀ ਪੈਦਾ ਹੋ ਗਏ ਸੀਗੇ, ਜਿੱਥੇ ਕਨਫਿਊਜ਼ਨ ਸੀਗੀ ਵੀ ਆਮ ਆਦਮੀ ਪਾਰਟੀ ਅਤੇ ਕਾਂਗਰਸ ਇਕੱਠੇ ਹੋ ਸਕਦੇ ਆ। ਪਰ ਹਾਂ, ਦੇਖਣ ਵਾਲੀ ਗੱਲ ਹੈਗੀ ਹੈ ਜਿਹੜੇ ਬਾਜਵਾ ਸਾਹਿਬ, ਖਹਿਰਾ ਸਾਹਿਬ ਰੋਜ਼ ਕੋਸ ਕੇ ਆਮ ਆਦਮੀ ਪਾਰਟੀ ਦੇ ਅਗੇਂਸਟ ਬੋਲਦੇ ਆ, ਤਾਂ ਮੈਨੂੰ ਲੱਗਦਾ ਵਾ ਇੱਕ ਰੋਂਗ ਸਿਗਨਲ ਜਾ ਰਿਹਾ ਕਾਂਗਰਸ ਦੇ ਕੈਡਰ ਦੇ ਵਿੱਚ ਵੀ। ਹਾਈ ਕਮਾਂਡ ਨੂੰ ਕਿਤੇ ਵੀ ਇਹੋ ਜਿਹਾ ਡਿਸੀਜਨ ਲੈਂਦੇ ਹੋਏ ਤੇ ਜ਼ਰੂਰ ਚਾਹੀਦਾ ਵੀ ਜਿਹੜਾ ਵੀ ਪਾਰਟੀ ਦੇ ਜਿਹੜੇ ਨੇਤਾ ਹੈਗੇ ਆ ਤੇ ਉਹਨਾਂ ਨੂੰ ਜ਼ਰੂਰ ਕੰਸੀਡਰ ਕਰ ਲੈਣਾ ਚਾਹੀਦਾ ਵਾ। ਜੀ ਮੈਂ ਇੱਕ ਐਡ ਕਰਨਾ ਚਾਹੂੰਗਾ ਸਿੱਧੂ ਸਾਹਿਬ, ਇਕੱਲਾ ਪੰਜਾਬ ਹੀ ਨਹੀਂ, ਰਾਜਸਥਾਨ ਨੇ ਵੀ ਇਸ ਚੀਜ਼ ਦਾ ਵਿਰੋਧ ਕੀਤਾ ਸੀਗਾ, ਔਰ ਜਿਹੜਾ ਹਿਮਾਚਲ ਹੈ ਉਹਨਾਂ ਨੇ ਵਿਰੋਧ ਕੀਤਾ ਸੀਗਾ। ਓਕੇ, ਤੁਹਾਡਾ ਵਿਊ ਪੁਆਇੰਟ ਆ ਗਿਆ। ਸਿੱਖਾਂ ਵਾਲਾ ਜੀ, ਸਾਰੇ ਮਹਿਮਾਨਾਂ ਵੱਲੋਂ ਜੋ ਸਵਾਲ ਉੱਭਰ ਕੇ ਸਾਹਮਣੇ ਇੱਕ ਤਾਂ ਹੈ ਹੀ ਹੈ ਕਿ ਜੋ ਇਹ ਸਹਿਮਤੀ ਬਣ ਰਹੀ ਹੈ ਪੰਜਾਬ ਦੇ ਵਿੱਚ ਕਾਂਗਰਸ ਦੇ ਉੱਤੇ ਨੈਗੇਟਿਵ ਇੰਪੈਕਟ ਪਏਗਾ, ਆਪਣੀ ਰਾਏ ਹੈ। ਦੂਜਾ ਇਹ ਵੀ ਹੈ ਵਿਰੋਧੀ ਧਿਰਾਂ ਖਾਸ ਤੌਰ ਤੇ ਭਾਜਪਾ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਤੁਸੀਂ ਕਿਹੜੇ ਲੋਕਤੰਤਰ ਦੀ ਕਾਂਗਰਸ ਗੱਲ ਕਰਦੀ ਹੈ, ਕਾਂਗਰਸ ਨੇ ਸਭ ਤੋਂ ਵੱਡਾ ਐਮਰਜੈਂਸੀ ਦੂਜੇ ਮਾਮਲਿਆਂ ਨੂੰ ਲੈ ਕੇ ਲੋਕਤੰਤਰ ਦਾ ਕਾਣ ਕੀਤਾ। ਜੀ ਸਿੱਖਾਂ ਵਾਲਾ ਜੀ, ਭੁੱਲਰ ਸਾਹਿਬ ਹੋਰਾਂ ਨੇ ਜਿਹੜੀ ਗੱਲ ਕੀਤੀ ਸੀ, ਇਹ ਜਦੋਂ ਕੋਈ ਗੱਲ ਆਉਂਦੀ ਹੈ ਉਦੋਂ ਉਸ ਤਰ੍ਹਾਂ ਦੀਆਂ ਗੱਲਾਂ ਕੱਢ ਲੈਂਦੇ ਆ, ਔਰ ਇੱਕੋ ਰਟੀ ਰਟਾਈ ਗੱਲ ਹੁੰਦੀ ਹੈ ਇਹਨਾਂ ਦੀ ਵੀ ਕਾਂਗਰਸ ਨੇ ਆਹ ਕਰਤਾ ਜੀ, ਕਾਂਗਰਸ ਨੇ ਆਹ ਕਰਤਾ। ਮੈਂ ਇਹਨਾਂ ਨੂੰ ਯਾਦ ਕਰਾਉਣਾ ਚਾਹੁੰਦਾ, ਜਿਹੜੀ ਡੈਮੋਕ੍ਰੇਸੀ ਦੀ ਗੱਲ ਹੈ, ਅਕਾਲੀ ਦਲ ਤੇ ਕਾਂਗਰਸ ਨੇ ਇਕੱਠੇ ਰਹਿ ਕੇ ਆਜ਼ਾਦੀ ਦੀ ਲੜਾਈ ਲੜੀ ਹੈ, ਔਰ ਬਹੁਤ ਲੰਬਾ ਸਮਾਂ ਇਹ ਇੱਕੋ ਵਿਚਾਰਧਾਰਾ ਦਾ ਹਿੱਸਾ ਰਹੇ ਆ। ਤੇ ਜਿਹੜੀ ਗੱਲ ਤੁਸੀਂ ਵਾਰ-ਵਾਰ ਕੱਢ ਕੇ ਲੈ ਕੇ ਆਉਣੇ ਆ, ਉਹ ਫੌਜ ਵਾਸਤੇ ਲਿਖ ਕੇ ਵੀ ਅਕਾਲੀ ਦਲ ਨੇ ਦਿੱਤਾ ਸੀ ਕਿ ਸਾਡੇ ਅਕਾਲ ਤਖਤ ਤੇ ਹਥਿਆਰਬੰਦ ਲੋਕਾਂ ਨੇ ਕਬਜ਼ਾ ਜਮਾ ਲਿਆ ਤੇ ਸ਼੍ਰੋਮਣੀ ਕਮੇਟੀ ਨੂੰ ਅਕਾਲ ਤਖਤ ਖਾਲੀ ਕਰਾ ਕੇ ਦਿਓ। ਤੁਸੀਂ ਭੁੱਲ ਜਾਂਦੇ ਹੋ ਗੱਲਾਂ, ਚਿੱਠੀਆਂ ਜਿਹੜੀਆਂ ਪਬਲਿਕ ਡੋਮੇਨ ਦੇ ਵਿੱਚ ਆਈਆਂ ਉਹ ਤੁਸੀਂ ਗੱਲਾਂ ਭੁੱਲ ਜਾਂਦੇ ਹੋ। ਸਾਰੀਆਂ ਗੱਲਾਂ ਵਿਗੜੀਆਂ ਸੀ, ਇਤਿਹਾਸ ਦਾ ਹਿੱਸਾ ਹੈ, ਇਤਿਹਾਸ ਦਾ ਹਿੱਸਾ। ਮੈਂ ਤੁਹਾਡੇ ਵਾਰੀ ਬੋਲਿਆ ਨਹੀਂ ਸੀ, ਤੁਸੀਂ ਉਹ ਗੱਲ ਯਾਦ ਰੱਖਿਆ ਕਰੋ। ਦੂਜੀ ਗੱਲ ਹੈ ਜਿਹੜੀ ਕਾਂਗਰਸ ਪਾਰਟੀ ਦੀ ਆਪਣੀ ਲਾਈਨ ਹੈ, ਕਾਂਗਰਸ ਪਾਰਟੀ ਨੇ ਦੇਖੋ 138 ਸਾਲ ਤੋਂ ਆਪਣੀ ਲਾਈਨ ਨੂੰ ਚਲਾਇਆ। ਕੋਈ ਐ ਨਹੀਂ ਵੀ ਇਹ ਜਿਹੜੀ 10 ਸਾਲ ਪਹਿਲਾਂ ਆਈ ਪਾਰਟੀ ਅਸੀਂ ਉਹਦੇ ਪਿੱਛੇ ਲੱਗ ਬਣ ਗਏ। ਬਿਲਕੁਲ ਮੈਂ ਜਿਹੜੀ ਗੱਲ ਸਪਸ਼ਟ ਕੀਤੀ ਹੈ ਉਹਦੇ 'ਚ ਇਹੀ ਹੈ ਕਿ ਅਸੀਂ ਬਿਲਕੁਲ ਉਹਨਾਂ ਦੀ ਸਪੋਰਟ ਕੋਈ ਨਹੀਂ ਕੀਤੀ ਆਮ ਆਦਮੀ ਪਾਰਟੀ ਦੀ। ਇਹ ਬਹੁਤ ਸਪਸ਼ਟ ਗੱਲ ਹੈ। ਕਿਤੇ ਵੀ ਸਾਡੇ ਕਿਸੇ ਲੀਡਰ ਦਾ ਤੁਸੀਂ ਬਿਆਨ ਦਿਖਾ ਦਿਓ ਜਿਹਦੇ 'ਚ ਇਹ ਕਿਹਾ ਹੋਵੇ ਕਿ ਅਸੀਂ ਅਰਵਿੰਦ ਕੇਜਰੀਵਾਲ ਦੀ ਸਪੋਰਟ ਕਰਦੇ ਹਾਂ ਜਾਂ ਆਮ ਆਦਮੀ ਪਾਰਟੀ ਦੀ ਸਪੋਰਟ ਕਰਦੇ ਹਾਂ। ਅਸੀਂ ਇਹ ਕਿਹਾ ਕਿ ਅਸੀਂ ਆਰਡੀਨੈਂਸ ਦਾ ਵਿਰੋਧ ਕਰਦੇ ਹਾਂ। ਦੋਨਾਂ ਗੱਲਾਂ ਦਾ ਬੜਾ ਫਰਕ ਹੈ। ਇੱਕ ਬੰਦਾ ਹੈ ਕਿਸੇ ਤੇ ਤਸ਼ੱਦਦ ਹੋ ਰਿਹਾ, ਚਾਹੇ ਤੁਹਾਡਾ ਦੁਸ਼ਮਣ ਹੈ, ਤੇ ਜੇ ਤੁਸੀਂ ਉਹ ਤਸ਼ੱਦਦ ਦੇ ਖਿਲਾਫ ਆਵਾਜ਼ ਉਠਾਉਣੇ ਆ, ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਉਸ ਬੰਦੇ ਦੀ ਸਪੋਰਟ ਕਰ ਰਹੇ ਆ। ਇਹ ਮੁੱਦਿਆਂ ਦੇ ਆਧਾਰ ਤੇ ਕਾਂਗਰਸ ਪਾਰਟੀ ਨੇ ਪਹਿਲਾਂ ਵੀ ਮੁੱਦਿਆਂ ਦੇ ਆਧਾਰ ਤੇ 138 ਸਾਲ ਤੋਂ ਲੈ ਕੇ ਹੁਣ ਤੱਕ ਇਹ ਜਿਹੜਾ ਸੰਘਰਸ਼ ਕੀਤਾ ਹੈ। ਤੇ ਅੱਜ ਵੀ ਦੇਖੋ ਸਾਨੂੰ ਲੋਕਤੰਤਰ ਨੂੰ ਬਚਾਉਣ ਵਾਸਤੇ ਕਿੱਡੀ ਵੀ ਕੁਰਬਾਨੀ ਪਹਿਲਾਂ ਕਰਨੀ ਪਈ, ਅਸੀਂ ਪਹਿਲਾਂ ਵੀ ਕੀਤੀ ਹੈ। ਔਰ ਮੈਂ ਇਹ ਕਹਿਣਾ ਕਿ ਦੁਨੀਆ ਦੇ ਇਤਿਹਾਸ ਦੇ ਵਿੱਚ ਜੇਕਰ ਘੱਟੋ ਘੱਟ 21ਵੀਂ ਸਦੀ ਦਾ ਦੁਨੀਆ ਦਾ ਇਤਿਹਾਸ ਆਪਾਂ ਪੂਰੀ ਦਾ ਦੇਖੀਏ ਤੇ ਸਭ ਤੋਂ ਵੱਡੀ ਜਿਹੜੀ ਤਿਆਗ ਦੀ ਘਟਨਾ ਹੈ ਉਹ ਸ਼੍ਰੀਮਤੀ ਸੋਨੀਆ ਗਾਂਧੀ ਨੂੰ ਲੋਕਾਂ ਨੇ ਪ੍ਰਧਾਨ ਮੰਤਰੀ ਬਣਾਇਆ ਇਸ ਦੇਸ਼ ਦਾ, ਤੇ ਉਹਨਾਂ ਨੇ ਆਪਣੀ ਪ੍ਰਧਾਨ ਮੰਤਰੀ ਦੀ ਕੁਰਸੀ ਇੱਕ ਯੋਗ ਵਿਅਕਤੀ ਡਾਕਟਰ ਮਨਮੋਹਨ ਸਿੰਘ ਨੂੰ ਦਿੱਤੀ ਪਰੋਸ ਕੇ, ਜਿਹੜੇ ਕਿ ਉਸ ਵੇਲੇ ਉਸ ਗੱਦੀ ਦੇ ਲਈ ਕੋਈ ਕੈਂਡੀਡੇਟ ਵੀ ਨਹੀਂ ਸੀਗੇ। ਉਹਨਾਂ ਨੂੰ ਚੇਤਾ ਨਹੀਂ ਸੀ ਮੈਂ ਪ੍ਰਧਾਨ ਮੰਤਰੀ ਬਣੂੰਗਾ। ਬਿਲਕੁਲ ਕਾਂਗਰਸ ਪਾਰਟੀ ਨੇ ਹਮੇਸ਼ਾ ਕੁਰਬਾਨੀਆਂ ਕੀਤੀਆਂ ਤੇ ਹੁਣ ਵੀ ਜੇ ਸਾਨੂੰ ਲੋਕਤੰਤਰ ਦੇ ਵਡੇਰੇ ਹਿੱਤਾਂ ਵਾਸਤੇ ਕੋਈ ਕੁਰਬਾਨੀ ਕਰਨੀ ਪੈਂਦੀ ਹੈ, ਕਾਂਗਰਸ ਪਾਰਟੀ ਹੁਣ ਵੀ ਤਿਆਰ ਹੈ। ਜੋ ਕਪੂਰ ਸਾਹਿਬ ਬਾਰ-ਬਾਰ ਇਹ ਗੱਲ ਕਹਿੰਦੇ ਆ ਕਿ ਜੋ ਵਿਰੋਧੀ ਧਿਰਾਂ ਦਾ ਇੱਕ ਹੈ
ਕਿਉਂਕਿ ਮੋਦੀ ਸਾਹਿਬ ਭ੍ਰਿਸ਼ਟਾਚਾਰ ਦੇ ਖਿਲਾਫ ਲੜਾਈ ਲੜ ਰਿਹਾ ਹੈ। ਇਹ ਭ੍ਰਿਸ਼ਟਾਚਾਰ ਤੋਂ ਡਰਦੀਆਂ ਪਾਰਟੀਆਂ ਇਕੱਠੀਆਂ ਹੋ ਰਹੀਆਂ। ਉਹ ਲੋਕਤੰਤਰ ਦਾ ਇਹਨਾਂ ਗੱਲਾਂ ਨਾਲ ਕੋਈ ਲੈਣਾ ਦੇਣਾ ਨਹੀਂ। ਸਿੱਧੂ ਸਾਹਿਬ, ਜਿੰਨੇ ਵੱਡੇ ਭ੍ਰਿਸ਼ਟਾਚਾਰੀ ਮੋਦੀ ਤੇ ਅਮਿਤ ਸ਼ਾਹ ਦੀ ਜੋੜੀ ਹੈ, ਐਡਾ ਵੱਡਾ ਭ੍ਰਿਸ਼ਟਾਚਾਰ ਤਾਂ ਕਦੇ ਕਿਤੇ ਹੋਇਆ ਹੀ ਨਹੀਂ। ਇਹਨਾਂ ਨੇ ਸਾਰੇ ਦੇਸ਼ ਦੀਆਂ ਜਿਹੜੀਆਂ ਸਾਡੀਆਂ ਫਾਇਦੇ ਵਿੱਚ ਜਾ ਰਹੇ ਸੀ ਸਾਡੇ ਇੰਸਟੀਚਿਊਟ, ਉਹ ਸਾਰੇ ਵੇਚਤੇ ਆਪਣੇ ਦੋ ਮਿੱਤਰ ਅਮੀਰ ਮਿੱਤਰਾਂ ਨੂੰ, ਅੰਬਾਨੀ ਤੇ ਅਡਾਨੀ ਨੂੰ। ਚਾਹੇ ਉਹ ਰੇਲਵੇ ਸੀ ਸਾਡਾ ਜਿਹੜਾ, ਉਹ ਵੀ ਫਾਇਦੇ 'ਚ ਜਾ ਰਿਹਾ ਸੀ। ਇਸੇ ਤਰ੍ਹਾਂ ਸਾਡੇ 에ਅਰਪੋਰਟ ਸੀ ਜਾਂ ਸਾਡੀਆਂ ਬੰਦਰਗਾਹਾਂ ਸੀ, ਉਹ ਸਾਰੇ ਦੇ ਸਾਰੇ ਜਿਹੜੇ ਸੰਪਤੀ ਹੈ ਉਹ ਆਪਦੇ ਅਮੀਰ ਮਿੱਤਰਾਂ ਨੂੰ ਵੇਚ ਕੇ ਤੇ ਇਹਨਾਂ ਨੇ ਸਭ ਤੋਂ ਵੱਡੀ ਕਰਪਸ਼ਨ ਕੀਤੀ ਹੈ। ਔਰ ਫਿਰ ਉਸ ਤੋਂ ਬਾਅਦ ਜਿਹੜਾ ਸਭ ਤੋਂ ਵੱਡਾ ਵਿਆਪਕ ਘਟਾਲਾ ਭਰਤੀ ਘਟਾਲਾ ਹੁਣ ਜਿਹੜਾ ਮੱਧ ਪ੍ਰਦੇਸ਼ ਦੇ ਵਿੱਚ ਚੱਲ ਰਿਹਾ, ਇਹ ਸਭ ਤੋਂ ਵੱਡੀ ਭ੍ਰਿਸ਼ਟਾਚਾਰੀਆਂ ਦੀ ਪਾਰਟੀ ਹੈ ਜਿਹੜੀ ਭਾਰਤੀ ਜਨਤਾ ਪਾਰਟੀ ਹੈ। ਤੁਹਾਡਾ ਵਿਊ ਪੁਆਇੰਟ ਆ ਗਿਆ, ਸਾਰਿਆਂ ਨੂੰ ਪਤਾ ਇਸ ਗੱਲ ਦਾ। ਤੁਹਾਡਾ ਵਿਊ ਪੁਆਇੰਟ ਆ ਗਿਆ। ਇੱਕ ਸਵਾਲ ਜਿਹੜਾ ਹੈਗਾ ਪੁਲਰ ਸਾਹਿਬ, ਛੋਟਾ ਜਿਹਾ ਸਵਾਲ ਲੈਣਾ ਚਾਹੁੰਦੇ ਪੁਲਰ ਸਾਹਿਬ। ਸਿੱਖਾਂ ਵਾਲਾ ਸਾਹਿਬ, ਗੱਲ ਇਹ ਹੈ ਕਿ ਤੁਸੀਂ ਮੈਨੂੰ ਸਿਰਫ ਇੰਨਾ ਕੁ ਦੱਸ ਦਿਓ, ਜਿਹੜੀ ਪੰਜਾਬ ਦੇ ਵਿੱਚ ਸਭ ਤੋਂ ਵੱਧ ਵਾਰ ਸਰਕਾਰਾਂ ਤੋੜੀਆਂ ਗਈਆਂ ਤੁਹਾਡੀ ਪਾਰਟੀ ਵੱਲੋਂ ਚੁਣੀਆਂ ਹੋਈਆਂ ਲੋਕਾਂ ਦੀਆਂ, ਕੀ ਉਹ ਲੋਕਤੰਤਰ ਸੀ ਔਰ ਬਾਰ-ਬਾਰ ਤੋੜੀਆਂ ਗਈਆਂ? ਕੀ ਪੰਜਾਬ ਦੇ ਵਿੱਚ ਲੰਬਾ ਸਮਾਂ ਰਾਸ਼ਟਰਪਤੀ ਰਾਜ ਲਾ ਕੇ ਪੰਜਾਬ ਨੂੰ ਲੁੱਟਿਆ ਗਿਆ, ਪੰਜਾਬ ਨੂੰ ਕੁੱਟਿਆ ਗਿਆ, ਪੰਜਾਬ ਦੀ ਨੌਜਵਾਨੀ ਨੂੰ ਖਤਮ ਕੀਤਾ ਗਿਆ, ਕੀ ਉਹ ਲੋਕਤੰਤਰ ਸੀ? ਆਪਾਂ ਜਵਾਬ ਲੈ ਲਈਏ ਜੀ ਸਿੱਖਾਂ ਵਾਲਾ ਜੀ। ਫਿਰ ਮੈਂ ਕਪੂਰ ਸਾਹਿਬ ਵਾਲਾ ਵੀ ਸਵਾਲ ਲੈਣਾ। ਮੈਂ ਜਿਹੜੀ ਪਹਿਲਾਂ ਗੱਲ ਕੀਤੀ ਹੈ, ਜਿਹੜੀ ਮੈਂ ਪਹਿਲਾਂ ਗੱਲ ਕੀਤੀ ਹੈ ਨਾ ਜੀ, ਅਸੀਂ ਲੋਕਤੰਤਰ ਨੂੰ ਬਣਾਉਣ ਲਈ, ਚਲਾਉਣ ਲਈ ਤੇ ਬਚਾਉਣ ਲਈ ਕੁਰਬਾਨੀਆਂ ਕੀਤੀਆਂ। ਜਦੋਂ ਲਗਾਵਵਾਦ ਦੀ ਗੱਲ ਚੱਲੀ ਸੀ ਤੇ ਇਸੇ ਅਕਾਲੀ ਦਲ ਨੇ, ਜਿਹਦੇ ਵੱਲੋਂ ਅੱਜ ਭੁੱਲਰ ਸਾਹਿਬ, ਮੈਂ ਲਗਾਵਵਾਦ ਤੋਂ ਪਹਿਲਾਂ ਦੀ ਗੱਲ ਕਰਦਾ ਨਹੀਂ, ਜਦੋਂ ਤੁਸੀਂ ਬਾਰ-ਬਾਰ ਸਰਕਾਰਾਂ ਤੋੜੀਆਂ ਉਹਦਾ ਜਵਾਬ ਜਦੋਂ ਲੋਕਤੰਤਰ ਸੀ, ਲਗਾਵਵਾਦ ਤੇ ਬਾਅਦ ਚ ਆਇਆ। ਤੁਸੀਂ ਜਿਹੜੀ ਗੱਲ ਹੁਣੇ ਕੀਤੀ, ਤੁਸੀਂ ਬਾਰ-ਬਾਰ ਜਿਹੜੀਆਂ ਸਰਕਾਰਾਂ ਤੋੜੀਆਂ, ਲੋਕਾਂ ਦੀਆਂ ਚੁਣੀਆਂ ਹੋਈਆਂ ਸਰਕਾਰਾਂ ਦੀਆਂ ਚੱਲਣ ਨਹੀਂ ਦਿੱਤੀਆਂ, ਉਹ ਲੋਕਤੰਤਰ ਸੀਗਾ। ਸਰਕਾਰਾਂ ਅਸੀਂ ਨਹੀਂ ਤੋੜੀਆਂ, ਸਰਕਾਰਾਂ ਆਪਣੇ ਭਾਰ ਨਾਲ ਡਿੱਗੀਆਂ। ਬਿਲਕੁਲ ਨਹੀਂ ਸਿੱਖਾਂ ਵਾਲਾ ਸਾਹਿਬ ਜਰਾ ਪਿੱਛੇ ਨੂੰ ਝਾਤੀ ਮਾਰ ਕੇ ਦੇਖੋ ਵੀ ਕਿਹੜੀ ਸਰਕਾਰ ਆਪਣੇ ਭਾਰ ਨਾਲ ਡਿੱਗੀ। ਤੁਸੀਂ ਚੱਲਣ ਨਹੀਂ ਦਿੱਤੀ, ਸਰਕਾਰਾਂ ਤੋੜੀਆਂ ਤੁਸੀਂ, ਔਰ ਪੰਜਾਬ ਨੂੰ ਸਭ ਤੋਂ ਵੱਧ ਨੁਕਸਾਨ ਕੀਤਾ ਇਸ ਚੀਜ਼ ਦਾ ਤੁਸੀਂ। ਲੋਕਤੰਤਰ ਦਾ ਘਾਣ ਜਿੰਨਾ ਤੁਸੀਂ ਪੰਜਾਬ 'ਚ ਕੀਤਾ, ਇੰਨਾ ਤੁਸੀਂ ਪੂਰੇ ਹਿੰਦੁਸਤਾਨ 'ਚ ਨਹੀਂ ਕੀਤਾ ਹੋਣਾ। ਤੁਸੀਂ ਤਾਂ ਆਪਣੀ ਸਰਕਾਰਾਂ ਚੱਲਣ ਨਹੀਂ ਦਿੱਤੀਆਂ ਕਿਤੇ ਵੀ। ਕਾਂਗਰਸ ਨੇ ਨਹੀਂ ਸਰਕਾਰ ਤੋੜੀ, ਤੁਸੀਂ ਆਪਦੇ ਲੱਛਣਾਂ ਨਾਲ ਤੋੜਦੇ ਰਹੇ। ਉਹ ਭਾਈ ਤੁਹਾਡੇ ਲੱਛਣ ਇਹੋ ਜਿਹੇ ਸੀਗੇ, ਤੁਸੀਂ ਲੱਛਣ ਕੀ ਗੱਲਾਂ ਕਰਦੇ ਹੋ? ਤੁਹਾਡੀ ਨੀਤ ਮਾੜੀ ਸੀਗੀ, ਤੁਸੀਂ ਸਰਕਾਰ ਚੱਲਣ ਨਹੀਂ ਦਿੰਦੇ ਆਪੋਜੀਸ਼ਨ ਦੀ ਕੋਈ, ਭਾਵੇਂ ਕੋਈ ਵੀ ਜਗ੍ਹਾ ਹੋਵੇ। ਹਰ ਸਟੇਟ ਤੇ ਇਹੀ ਕੰਮ ਕੀਤਾ। ਦੀ ਆਪਸ ਵਿੱਚ ਬਣਦੀ ਨਹੀਂ ਸੀ। ਇੰਦਰਾ ਗਾਂਧੀ ਨੇ ਹੋਰ ਕੀਤਾ ਕੀ ਹੈ? ਇੰਦਰਾ ਗਾਂਧੀ ਨੇ ਹੋਰ ਕੀਤਾ ਕੀ? ਜੇ ਅਕਾਲੀ ਦਲ ਵਿਰੋਧ ਕਰਦਾ ਸੀ, ਆਪਣੀ ਸਭ ਤੋਂ ਵੱਧ ਅਕਾਲੀ ਦਲ ਨੇ ਵਿਰੋਧ ਕੀਤਾ, ਉਹਦਾ ਖਾਮਿਆਜ਼ਾ ਦਾ ਭੁਗਤਣਾ ਪਿਆ ਸਾਨੂੰ, ਜਿਹੜਾ ਪੰਜਾਬ ਦੇ ਅੱਗ ਲਾਈ ਤੁਸੀਂ। ਚਲੋ ਸਿੱਖਾਂ ਵਾਲਾ ਜੀ, ਪੁਲਿਸ ਸਾਹਿਬ, ਤੁਹਾਡੇ ਦੋਨਾਂ ਦੇ ਵਿਊ ਪੁਆਇੰਟ ਆ ਜਾਂਦੇ। ਅੱਗ ਅਕਾਲੀ ਦਲ ਨੇ ਲਾਈ ਹੈ, ਅੱਗ ਇੰਦਰਾ ਗਾਂਧੀ ਨੇ ਲਵਾਈ ਹੈ, ਸੰਜੇ ਗਾਂਧੀ ਨੇ ਲਵਾਈ ਸੀ ਅੱਗ। ਚਲੋ ਪੁਲਿਸ ਅਕਾਲੀ ਦਲ ਨੇ ਨਹੀਂ ਲਵਾਈ। ਡੈਮੋਕ੍ਰੇਸੀ ਸੀ, ਆਪਾਂ ਬਹਿਸ ਨੂੰ ਅੱਗੇ ਚੱਲਣ ਦੀ। ਕਿਹੜੀ ਡੈਮੋਕ੍ਰੇਸੀ ਸੀ ਇੰਦਰਾ ਗਾਂਧੀ ਦੇ ਟਾਈਮ ਤੇ? ਆਪਾਂ ਫੇਰ ਆਵਾਂਗੇ। ਕਿਹੜੀ ਡੈਮੋਕ੍ਰੇਸੀ ਦੀ ਗੱਲਾਂ ਕਰਦੇ ਤੁਸੀਂ? ਔਰ ਕਿਹੜੀ ਡੈਮੋਕ੍ਰੇਸੀ ਦੀਆਂ ਗੱਲਾਂ ਕਰਦੇ ਤੁਸੀਂ? ਮਫਾਦਾਂ ਦੀ ਖਾਤਰ ਤੁਸੀਂ ਕਿਹਾ ਉਹ ਇੰਦਰਾ ਗਾਂਧੀ ਦੇ ਟਾਈਮ ਤੇ ਕਿਹੜੀ ਡੈਮੋਕ੍ਰੇਸੀ ਸੀ? ਸੰਜੇ ਗਾਂਧੀ ਦੇ ਟਾਈਮ ਤੇ ਕਿਹੜੀ ਡੈਮੋਕ੍ਰੇਸੀ ਸੀਗੀ? ਪੁਲਿਸ ਸਾਹਿਬ ਸਿੱਖਾਂ ਵਾਲਾ ਜੀ, ਦੋਨਾਂ ਦਾ ਵਿਊ ਪੁਆਇੰਟ ਆ ਗਿਆ। ਮਿਹਰਬਾਨੀ, ਤੁਸੀਂ ਪੁਲਿਸ ਸਾਹਿਬ ਮਹਿਮਾਨ ਹੋ। ਉਹ ਤੁਸੀਂ ਤਾਂ ਸੰਜੇ ਸਿੰਘ ਨੂੰ ਵੇਖਿਆ, ਸੰਜੇ ਗਾਂਧੀ ਨੂੰ ਵੇਖਿਆ ਵੀ ਨਹੀਂ ਹੋਣਾ। ਸੰਜੇ ਗਾਂਧੀ ਨੂੰ ਤੁਸੀਂ ਵੇਖਿਆ ਵੀ ਨਹੀਂ ਹੋਣਾ। ਓਕੇ ਥੈਂਕ ਯੂ ਵੈਰੀ ਮਚ, ਥੈਂਕ ਯੂ। ਸਿੱਖਾਂ ਦੀ ਨੁਮਾਇੰਦਾ ਪਾਰਟੀ ਅਕਾਲੀ ਦਲ, ਸਿੱਖ ਇਹੋ ਜਿਹੇ ਹੁੰਦੇ ਆ। ਮੈਂ ਕਿਹਾ ਜੀ ਜਿੰਨੀ ਬਰਬਾਦੀ ਤੁਸੀਂ ਲੋਕਾਂ ਨੇ ਕੀਤੀ ਆ ਸਿੱਖਾਂ ਦੀ ਕਾਂਗਰਸ ਰਹਿ ਕੇ, ਉਹਨੇ ਕਿਸੇ ਨੇ ਵੀ ਨਹੀਂ ਕੀਤੀ। ਸਿੱਖਾਂ ਦੀ ਨੁਮਾਇੰਦੇ ਜਥੇਬੰਦੀ ਅਕਾਲੀ ਦਲ ਨੂੰ ਤੁਸੀਂ ਮੈਂ ਕਿਹਾ ਜੀ ਤੁਹਾਡੇ ਵਰਗੇ ਸਿੱਖਾਂ ਨੇ ਕਾਂਗਰਸ ਰਹਿ ਕੇ ਜਿੰਨੀ ਬਰਬਾਦੀ ਪੰਜਾਬ ਦੀ ਕੀਤੀ ਹੈ, ਸਿੱਖ ਇਤਿਹਾਸ ਦੀ ਕੀਤੀ ਹੈ, ਸਿੱਖਾਂ ਦੀ ਕੀਤੀ ਹੈ, ਇਸ ਤੋਂ ਵੱਧ ਕੋਈ ਨਹੀਂ ਕਰ ਸਕਦਾ। ਓਕੇ ਥੈਂਕ ਯੂ ਵੈਰੀ ਮਚ। ਸਿੱਖਾਂ ਵਾਲਾ ਜੀ, ਤੁਸੀਂ ਕੀਤਾ ਹੈ, ਤੁਸੀਂ ਸਜ਼ਾਵਾਂ ਦਵਾਉਂਦੇ ਨਾ, ਤੁਸੀਂ ਸਜ਼ਾਵਾਂ ਦਵਾਈਆਂ। ਆ ਟਾਈਟਲ ਫਿਰ ਬਣਾਤਾ, ਤੁਸੀਂ ਕੋਈ ਬੋਲਿਆ? ਇਹ ਵੱਡੇ ਮੁੱਦੇ ਟਾਈਟਲ ਫਿਰ ਬਣਾਤਾ, ਫੇਰ ਬੋਲੇ ਵੀ ਇਦਾਂ ਕਾਂਗਰਸ ਦੇ ਨੁਮਾਇੰਦਗੀ ਕਰਦੇ ਤੁਸੀਂ, ਮੇਰੇ ਚ ਕਾਤਲ ਬੈਠੇ ਨੇ। ਦੋਨਾਂ ਮਹਿਮਾਨਾਂ ਨੂੰ ਬੇਨਤੀ ਹੈ, ਇਦਾਂ ਕੁਝ ਵੀ ਸੁਣਾਈ ਨਹੀਂ ਦੇਗਾ। ਸਿੱਖਾਂ ਵਾਲਾ ਜੀ, ਪੁਲਿਸ ਸਾਹਿਬ ਮਿਹਰਬਾਨੀ। ਜਿਹਦੇ ਵਿੱਚ ਕਾਤਲ ਬੈਠੇ ਉਹਦੀ ਨੁਮਾਇੰਦਗੀ ਕਰਦੇ ਤੁਸੀਂ, ਉਸ ਪਾਰਟੀ ਦੀ ਨੁਮਾਇੰਦਗੀ ਕਰਦੇ ਤੁਸੀਂ, ਜਿਹਦੇ ਵਿੱਚ ਕਮਲਨਾਥ ਵਰਗੇ ਕਾਤਲ ਬੈਠੇ ਨੇ, ਜਿਹੜੇ ਟਾਈਟਲ ਵਰਗੇ ਕਾਤਲ ਬੈਠੇ ਨੇ, ਸਿੱਖਾਂ ਦੇ ਕਾਤਲ ਜਿਹੜੇ ਨੇ, ਉਸ ਪਾਰਟੀ ਦੀ ਨੁਮਾਇੰਦਗੀ ਕਰਦੇ ਤੁਸੀਂ। ਤੁਹਾਡੇ ਦੋਨਾਂ ਦੇ ਵਿਊ ਪੁਆਇੰਟ ਆ ਗਏ। ਸਿੱਖਾਂ ਵਾਲਾ ਜੀ ਬੈਠਾ ਸਾਹਮਣੇ ਦੇਖ ਲੈ, ਲੋਕ ਸਿੱਖ ਪੰਥ ਇਹੋ ਜਿਹਾ ਹੁੰਦਾ। ਚਲੋ ਪੁਲਿਸ ਸਾਹਿਬ, ਸਿੱਖਾਂ ਵਾਲਾ ਜੀ, ਤੁਹਾਡੇ ਦੋਨਾਂ ਦੇ ਵਿਊ ਪੁਆਇੰਟ ਆ ਗਏ। ਤੁਹਾਡੇ ਸਿੱਖਾਂ ਵਾਲਾ ਜੀ ਮਿਹਰਬਾਨੀ। ਸਿੱਖਾਂ ਵਾਲਾ ਜੀ, ਮੇਰੀ ਬੇਨਤੀ ਹੈ ਆਪਾਂ ਬਾਕੀ ਬਹਿਸ ਨੂੰ ਵੀ ਚੱਲਣ ਦੀਏ। ਬਾਕੀ ਮਹਿਮਾਨਾਂ ਦੀ ਦੇਖੋ ਵੀ ਸਤਿਕਾਰਤ ਮਹਿਮਾਨ ਹੈ, ਕਾਫੀ ਦੇਰ ਦੇ ਇੰਤਜ਼ਾਰ ਕਰ ਰਹੇ ਆ। ਕਪੂਰ ਸਾਹਿਬ ਜਿਸ ਮਾਮਲੇ ਤੇ ਭ੍ਰਿਸ਼ਟਾਚਾਰ ਦੀ ਗੱਲ ਕਰਦੇ, ਤੁਸੀਂ ਕਹਿੰਦੇ ਕਿ ਵਿਰੋਧੀ ਧਿਰਾਂ ਭ੍ਰਿਸ਼ਟਾਚਾਰ ਤੋਂ ਡਰਦਿਆਂ ਇਕੱਠੀਆਂ ਹੋਈਆਂ।
ਕਿ ਮੋਦੀ ਸਾਹਿਬ ਹੱਥ ਪਾਉਣਗੇ ਭ੍ਰਿਸ਼ਟਾਚਾਰ ਦੇ ਖਿਲਾਫ। ਕਾਂਗਰਸ ਦੇ ਬੁਲਾਰਿਆਂ ਦਾ ਕਹਿਣਾ ਹੈ ਕਿ ਇਹੋ ਜਿਹੀ ਕੋਈ ਗੱਲ ਨਹੀਂ, ਮੋਦੀ ਤੇ ਅਮਿਤ ਸ਼ਾਹ ਨਾਲੋਂ ਵੱਡਾ ਭ੍ਰਿਸ਼ਟਾਚਾਰੀ ਕਿਹੜਾ ਹੋ ਸਕਦਾ। ਇਹਨਾਂ ਨੇ ਵੱਡੇ ਵੱਡੇ ਪ੍ਰੋਜੈਕਟ ਦੇਸ਼ ਦੇ ਆਪਣੇ ਦੋਸਤਾਂ ਨੂੰ ਵੇਚਤੇ। ਜੀ ਕਪੂਰ ਸਾਹਿਬ। ਸਿੱਧੂ ਸਾਹਿਬ ਐਸਾ ਹੈਗਾ ਵਾ ਕਿ ਸਿੱਖਾਂ ਵਾਲੇ ਜੀ ਦੀ ਗੱਲ ਮੈਂ ਬੜੇ ਅੱਛੇ ਧਿਆਨ ਨਾਲ ਸੁਣੀ। ਇਹਨਾਂ ਨੇ ਕਿਹਾ ਕਿ ਸੋਨੀਆ ਗਾਂਧੀ ਜੀ ਨੇ ਬੜਾ ਵੱਡਾ ਸੈਕਰੀਫਾਈਸ ਕੀਤਾ ਤੇ ਉਹਨਾਂ ਨੇ ਪ੍ਰਧਾਨ ਮੰਤਰੀ ਦੀ ਕੁਰਸੀ ਮਨਮੋਹਨ ਸਿੰਘ ਜੀ ਨੂੰ ਦੇ ਦਿੱਤੀ। ਜੇ ਮਨਮੋਹਨ ਸਿੰਘ ਜੀ ਨੂੰ ਸਿੱਖਾਂ ਵਾਲੀ ਦੀ ਉਹ ਕੁਰਸੀ ਮਿਲੀ ਸੀ ਨਾ, ਤੇ ਉਸ ਕੁਰਸੀ ਦੇ ਉਹ ਕਾਬਲ ਹੈਗੇ ਸੀ, ਇਸ ਕਾਰਨ ਉਹਨਾਂ ਨੂੰ ਮਿਲੀ ਸੀ। ਕਿਉਂਕਿ ਜਦੋਂ ਫਾਈਨਾਂਸ ਮਿਨਿਸਟਰ ਬਣੇ ਸੀ ਉਹਨਾਂ ਨੇ ਦੇਸ਼ ਦੇ ਵਿੱਚ ਵੀ ਕਾਬਲ ਬੰਦੇ ਹੈਗੇ, ਤੁਸੀਂ ਉਹਨਾਂ ਨੂੰ ਦੇ ਦਿਓ। ਪੜ੍ਹੇ ਲਿਖੇ ਤੁਹਾਡੇ ਕੋਲ ਵੀ ਹੈਗੇ, ਉਹਨਾਂ ਨੂੰ ਦੇ ਦਿਓ। ਸਿੱਖਾਂ ਵਾਲੀ ਦੀ ਗੱਲ ਕਰ ਲੈਂਦੇ ਹੋ ਨਾ, ਗੱਲ ਕਰ ਲੈਂਦੇ ਹੋ। ਹੱਥ ਜੋੜ ਕੇ ਬੇਨਤੀ ਹੈ, ਗੱਲ ਕਰਨ ਦਿਓ, ਨਾ ਟੋਕੋ ਜਾ। ਇਕਨੋਮਿਕ ਪਾਲਿਸੀ ਦੀ ਸ਼ੁਰੂਆਤ ਕਰਨ ਵਾਲੇ 1991-92 ਚ ਮਨਮੋਹਨ ਸਿੰਘ ਜੀ ਕੀਤੀ, ਔਰ ਜੇ ਸੋਨੀਆ ਗਾਂਧੀ ਜੀ ਨੇ ਉਸ ਟਾਈਮ ਪ੍ਰਾਈਮ ਮਿਨਿਸਟਰਸ਼ਿਪ ਅਸੈਪਟ ਨਹੀਂ ਨਾ ਕੀਤੀ, ਉਹਦਾ ਕਾਰਨ ਹੈਗਾ ਸੀ ਕਿ ਉਹਨਾਂ ਕੋਲ ਉਹ ਇਟਾਲੀਅਨ ਪਾਸਪੋਰਟ ਹੋਲਡਰ ਹੈਗੀਆਂ ਸੀ ਸੋਨੀਆ ਗਾਂਧੀ ਜੀ। ਔਰ ਜੇ ਕਿਤੇ ਉਹ ਗਲਤੀ ਦੇ ਨਾਲ ਬਣ ਜਾਂਦੀ ਨਾ, ਦੇਸ਼ ਦੇ ਵਿੱਚ ਇੱਕ ਨਵੀਂ ਕੰਟਰੋਵਰਸੀ ਦੀ ਸ਼ੁਰੂਆਤ ਹੋ ਜਾਂਦੀ। ਸੋ ਅੱਛਾ ਕੀਤਾ ਕਿ ਕਾਂਗਰਸ ਨੂੰ ਸਦਬੁੱਧੀ ਆਈ, ਉਹਨਾਂ ਨੇ ਸੋਨੀਆ ਗਾਂਧੀ ਨੂੰ ਵਿਡਰਾ ਕਰਕੇ ਇੱਕ ਦੇਸ਼ ਦੇ ਬੰਦੇ ਨੂੰ ਉਹਦਾ ਪ੍ਰਧਾਨ ਮੰਤਰੀ ਬਣਾਇਆ। ਨਹੀਂ ਤੇ ਇੱਕ ਦੇਸ਼ ਦੇ ਵਿੱਚ ਨਵਾਂ ਇਤਿਹਾਸ ਤੁਸੀਂ ਰਚ ਦੇਣਾ ਸੀ, ਇੱਕ ਇਟਾਲੀਅਨ ਲੇਡੀ ਨੂੰ ਹਿੰਦੁਸਤਾਨ ਦਾ ਪ੍ਰਾਈਮ ਮਿਨਿਸਟਰ ਬਣਾ ਕੇ। ਦੂਜੀ ਗੱਲ ਤੁਸੀਂ ਕੀਤੀ ਕਿ ਭ੍ਰਿਸ਼ਟਾਚਾਰੀ ਹੈਗੀ ਹੈ ਮੋਦੀ ਜੀ ਔਰ ਅਮਿਤ ਸ਼ਾਹ ਜੀ। ਤੁਹਾਨੂੰ ਕਿੰਨੇ ਰੋਕਿਆ ਉਹਨਾਂ ਦਾ ਭ੍ਰਿਸ਼ਟਾਚਾਰ ਐਕਸਪੋਜ਼ ਕਰਨ ਲਈ? ਕਰੋ। ਜੇ ਕੋਈ ਭ੍ਰਿਸ਼ਟਾਚਾਰ ਕੀਤਾ ਹੈਗਾ, ਤੁਸੀਂ ਰਾਫੇਲ ਦੇ ਮੁੱਦੇ ਤੇ ਐਡੀ ਖੱਪ ਪਾਈ ਸਾਰੇ ਹਿੰਦੁਸਤਾਨ ਚ, ਚੌਕੀਦਾਰ ਚੋਰ ਹੈ, ਚੌਕੀਦਾਰ ਚੋਰ ਹੈ। ਬਾਅਦ ਚ ਸੁਪਰੀਮ ਕੋਰਟ ਨੇ ਉਸ ਮੁੱਦੇ ਤੇ ਕਲੀਨ ਚਿੱਟ ਦੇ ਦਿੱਤੀ। ਤੁਸੀਂ ਕਿਸ ਭ੍ਰਿਸ਼ਟਾਚਾਰ ਦੀ ਅੱਜ ਤੱਕ ਤੁਸੀਂ ਇੱਕ ਸਿੰਗਲ ਕੇਸ ਅਮਿਤ ਸ਼ਾਹ ਜੀ ਤੇ ਮੋਦੀ ਜੀ ਦਾ ਨਹੀਂ ਦੱਸ ਪਾਏ ਕਿ ਇਹਦੇ ਚ ਭ੍ਰਿਸ਼ਟਾਚਾਰ ਕੀਤਾ ਹੈ? ਜੇ ਕੋਈ ਯੂਨਿਟ ਸੇਲ ਦੀ ਗੱਲ ਆ ਰਹੀ ਹੈ ਜਾਂ PSU ਸੇਲ ਦੀ ਗੱਲ ਆ ਰਹੀ ਹੈ ਜਾਂ ਗਵਰਨਮੈਂਟ ਆਪਣੀ ਹੋਲਡਿੰਗ ਨੂੰ ਘਟਾਉਂਦੀ ਪਈ ਹੈ, that is a normal policy। ਔਰ ਤੁਹਾਡੀ ਜਾਣਕਾਰੀ ਲਈ ਦੱਸਦੇ ਹਾਂ, ਦਿਸ ਇਨਵੈਸਟਮੈਂਟ ਦੀ ਪਾਲਿਸੀ ਦੀ ਸ਼ੁਰੂਆਤ ਕਰਨ ਵਾਲੇ ਸਰਦਾਰ ਮਨਮੋਹਨ ਸਿੰਘ ਜੀ ਗਏ ਸੀ। ਦਿਸ ਇਨਵੈਸਟਮੈਂਟ ਪਾਲਿਸੀ ਬੀਜੇਪੀ ਦੇ ਟਾਈਮ ਤੋਂ ਨਹੀਂ ਚਾਲੂ ਹੋਈ, ਇਹ ਸਰਦਾਰ ਮਨਮੋਹਨ ਸਿੰਘ ਜੀ ਦੀ ਪ੍ਰਪੋਜ਼ਲ ਲੱਗੀ ਸੀ ਕਿ ਜਦੋਂ ਫਾਈਨਾਂਸ ਮਿਨਿਸਟਰ ਲੱਗੇ ਕਿ ਦੇਸ਼ ਦੇ ਵਿੱਚ ਡਿਸ ਇਨਵੈਸਟਮੈਂਟ ਹੋਣੀ ਚਾਹੀਦੀ ਹੈ। ਸਿਰਫ ਅੱਜ ਦੇ ਹਾਲਾਤਾਂ ਦੇ ਮੱਦੇਨਜ਼ਰ ਜਿਸ ਤਰੀਕੇ ਦੇਖੋ ਪਾਲਿਸੀਜ਼ ਟਾਈਮ ਦੇ ਨਾਲ ਬਦਲਦੀਆਂ ਰਹਿੰਦੀਆਂ। ਜਦੋਂ ਮਨਮੋਹਨ ਸਿੰਘ ਜੀ ਨੇ 91-92 ਦੇ ਵਿੱਚ ਪਾਲਿਸੀਜ਼ ਲੈ ਕੇ ਆਏ ਸੀ ਨਾ, ਉਦੋਂ ਹੀ ਬੜਾ ਸ਼ੋਰ ਬਚਿਆ ਸੀ। ਬੜਾ ਇੱਕ ਸਵਾਲ ਕਪੂਰ ਸਾਹਿਬ, ਇੱਕ ਸਵਾਲ ਮੇਰੀ ਬੇਨਤੀ ਹੈ, ਜਦੋਂ ਤੁਸੀਂ ਭ੍ਰਿਸ਼ਟਾਚਾਰ ਦੇ ਮੁੱਦੇ ਦੀ ਗੱਲ ਕੀਤੀ ਹੈ, ਕਾਂਗਰਸ ਦੀ ਗੱਲ ਕਰ ਰਹੇ ਹੋ, ਹੁਣ ਕਿਧਰੇ ਇਹ ਵੀ ਲੱਗਦਾ ਹੈ ਕਿ ਵਿਰੋਧੀ ਧਿਰਾਂ ਵੱਲੋਂ ਇਹ ਵੀ ਕਿਹਾ ਜਾ ਰਿਹਾ ਭ੍ਰਿਸ਼ਟਾਚਾਰ ਦੇ ਮਾਮਲਿਆਂ ਨੂੰ ਡਰਾ ਧਮਕਾ ਕੇ ਕਿਸ ਕਦਰ ਲੋਕਾਂ ਨੂੰ ਭਾਜਪਾ 'ਚ ਜੁਆਇਨ ਕਰਾਇਆ ਜਾਂਦਾ ਹੈ। ਅਸ਼ਵਨੀ ਸੇਖੜੀ ਦੇ ਮਾਮਲੇ 'ਚ ਹੁਣ ਕਿਹਾ ਜਾ ਰਿਹਾ ਕਿਉਂਕਿ ਜਾਖੜ ਹੁਣੀ ਪ੍ਰਧਾਨ ਬਣ ਗਏ ਆ, ਭਾਜਪਾ ਪੰਜਾਬ ਦੇ ਕਾਂਗਰਸ 'ਚੋਂ ਆਏ ਹੈ, ਅਸ਼ਵਨੀ ਸੇਖੜੀ ਜਿਹੜੇ ਹੈਗਾ ਹੁਣ ਚਲੇ ਗਏ ਉੱਧਰ। ਕੀ ਲੱਗਦਾ ਇਹ ਜਿਹੇ ਕਿੰਨੇ ਅਸ਼ਵਨੀ ਸੇਖੜੀ ਹੈ ਜਿਹੜੇ ਹੋਰ ਭਾਜਪਾ ਜਾਣ ਲਈ ਤਿਆਰ ਬੈਠੇ ਹੈ? ਦੇਖੋ ਐਸਾ ਹੈਗਾ ਵਾ ਕਿ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਵਿੱਚ ਆਪਣੇ ਵਿੰਗਸ ਨੂੰ ਐਕਸਪੈਂਡ ਕਰਦੀ ਪਈ। ਤੁਹਾਨੂੰ ਪਤਾ ਹੀ ਹੈ ਸਿੱਧੂ ਸਾਹਿਬ ਕਿ ਪਿਛਲੇ ਸਾਲ ਦੇ ਇਲੈਕਸ਼ਨ ਅਸੈਂਬਲੀ ਦੇ ਛੱਡ ਦਿਓ, ਉਸ ਤੋਂ ਪਹਿਲੇ ਬੀਜੇਪੀ ਸਿਰਫ 23 ਸੀਟਾਂ 'ਚ ਪੰਜਾਬ 'ਚ ਲੜਦੀ ਸੀ ਤੇ 3 ਪਾਰਲੀਮੈਂਟਰੀ ਸੀਟਾਂ ਤੇ। ਹੁਣ ਜਦੋਂ ਪਾਰਟੀ ਨੇ ਨੈਸ਼ਨਲ ਲੈਵਲ ਤੇ ਇੱਕ ਡਿਸੀਜਨ ਲੈ ਲਿੱਤਾ ਕਿ ਆਪਾਂ ਪੂਰੇ ਪੰਜਾਬ ਦੇ ਵਿੱਚ ਆਪਣੇ ਸਿਰ ਤੇ ਇਲੈਕਸ਼ਨ ਲੜਨੇ ਹੈ, ਤੇ ਡੈਫੀਨੇਟਲੀ ਜਿਹੜੇ ਬੰਦੇ ਭਾਜਪਾ ਦੀ ਪਾਲਿਸੀਜ਼ ਨੂੰ ਕਨਫਾਈਡ ਕਰਦੇ ਹੈਗੇ ਹੈ ਜਾਂ ਭਾਜਪਾ ਦੀ ਨੀਤੀਆਂ ਨਾਲ ਐਗਰੀ ਕਰਦੇ ਹੈਗੇ ਹੈ, ਜੋ ਭਾਰਤੀ ਜਨਤਾ ਪਾਰਟੀ ਨੂੰ ਜੁਆਇਨ ਕਰਨਾ ਚਾਹੁੰਦੇ ਹੈ, ਆਪਾਂ ਉਹਨਾਂ ਦਾ ਸਵਾਗਤ ਕਰਾਂਗੇ। ਸੋ ਇਹਦੇ 'ਚ ਕੋਈ ਦੋ ਰਾਏ ਨਹੀਂ ਹੈਗੀ। ਹਾਂ, ਜਾਖੜ ਸਾਹਿਬ ਕਿਉਂਕਿ ਕਾਂਗਰਸ ਤੋਂ ਆਏ ਹੈ, ਕਾਂਗਰਸ ਵਿੱਚ ਪ੍ਰਧਾਨ ਵੀ ਰਹੇ ਹੈ, MP ਵੀ ਰਹੇ ਹੈ, ਤੇ ਡੈਫੀਨੇਟਲੀ ਉਹਨਾਂ ਦੇ ਅੱਛੇ ਕੰਟੈਕਟ ਕਾਂਗਰਸ ਦੇ ਵਿੱਚ ਹੈਗੇ ਹੈ, ਜੋ ਉਹਨਾਂ ਨੂੰ ਲੱਗਦਾ ਹੈਗਾ ਵਾ ਕਿ ਜਾਖੜ ਸਾਹਿਬ ਦਾ ਅੱਜ ਪੰਜਾਬ ਦੇ ਪ੍ਰਧਾਨ ਬਣਨ ਦੇ ਨਾਲ ਲੋਕ ਕਾਂਗਰਸ ਦੀ ਇੱਕ ਡੁੱਬਦੀ ਹੋਈ ਨਈਆ ਨੂੰ ਛੱਡ ਕੇ ਬੀਜੇਪੀ 'ਚ ਆਉਣਾ ਚਾਹੁੰਦੇ ਹੈਗੇ ਹੈ। ਔਰ ਜੇ ਉਹ ਭਾਜਪਾ ਦੀ ਪਾਲਿਸੀ ਨਾਲ ਐਗਰੀਡ ਹੈ ਤੇ ਸਾਡੇ ਵੱਲੋਂ ਕੋਈ ਮਨਾਹੀ ਨਹੀਂ ਹੈਗੀ, ਉਹਨਾਂ ਦਾ ਸਵਾਗਤ ਹੈਗਾ ਵਾ। ਉਹ ਆ ਕੇ ਦੇਸ਼ ਦੀ ਸੇਵਾ ਲਈ ਕੰਟਰੀਬਿਊਟ ਕਰਨ, ਪੰਜਾਬ ਦੀ ਸੇਵਾ ਲਈ ਕੰਟਰੀਬਿਊਸ਼ਨ ਪਾਉਣ, ਆਪਾਂ ਉਹਨਾਂ ਦਾ ਸਵਾਗਤ ਕਰਾਂਗੇ। ਓਕੇ, ਥੈਂਕ ਯੂ ਵੈਰੀ ਮਚ। ਡਾਕਟਰ ਬਿਰਾਗੀ, ਇਹ ਮੁੱਦਾ ਬਹੁਤ ਵੱਡਾ ਹੈ। ਜਦੋਂ ਆਪਾਂ ਕੌਮੀ ਪੱਧਰ ਦੀ ਗੱਲ ਕਰਦੇ ਹਾਂ, ਉਹਦੀਆਂ ਤੰਦਾਂ ਜਿੱਦਾਂ ਮੈਂ ਕਿਹਾ ਪੰਜਾਬ ਨਾਲ ਵੀ ਜਾ ਕੇ ਜੁੜਦੀਆਂ ਹੈ। ਜਦੋਂ ਵਿਰੋਧੀ ਤਰ੍ਹਾਂ ਦੇ ਏਕੇ ਦੀ ਗੱਲ ਹੁੰਦੀ ਹੈ, ਦੂਜੇ ਪਾਸੇ ਭਾਜਪਾ ਕਹਿਣਾ ਕਿ ਜਿਹੜੇ ਦੇਸ਼ ਦੀ ਸੇਵਾ ਕਰਨਾ ਚਾਹੁੰਦੇ ਜੇ ਭਾਜਪਾ 'ਚ ਆ ਰਹੇ ਹੈ ਤਾਂ ਮੋਸਟ ਵੈਲਕਮ। ਅਸ਼ਵਨੀ ਸੇਖੜੀ ਦਾ ਲੰਬਾ ਸਮਾਂ ਉਹਦਾ ਪਰਿਵਾਰ, ਉਸਦੇ ਫਾਦਰ ਜਿਹੜੇ ਕਾਂਗਰਸ 'ਚ ਰਹੇ, ਵਿਧਾਇਕ ਵੀ ਰਹੇ, ਆਪ ਰਹੇ, ਤੇ ਹੁਣ ਉਹਨਾਂ ਨੇ ਜਾ ਕੇ ਦਿੱਲੀ 'ਚ ਭਾਜਪਾ ਦਾ ਜਿਸ ਕਦਰ ਪੱਲਾ ਫੜਿਆ, ਕੀ ਲੱਗਦਾ ਹੈ ਕਿ ਕਈ ਇੱਦਾਂ ਦੇ ਅਸ਼ਵਨੀ ਸੇਖੜੀ ਹੋਰ ਜਾ ਸਕਦੇ ਆ ਭਾਜਪਾ 'ਚ?
ਬਿਲਕੁਲ ਜੀ, ਪਾਰਟੀਆਂ ਦਾ ਇਹ ਚੱਲਦਾ ਹੀ ਰਹਿੰਦਾ, ਆਉਣ ਜਾਣ ਤਾਂ ਹਰੇਕ ਦਾ ਬਣਿਆ। ਅਸ਼ਵਨੀ ਸ਼ੇਖੜੀ ਜੀ ਦੀ ਜੇ ਸਪੈਸੀਫਿਕਲੀ ਗੱਲ ਕੀਤੀ ਜਾਵੇ ਤਾਂ ਕਾਫੀ ਸਮੇਂ ਤੇ ਉਹ ਮੌਜੂਦ ਹੀ ਬੈਠੇ ਸੀਗੇ। ਜੇ ਇਲੈਕਸ਼ਨ ਦੇ ਦਰਮਿਆਨ ਵੀ ਦੇਖ ਲਈਏ, ਉਹਨਾਂ ਨੂੰ ਟਿਕਟ ਲੈਣ ਦੇਣ ਦੇ ਲਈ ਵੀ ਕਾਫੀ ਜੱਦੋ-ਜਹਿਦ ਕਰਨੀ ਪਈ ਸੀਗੀ ਤੇ ਉਹਨਾਂ ਨੂੰ ਪ੍ਰੋਪਰਲੀ ਮਾਣ ਸਨਮਾਨ ਨਹੀਂ ਮਿਲ ਰਿਹਾ ਸੀਗਾ ਕਾਂਗਰਸ ਦੇ ਵਿੱਚ। ਤੇ ਸੈਕੰਡਲੀ ਇਹ 'ਚ ਵੀ ਕੋਈ ਦੋ ਰਹਿ ਨਹੀਂਗਾ, ਜਿਸ ਤਰ੍ਹਾਂ ਨਾਲ ਬੀਜੇਪੀ ਨੇ ਕਾਂਗਰਸ ਨੂੰ ਮਾਣ ਦਿੱਤਾ ਵਾ ਆਪਦੇ ਪ੍ਰੈਜ਼ੀਡੈਂਟ ਬਣਾ ਕੇ, ਤੇ ਉਹ ਵੀ ਉਸ ਆਦਮੀ ਨੂੰ ਜਿਹਦਾ ਥੋੜ੍ਹਾ ਹੀ ਟਾਈਮ ਹੋਇਆ ਸੀਗਾ ਗਏ ਨੂੰ। ਤਾਂ ਮੈਨੂੰ ਲੱਗਦਾ ਸਾਰੇ ਹੀ ਸੋਚ ਰਹੇ ਆ ਵੀ ਬੀਜੇਪੀ ਰੂਲਿੰਗ ਪਾਰਟੀ ਹੈਗੀ ਹੈ, ਜੇ ਅਸੀਂ ਵੀ ਜਾਂਦੇ ਹਾਂ ਸਾਨੂੰ ਕਿਤੇ ਨਾ ਕਿਤੇ ਮਿਲ ਜੂਗਾ ਕੁਛ। ਇਹਦੇ ਵਿੱਚ ਕਾਂਗਰਸੀ ਜਾਂ ਜੁਆਇਨਿੰਗ ਜਿਹੜੇ ਨਿਊ ਕਾਂਗਰਸੀ ਉਹਨਾਂ 'ਚ ਤਾਂ ਖੁਸ਼ੀ ਦੀ ਗੱਲ ਜ਼ਰੂਰ ਹੈਗੀ ਆ, ਪਰ ਬੀਜੇਪੀ ਵਾਲਿਆਂ ਦੇ ਵਿਚਾਰਿਆਂ ਦੇ ਥੋੜ੍ਹਾ ਜਿਹਾ ਮਹਿਸੂਸ ਤਾਂ ਹੁੰਦਾ ਹੀ ਆ ਵੀ ਨਵੇਂ ਆ ਕੇ ਟੇਕ ਓਵਰ ਕਰ ਰਹੇ ਆ, ਚਾਹੇ ਲੋਕਲ ਲੈਵਲ 'ਤੇ ਹੋਵੇ, ਅਸੈਂਬਲੀ ਲੈਵਲ 'ਤੇ ਹੋਵੇ, ਚਾਹੇ ਸਟੇਟ ਲੈਵਲ 'ਤੇ ਹੋਵੇ। ਜਿੱਥੋਂ ਤੱਕ ਕੌਮੀ ਪੱਧਰ 'ਤੇ ਇੱਕ ਵਾਲੀ ਗੱਲ ਹੈਗੀ ਸਿੱਧੂ ਸਾਹਿਬ, ਇਹ ਜਿਹੜੀ ਅਲਾਇੰਸ ਪੋਲੀਟਿਕਸ ਹਿੰਦੁਸਤਾਨ ਦੇ ਵਿੱਚ 1998-99 ਤੋਂ ਬਾਅਦ ਸ਼ੁਰੂ ਹੋ ਗਈ ਸੀਗੀ, ਜਦੋਂ ਬੀਜੇਪੀ ਦੇ ਵਾਜਪਾਈ ਸਾਹਿਬ ਨੂੰ ਕੋਈ ਵੀ ਬਹੁਮਤ 2-3 ਵਾਰੀ ਉਦੋਂ ਸਰਕਾਰ ਟੁੱਟੀ ਸੀਗੀ। ਅਤੇ ਉਹ ਮੈਨੂੰ ਲੱਗਦਾ ਇਹ ਪੋਲੀਟਿਕਸ ਉਹੀ ਚੱਲਦੀ ਆ ਰਹੀ ਆ। ਇਹਨੂੰ ਆਪਾਂ ਉਸ ਲੈਵਲ 'ਤੇ ਏਕੇ ਦੀ ਗੱਲ ਤਾਂ ਨਹੀਂ ਕਵਾਂਗੇ ਵੀ ਕੰਪਰੋਮਾਈਜ਼ ਪਾਰਟੀਆਂ ਕਰ ਰਹੀਆਂ ਵਾ, ਪਰ ਹਾਂ ਕਿਤੇ ਨਾ ਕਿਤੇ ਦੂਜੀ ਧਿਰਾਂ ਦੀ ਲੜਾਈ ਹੁਣ ਵੇਖਣ ਨੂੰ ਆ ਰਹੀ ਹੈ। ਪਿੱਛੇ ਜੇ ਪੋਲਰਾਈਜੇਸ਼ਨ ਨੂੰ ਤੁਸੀਂ ਕਹਿ ਲਓ ਉਹਨੂੰ, ਪਿੱਛੇ ਜੇ ਬੀਜੇਪੀ ਨੇ ਇਸ 2 ਇਲੈਕਸ਼ਨ ਦੇ ਵਿੱਚ ਇਸ ਜਿਹੜੇ ਅਲਾਇੰਸ ਨੂੰ ਤੋੜਿਆ ਸੀਗਾ, ਜਿਹਨੇ ਬੀਜੇਪੀ ਨੇ ਜਿਸ ਅਲਾਇੰਸ ਨੂੰ ਪਹਿਲਾਂ ਜਨਮ ਦਿੱਤਾ, ਅਲਾਇੰਸ ਪੋਲੀਟਿਕਸ ਨੂੰ ਜਨਮ ਦਿੱਤਾ ਸੀ, ਉਹ ਅਲਾਇੰਸ ਪੋਲੀਟਿਕਸ ਨੂੰ ਤੋੜਿਆ ਸੀਗਾ। ਪਰ ਅੱਜ ਮੈਨੂੰ ਲੱਗਦਾ ਫਿਰ ਉਹੋ ਜਿਹੇ ਹਾਲਾਤ ਪੈਦਾ ਹੋ ਰਹੇ ਆ ਵੀ 2 ਪਾਰਟੀਆਂ ਹੀ ਜਾਂ 2 ਧਿਰਾਂ ਹੀ, ਜਿਵੇਂ UPA ਜਾਂ NDA ਆਪਦਾ ਸਮਰਥਨ ਕਰ, ਜਿੱਥੋਂ ਤੱਕ ਹੈਗੀ ਰੀਜਨਲ ਪਾਰਟੀਆਂ ਦੀ ਗੱਲ, ਚਾਹੇ ਉਹ ਅਕਾਲੀ ਦਲ ਹੋਵੇ ਚਾਹੇ ਉਹ ਕੋਈ ਵੀ ਹੋਵੇ, ਜੇ ਉਹ ਉਹਨਾਂ ਦੀ ਮਜਬੂਰੀ ਬਣ ਜਾਂਦਾ ਸਿੱਧੂ ਸਾਹਿਬ ਕਿਤੇ ਨਾ ਕਿਤੇ, ਜੇ ਉਹ ਅਲਾਇੰਸ ਦੇ ਪਾਰਟ ਨਹੀਂ ਬਣਦੇ ਤਾਂ ਮੈਨੂੰ ਲੱਗਦਾ ਉਹ ਨਾ ਤਾਂ ਗੌਰਮੈਂਟ ਦੇ ਵਿੱਚ ਉਹ ਪ੍ਰੋਪਰ ਆਪਦੀ ਜਿਹੜੀ ਹੈਗੀ ਆ ਭੂਮਿਕਾ ਨਿਭਾ ਪਾਉਂਦੇ ਆ, ਨਾ ਹੀ ਉਹ ਖਿੱਤੇ ਦੇ ਲਈ ਕੋਈ ਵਿਸ਼ੇਸ਼ ਪੈਕੇਜ ਜਾਂ ਮੈਂ ਕਹਾਂ ਉਹ ਲਿਆ ਪਾਉਣ ਦੇ ਵਿੱਚ ਸਮਰੱਥ ਰਹਿੰਦੇ ਆ। ਸੌਰੀ ਡਾਕਟਰ ਬਰਾਗੀ, ਇੱਕ ਲੰਬਾ ਸਮਾਂ ਪੰਜਾਬ ਦੇ ਅੰਦਰ ਸ਼੍ਰੋਮਣੀ ਅਕਾਲੀ ਦਲ ਆਜ਼ਾਦਾਨਾ ਤੌਰ 'ਤੇ ਭੂਮਿਕਾ ਨਿਭਾਉਂਦਾ ਰਿਹਾ, ਉਹਦੇ ਨਾਲ ਕੋਈ ਪਾਰਟੀਆਂ ਜਾਂ ਗਰੁੱਪ ਜੁੜਦੇ ਜ਼ਰੂਰ ਰਹੇ, ਪਰ ਮੁੱਖ ਭੂਮਿਕਾ ਅਕਾਲੀ ਦਲ ਹੀ ਨਿਭਾਉਂਦਾ ਰਿਹਾ ਪੰਜਾਬ ਦੇ ਅੰਦਰ। ਪੰਜਾਬ ਦੇ ਅੰਦਰ ਮੈਂ ਕੌਮੀ ਪੱਧਰ ਦੀ ਗੱਲ ਕਰਦਾ ਹਾਂ, ਪੰਜਾਬ ਦੇ ਅੰਦਰ ਨੋ ਡਾਊਟ ਅਕਾਲੀ ਦਲ ਨੇ ਅੱਜ ਹੁਣ ਪੋਲੀਟਿਕਸ ਸਭ ਇਹੋ ਜਿਹੀ ਸ਼ੁਰੂ ਹੋ ਗਈ ਹੈ। ਜੇ ਅਕਾਲੀ ਦਲ ਵੀ ਬੀਜੇਪੀ ਦਾ ਪਾਰਟ ਬਣ ਕੇ ਲੜਦਾ ਵਾ, ਚਲੋ ਇਹਨਾਂ ਦੀ ਆਪਦੀ ਸਟ੍ਰੈਟਜੀ ਹੈਗੀ ਹਰੇਕ ਪਾਰਟੀ ਦੀ, ਤਾਂ ਮੈਨੂੰ ਲੱਗਦਾ ਉਸ ਦੇ ਨਾਲ ਉਸ ਖਿੱਤੇ ਦਾ ਬੜਾ ਵਿਕਾਸ ਹੋਣ ਦੀ ਉਮੀਦਾਂ ਲਗਾਈਆਂ ਜਾ ਸਕਦੀਆਂ। ਤੇ ਪਰ ਨਹੀਂ, ਆਪਾਂ ਪਿੱਛੇ ਜੇ ਇਹ ਵੀ ਦੇਖਿਆ ਜਿਹੜੇ ਕੱਲੇ MPs ਹੁੰਦੇ ਆ ਉੱਥੇ ਕੌਮੀ ਪੱਧਰ ਤੇ ਉਹਨਾਂ ਦੀ ਕੋਈ ਬਾਹਲਾ ਉੱਥੇ ਸੁਣਵਾਈ ਨਹੀਂ ਹੁੰਦੀ। ਥੈਂਕ ਯੂ ਵੈਰੀ ਮਚ। ਸਿੱਖਾਂ ਲਈ ਇੱਕ ਸਵਾਲ ਜ਼ਰੂਰ ਮੈਂ ਅਸ਼ਵਨੀ ਸ਼ੇਖੜੀ ਤੇ ਲੈਣਾ ਚਾਹਾਂਗਾ, ਕਿਉਂਕਿ ਪੰਜਾਬ ਦੀ ਰਾਜਨੀਤੀ ਦੇ ਅੰਦਰ ਇੱਕ ਨਵੀਂ ਚਰਚਾ ਇਸ ਮਾਮਲੇ ਨਾਲ, ਜਿਸ ਤਰ੍ਹਾਂ ਭਾਜਪਾ ਦੇ ਅੰਦਰ ਜਾਣ ਦੀ ਗੱਲ ਉਹਨਾਂ ਦੀ ਆ ਰਹੀ ਹੈ। ਹਾਲਾਂਕਿ ਟੈਕਨੀਕਲ ਤੌਰ ਤੇ ਇਹ ਕਿਹਾ ਜਾ ਰਿਹਾ ਕਿ ਜੇ ਉਹਨਾਂ ਨੇ ਪ੍ਰੋਪਰ ਜੁਆਇਨ ਨਹੀਂ ਕੀਤਾ, ਪਰ ਮੀਡੀਆ ਨੇ ਸਟੈਂਪ ਲਾਤੀ ਹੈ ਕਿ ਭਾਜਪਾ 'ਚ ਚਲੇ ਗਏ ਹੈ। ਕੀ ਲੱਗਦਾ ਹੈ ਕਿ ਇਸ ਤਰ੍ਹਾਂ ਦੇ ਹੋਰ ਵੀ ਅਸ਼ਵਨੀ ਸ਼ੇਖੜੀ ਨਿਕਲ ਸਕਦੇ ਆ ਕਾਂਗਰਸ 'ਚੋਂ? ਸਿੱਖਾਂ ਵਾਲਾ ਜੀ, ਸਿੱਖਾਂ ਵਾਲਾ ਜੀ ਆਵਾਜ਼ ਆ ਰਹੀ ਹੈ? ਮੈਂ ਆਪਣੀ ਟੀਮ ਨੂੰ ਕਹਾਂਗਾ ਮੇਰੇ ਕੋਲ ਟੈਕਨੀਕਲ ਵਜ੍ਹਾ ਕਰ ਜੀ ਸ਼ੇਖੜੀ ਸਾਹਿਬ ਦੀ ਜਾਂ ਉਸ ਤੋਂ ਪਹਿਲਾਂ ਸੁਨੀਲ ਜਾਖੜ ਜਾਂ ਕੈਪਟਨ ਅਮਰਿੰਦਰ ਸਿੰਘ, ਇਹ ਸਾਰਾ ਇੱਕ ਜਿਹੜਾ ਸਿਆਸਤ ਦਾ ਡਿੱਗਿਆ ਹੋਇਆ ਮਿਆਰ ਆ ਜੀ, ਉਹ ਸਾਡੇ ਸਾਹਮਣੇ ਆ ਰਹੀ ਹੈ ਜੀ। ਜਿਹੜਾ ਸਿਆਸਤ ਦਾ ਡਿੱਗਿਆ ਹੋਇਆ ਮਿਆਰ ਹੈ ਉਹ ਸਾਡੇ ਸਾਰਿਆਂ ਦੇ ਸਾਹਮਣੇ ਆ ਰਿਹਾ ਜੀ। ਇਹ ਸਾਰੇ ਔਰ ਜਿਹੜਾ ਜਿਸ ਤਰ੍ਹਾਂ ਪਹਿਲਾਂ ਉਮੀਦਾਂ ਸੀ, ਕੈਪਟਨ ਅਮਰਿੰਦਰ ਸਿੰਘ ਨੂੰ ਉਮੀਦ ਸੀ ਕਿ ਮੈਨੂੰ ਸ਼ਾਇਦ ਵਾਈਸ ਪ੍ਰੈਜ਼ੀਡੈਂਟ ਆਫ ਇੰਡੀਆ ਲਾ ਦੇਣਗੇ ਜਾਂ ਕਿਸੇ ਸਟੇਟ ਦਾ ਗਵਰਨਰ ਲਾ ਦੇਣਗੇ ਬੀਜੇਪੀ ਵਾਲੇ। ਇਸੇ ਤਰ੍ਹਾਂ ਜਾਖੜ ਸਾਹਿਬ ਬਾਰੇ ਇਹ ਚਰਚਾ ਸੀ ਕਿ ਰਾਜ ਸਭਾ ਦਾ ਮੈਂਬਰ ਬਣਾ ਕੇ ਵੀ ਮੈਨੂੰ ਕੋਈ ਸੈਂਟਰ ਦਾ ਵਜ਼ੀਰ ਬਣਾ ਦੇਣਗੇ। ਉਹ ਸਾਰੀਆਂ ਉਹਨਾਂ ਦੀਆਂ ਉਮੀਦਾਂ 'ਤੇ ਪਾਣੀ ਫਿਰਿਆ। ਉਸ ਤੋਂ ਇਲਾਵਾ ਜਿਹੜਾ ਹੁਣ ਜਾਖੜ ਸਾਹਿਬ ਨੂੰ ਪ੍ਰਧਾਨ ਬਣਾਉਣਾ ਪੰਜਾਬ ਬੀਜੇਪੀ ਦਾ, ਉਹਦੇ ਨਾਲ ਜਿਹੜਾ ਪਾਰਟੀ ਦਾ ਕਾਡਰ ਸੀ ਉਹਨਾਂ ਦਾ, ਉਹਦੇ 'ਚ ਬੜੀ ਵੱਡੀ ਨਿਰਾਸ਼ਤਾ ਆਈ ਹੈ, ਕਿਉਂਕਿ ਇੱਕ ਆਈਡੀਓਲੋਜੀ ਬੇਸਡ ਜਿਹੜੀ ਪਾਰਟੀ ਹੈ, ਕਾਂਗਰਸ ਵੀ ਆਈਡੀਓਲੋਜੀ ਬੇਸਡ ਪਾਰਟੀ ਹੈ। ਅਸੀਂ ਜਿਹੜੀ ਧਰਮ ਨਿਰਪੱਖ ਸਿਆਸਤ ਨੂੰ, ਲੋਕਤੰਤਰ ਦੇ ਵਿੱਚ ਵਿਸ਼ਵਾਸ ਰੱਖਣ ਵਾਲੇ ਆ, ਔਰ ਜਿਹੜੀ ਇਹ ਭਾਰਤੀ ਜਨਤਾ ਪਾਰਟੀ ਹੈ, ਇਹਨਾਂ ਨੇ ਹਿੰਦੂਇਜ਼ਮ ਦੀ ਸਿਆਸਤ ਕੀਤੀ ਹੈ। ਤੇ ਖਾਸ ਕਰਕੇ ਜਿਹੜਾ ਮੌਜੂਦਾ ਲੋਕਤੰਤਰ ਹੈ ਜਾਂ ਸਾਡਾ ਮੌਜੂਦਾ ਸੰਵਿਧਾਨ ਹੈ, ਇਹਨਾਂ ਨੂੰ ਕਦੇ ਵੀ ਸਵੀਕਾਰ ਨਹੀਂ ਕੀਤਾ ਇਹਨਾਂ ਨੇ, ਕਿਉਂਕਿ ਇਹ ਚਾਹੁੰਦੇ ਸੀ ਵੀ ਹਿੰਦੂਤਵ ਦਾ ਸੰਵਿਧਾਨ ਹੋਣਾ ਚਾਹੀਦਾ। ਇਹ ਜਦੋਂ ਅਸੀਂ ਵਿਚਾਰਧਾਰਾ ਦੀ ਗੱਲ ਲਿਆਉਣੇ ਆ, ਤੇ ਉਦੋਂ ਜਿਹੜੇ ਬੰਦਿਆਂ ਨੇ 50 ਸਾਲ ਜਾਂ ਜਿਹੜੇ ਪਰਿਵਾਰਾਂ ਨੇ 50-60 ਸਾਲ
ਇੱਕ ਧਰਮ ਨਿਰਪੱਖ ਸੰਵਿਧਾਨ ਦੀ ਔਰ ਉਹਦੇ ਹੱਕ ਦੇ ਵਿੱਚ ਚੱਲ ਕੇ ਆਪਣੀ ਸਿਆਸਤ ਕੀਤੀ ਹੋਵੇ। ਤੇ ਅੱਜ ਫਿਰ ਜਦੋਂ ਉਹ ਨਿੱਜੀ ਵਿਵਾਦਾਂ ਦੇ ਲਈ ਇਸ ਤਰ੍ਹਾਂ ਦੀ ਘਟੀਆ ਲੈਵਲ ਦੀ ਸਿਆਸਤ ਵਾਲੇ ਪਾਸੇ ਆਉਂਦੇ ਆ ਤਾਂ ਉੱਥੇ ਫਿਰ ਇੱਕ ਗੱਲ ਇਹ ਜ਼ਰੂਰ ਆਉਂਦੀ ਹੈ ਕਿ ਜਿਹੜਾ ਰਾਜਨੀਤੀ ਦਾ ਮਿਆਰ ਬਹੁਤ ਜ਼ਿਆਦਾ ਡਿੱਗ ਗਿਆ ਨਿੱਜੀ ਚਲੋ ਮੈਂ ਵਿਵਾਦਾਂ ਕਹਿੰਦਾ ਦੇ ਕਿ ਲਈ। ਜਨਰਲ ਤੁਹਾਡੇ ਕਮੈਂਟਸ ਬਿਲਕੁਲ ਵਾਜਿਬ ਹੈ। ਮੈਂ ਬਾਕੀ ਮਹਿਮਾਨਾਂ ਤੋਂ ਸਮਾਂ ਬਿਲਕੁਲ ਹੀ ਸੀਮਿਤ ਹੈ। ਮੈਂ ਇੱਕ ਨਿੱਕਾ ਜਿਹਾ ਸਵਾਲ, ਪਰ ਸਵਾਲ ਵੱਡਾ ਹੈ ਕਿ ਹੋਰ ਅਸ਼ਵਨੀ ਸੇਖੜੀ ਤਾਂ ਨਹੀਂ ਨਿਕਲਣਗੇ ਕਾਂਗਰਸ ਚੋਂ? ਮੈਨੂੰ ਪੁੱਛ ਰਿਹਾ ਕਿਹਨੂੰ ਪੁੱਛ? ਸਿੱਖਾਂ ਵਾਲਾ ਜੀ। ਦੇਖੋ ਜੀ, ਅਸੀਂ ਤਾਂ ਬੜਾ ਕਲੀਅਰ ਸਾਡੇ ਜਿਹੜੇ ਕੇਂਦਰੀ ਨੇਤਾ ਹੈ ਸ਼੍ਰੀ ਰਾਹੁਲ ਗਾਂਧੀ ਨੇ ਬੜਾ ਕਲੀਅਰ ਐਲਾਨ ਕੀਤਾ ਸੀ ਕਿ ਜਿਹਦੇ ਵਿੱਚ ਮਨ ਦੇ ਵਿੱਚ ਡਰ ਹੈ ਉਹ ਜਦੋਂ ਮਰਜ਼ੀ ਛੱਡ ਕੇ ਚਲਾ ਜਾਵੇ। ਜੇ ਕਿਸੇ ਨੂੰ ਇਹ ਲੱਗਦਾ ਹੈ ਕਿ ਭਾਰਤੀ ਜਨਤਾ ਪਾਰਟੀ ਵਾਲੇ ਸਾਡੇ ਤੇ ਕੋਈ ਇਸ ਤਰ੍ਹਾਂ ਦਾ ਕੋਈ ਕੇਸ ਬਣਾਉਣਗੇ ਜਾਂ ਕਰਨਗੇ, ਜਿਹਨੂੰ ਡਰ ਲੱਗਦਾ ਹੈ ਤਾਂ ਸ਼੍ਰੀ ਰਾਹੁਲ ਗਾਂਧੀ ਜੀ ਨੇ ਐਲਾਨ ਕੀਤਾ ਸੀ। ਉਸ ਤੋਂ ਬਾਅਦ ਸਾਡੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀ ਕਿਹਾ ਕਿ ਜਿਹਨੂੰ ਲੱਗਦਾ ਹੈ ਕਿ ਅਸੀਂ ਡਟ ਕੇ ਲੜ ਨਹੀਂ ਸਕਦੇ, ਸਾਡੀ ਦੇਸ਼ ਭਗਤਾਂ ਦੀ ਪਾਰਟੀ ਹੈ, ਉਹ ਦੇਸ਼ ਭਗਤਾਂ ਵਾਲੀ ਲਾਈਨ ਤੇ ਨਹੀਂ ਚੱਲ ਸਕਦੇ, ਉਹ ਛੱਡ ਕੇ ਜਾ ਸਕਦੇ, ਸਾਨੂੰ ਕੋਈ ਇਤਰਾਜ਼ ਨਹੀਂ। ਓਕੇ ਥੈਂਕ ਯੂ। ਪੁੱਲਰ ਸਾਹਿਬ, ਜਿਹੜੇ ਵਿਰੋਧੀ ਤਰ੍ਹਾਂ ਦੇ ਗੱਠਜੋੜ ਹੈ, ਇੱਕ ਪਾਸੇ ਭਾਜਪਾ ਤੇ ਦੂਜੇ ਪਾਸੇ ਭਾਜਪਾ ਵਿਰੋਧੀ, ਕੀ ਲੱਗਦਾ ਹੈ ਕਿ ਜਿਹੜੀਆਂ ਵਿਰੋਧੀ ਤਰ੍ਹਾਂ ਇਕੱਠੀਆਂ ਹੋ ਰਹੀਆਂ ਭਾਜਪਾ ਨੂੰ ਕੋਈ ਚੁਣੌਤੀ ਦੇ ਸਕਦੀਆਂ ਇਸ ਦੇਸ਼ ਦੇ ਅੰਦਰ? ਸੰਖੇਪ 'ਚ ਮੇਰੀ ਮਜਬੂਰੀ ਆ ਸਮੇਂ ਦੀ। ਦੇਖੋ, ਗੱਲ ਇਸ ਤਰ੍ਹਾਂ ਹੈਗੀ ਹੈ ਕਿ ਜਦੋਂ ਅਲੱਗ-ਅਲੱਗ ਪਾਰਟੀਆਂ ਦਾ ਗਠਨ ਹੁੰਦਾ, ਕੁਝ ਵੀ ਹੋਵੇ, ਚੁਣੌਤੀ ਤੇ ਦੇਖੋ ਕਿਤੇ ਨਾ ਕਿਤੇ ਹੁੰਦੀ ਹੈ। ਓਕੇ। ਔਰ ਜਿਸ ਤਰੀਕੇ ਨਾਲ ਭਾਰਤੀ ਜਨਤਾ ਪਾਰਟੀ ਨੇ ਜਿਹੜੇ ਇਹਨਾਂ ਦੇ ਨਾਲ ਇਹਨਾਂ ਦੇ ਸਹਿਯੋਗੀ ਸੀਗੇ ਉਹਨਾਂ ਨੂੰ ਇੱਕ ਇੱਕ ਕਰਕੇ ਇਹਨਾਂ ਨੇ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾਂ ਪਾਸੇ ਕਰਨ ਦੀ, ਲਾਂਭੇ ਕਰਨ ਦੀ ਕੋਸ਼ਿਸ਼ ਕੀਤੀ ਹੈ, ਉਹ ਵੀ ਕਿਸੇ ਤੋਂ ਲੁਕਿਆ ਤਾਂ ਨਹੀਂ ਹੋਇਆ। ਚਾਹੇ ਉਹ ਸ਼ਿਵ ਸੈਨਾ ਹੋਵੇ, ਚਾਹੇ ਸ਼੍ਰੋਮਣੀ ਅਕਾਲੀ ਦਲ ਹੋਵੇ, ਚਾਹੇ ਬਾਕੀ ਹੋਣ। ਤੇ ਉਸ ਚੀਜ਼ ਦਾ ਨੁਕਸਾਨ ਤੇ ਭਾਰਤੀ ਜਨਤਾ ਪਾਰਟੀ ਨੂੰ ਕਿਤੇ ਨਾ ਕਿਤੇ ਹੋਣਾ ਹੈ, ਇਹ 'ਚ ਕੋਈ ਦੋ ਰਾਏ ਨਹੀਂ ਹੈਗੀਆਂ ਕਿ ਨਾ ਹੋਵੇ। ਜਿਹੜਾ ਇੱਧਰ ਇਕੱਠ ਹੋ ਰਿਹਾ, ਇਕੱਠ ਦੇ ਨਾਲ ਬਹੁਤ ਜ਼ਿਆਦਾ ਫਾਇਦਾ ਹੁੰਦਾ, ਇਹ ਤਾਂ ਬਾਅਦ 'ਚ ਪਤਾ ਲੱਗੂਗਾ, ਕਿਉਂਕਿ ਇਹ ਸਮਾਂ ਹੈਗਾ, ਉਸ ਤੋਂ ਪਹਿਲਾਂ ਪਤਾ ਨਹੀਂ ਇਹ ਠਿਕਰੀਆਂ ਕਦੋਂ ਖਿਲਰ ਜਾਣਗੀਆਂ ਸਿੱਧੀਆਂ ਜਿਹੜੀਆਂ। ਥੈਂਕ ਯੂ ਵੈਰੀ ਮਚ ਪੁੱਲਰ ਸਾਹਿਬ, ਬਿਲਕੁਲ ਸਮਾਂ ਦੱਸੇਗਾ ਆਉਣ ਵਾਲਾ। ਲਾਸਟ ਕਮੈਂਟ ਕਪੂਰ ਸਾਹਿਬ, ਜੋ ਵਿਰੋਧੀ ਤਰ੍ਹਾਂ ਦਾ ਇਕੱਠ ਗੱਠਜੋੜ ਕਹਿ ਲਓ, ਮੀਟਿੰਗਾਂ ਹੋ ਰਹੀਆਂ, ਕੀ ਭਾਜਪਾ ਲਈ ਚੁਣੌਤੀ ਬਣ ਸਕਦੀਆਂ? ਜਵਾਬ ਜ਼ਰੂਰ, ਪਰ ਕੁਝੇ 'ਚ ਸਮੁੰਦਰ ਬੰਦ ਵਾਲੀ ਗੱਲ ਹੈ। सिद्धू साहब एक पुरानी कहावत है, बानुमती में कुनबा जोड़ा कहीं का ईंट कहीं का रोड। मैं तो ਤੁਹਾਨੂੰ ਪਹਿਲੇ ਵੀ ਐਕਸਪਲੇਨ ਕਰ ਚੁੱਕਾ ਹਾਂ ਕਿ ਆਪਾਂ ਇਸ ਚੀਜ਼ ਨੂੰ ਕੋਈ ਚੁਣੌਤੀ ਨਹੀਂ ਸਮਝਦੇ ਹੈਗੇ। ਆਪਾਂ ਫੁੱਲੀ ਗੀਅਰਡ ਅਪ ਆ, ਫੁੱਲੀ ਪ੍ਰੀਪੇਅਰਡ ਆ ਆਉਣ ਵਾਲੇ ਅਗਲੇ ਪਾਰਲੀਮੈਂਟ ਇਲੈਕਸ਼ਨ ਲਈ, ਔਰ ਡਟ ਕੇ ਪੂਰੀ ਕਲੀਨ ਮੈਜੋਰਿਟੀ ਨਾਲ ਆਪਾਂ ਇਲੈਕਸ਼ਨ ਨੂੰ ਅਗਲੇ 2024 ਦੇ ਜਿੱਤਾਂਗੇ। ਸਾਨੂੰ ਇਹਨਾਂ ਦੇ ਜੁੜਨ ਦੇ ਨਾਲ ਕੋਈ ਡਰ ਨਹੀਂ ਹੈ, ਕੋਈ ਭय ਨਹੀਂ ਹੈ, ਔਰ ਆਪਾਂ ਇਹਨਾਂ ਨੂੰ ਕਲੈਕਟਿਵਲੀ ਲੈਣ ਦੇ ਵਿੱਚ ਬਿਲਕੁਲ ਸક્ષਮ ਹੈਗੇ ਆ, ਔਰ ਬੜਾ ਅੱਛਾ ਇਲੈਕਸ਼ਨ ਦਾ ਰਿਜ਼ਲਟ ਆਪਾਂ ਆਉਣ ਵਾਲੇ ਟਾਈਮ 'ਚ 2024 ਚ ਲੋਕਾਂ ਨੂੰ ਦੇਵਾਂਗੇ। ਪੰਜਾਬ ਹਿੰਦੁਸਤਾਨ ਦੇ ਲੋਕਾਂ ਦਾ ਵਿਸ਼ਵਾਸ ਹੈਗਾ ਹੈ ਨਰਿੰਦਰ ਮੋਦੀ। ਵਿਸ਼ਵਾਸ ਦੇ ਆਪਾਂ ਖਰੇ ਉਤਰਾਂਗੇ। ਧੰਨਵਾਦ ਡਾਕਟਰ ਬਰਾਗੀ। ਦੋ ਲਾਈਨਾਂ ਦਾ ਕਮੈਂਟ। ਨਹੀਂ ਬਿਲਕੁਲ ਜੀ, ਫਰਕ ਤਾਂ ਪੈਂਦਾ ਹੈ, ਫਰਕ ਤਾਂ ਪੈਣਾ ਹੀ ਆ, ਕੋਈ ਵੀ ਪਾਰਟੀ ਕਿਸੇ ਦੇ ਬਰਾਬਰ। ਹਾਂ, ਵੱਖਰੀ ਗੱਲ ਆ ਉਹ ਇਲੈਕਸ਼ਨ ਦੇ ਵਿੱਚ ਕਿਵੇਂ ਦੀ ਕੀ ਪਰਫਾਰਮੈਂਸ ਹੁੰਦੀ ਆ, ਕੀ ਨਹੀਂ ਹੁੰਦੀ, ਵੋਟਰ ਉਸ ਟਾਈਮ ਤੇ ਕੀ ਸਾਈਕੀ ਕੈਰੀ ਕਰਦਾ, ਕੀ ਨਹੀਂ ਕਰਦਾ। ਪਰ ਜੇ ਤੁਸੀਂ ਰੂਲ ਆਊਟ ਕਰ ਦੋਗੇ, ਇਹ ਠੀਕ ਨਹੀਂ ਹੋਊਗਾ। ਕੁਨਬਾ ਤਾਂ ਦੋਨੇ ਪਾਸੇ ਹੀ ਇਕੱਠਾ ਹੁੰਦਾ, ਦੋਨੇ ਪਾਸੇ ਹੀ ਜੁੜਦਾ ਵਾ, ਆਉਣ ਵਾਲਾ ਸਮਾਂ ਦੱਸਦਾ ਹੁੰਦਾ ਵਾ ਤੇ ਫਰਕ ਪੈਂਦਾ ਵਾ, ਚੈਲੰਜਸ ਕ੍ਰੀਏਟ ਹੁੰਦੇ ਆ। ਜੀ ਥੈਂਕ ਯੂ ਵੈਰੀ ਮਚ। ਸਾਰੇ ਮਹਿਮਾਨਾਂ ਦਾ ਬਹੁਤ ਬਹੁਤ ਧੰਨਵਾਦ। ਇਸ ਵੇਲੇ ਕੌਮੀ ਪੱਧਰ ਤੇ ਭਾਜਪਾ ਖਿਲਾਫ ਵਿਰੋਧੀ ਤਰ੍ਹਾਂ ਦੀ ਜਿਹੜੀ ਮੀਟਿੰਗ ਹੈ ਬੰਗਲੌਰ ਦੇ ਵਿੱਚ, ਆਉਣ ਵਾਲਾ ਸਮਾਂ ਦੱਸੇਗਾ ਕਿ ਭਾਜਪਾ ਲਈ ਕਿੱਡੀ ਕੁ ਵੱਡੀ ਚੁਣੌਤੀ ਬਣ ਸਕਦੀ ਹੈ। ਇਹ ਵੀ ਕਿਹਾ ਜਾ ਰਿਹਾ ਜਦੋਂ ਕੋਈ ਤਰ੍ਹਾਂ ਇਕੱਠੀਆਂ ਹੋ ਕੇ ਚੱਲਦੀਆਂ ਫਰਕ ਤਾਂ ਪੈਂਦਾ ਹੈ, ਪਰ ਫਰਕ ਕਿੰਨਾ ਪੈਂਦਾ ਹੈ, ਇਹ ਸਵਾਲ ਦਾ ਜਵਾਬ ਆਪਾਂ ਆਉਣ ਵਾਲੇ ਸਮੇਂ 'ਚ ਲੱਭਣ ਦੀ ਕੋਸ਼ਿਸ਼ ਕਰਾਂਗੇ। ਤੁਹਾਡੇ ਸਾਰਿਆਂ ਵੱਲੋਂ ਆਪਾਂ ਮਹਿਮਾਨਾਂ ਦੇ ਮੁੜ ਧੰਨਵਾਦੀ, ਤੁਹਾਡੇ ਵੱਲੋਂ ਲਵਾਂਗੇ ਇਜਾਜ਼ਤ। ਸਤਿ ਸ੍ਰੀ ਅਕਾਲ।